ਸੁਨ ਵਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ। ਜੋ ਕਿ ਆਪ ਜੀ ਸਿੱਖ ਚੈਨਲ ਦੇ ਰਾਹੀਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਨ ਸੁਨ ਹੋਵੇ ਪਰਮ ਗਤ ਮੇਰੀ। ਜੋ ਅੰਮ੍ਰਿਤਮਈ ਬਾਣੀ ਦਾ ਆਪ ਜੀ ਆਨੰਦ ਮਾਣ ਰਹੇ ਹੋ। ਅੱਜ ਵਿਸ਼ੇਸ਼ ਤੌਰ 'ਤੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ। ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਪੰਜਾਬ ਦੇ ਅੰਦਰ ਜੋ ਉਸ ਮਹਾਨ ਯੋਧੇ ਮਹਾਨ ਸੂਰਵੀਰ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ, ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਕੱਲ੍ਹ ਰੋਕ ਦਿੱਤੀ ਗਈ ਹੈ। ਅਤੇ ਇਸ ਦੇ ਸੰਬੰਧ ਵਿੱਚ ਪੰਜਾਬ ਦੇ ਵਿੱਚ ਕਾਫੀ ਹਲਚਲ ਹੋ ਰਹੀ ਹੈ, ਕਾਫੀ ਨਵੇਂ ਵਿਊ ਆਏ ਹਨ। ਉਹ ਆਪ ਜੀ ਦੇ ਨਾਲ ਸਾਂਝੇ ਕਰਨ ਵਾਸਤੇ ਕਿ ਇਹ ਜੋ ਫਾਂਸੀ ਦੀ ਸਜ਼ਾ ਰੋਕੀ ਗਈ ਹੈ ਅਤੇ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਾਰੇ ਸਮੁੱਚੇ ਸਿੱਖ ਪੰਥ ਨੂੰ, ਸਿੱਖ ਜਗਤ ਨੂੰ ਕਿਸ ਤਰ੍ਹਾਂ ਚੱਲਣਾ ਚਾਹੀਦਾ ਹੈ, ਹੋਰ ਕੀ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਅੱਗੋਂ ਸਾਨੂੰ ਕਿਵੇਂ ਅਲਰਟ ਰਹਿਣਾ ਚਾਹੀਦਾ ਹੈ, ਕਿਵੇਂ ਸੁਚੇਤ ਹੋਣਾ ਚਾਹੀਦਾ ਹੈ, ਇਹ ਸਭ ਕੁਝ ਦੇ ਬਾਬਤ ਅਸੀਂ ਆਪ ਜੀ ਦੇ ਨਾਲ ਵਿਸ਼ੇਸ਼ ਤੌਰ 'ਤੇ ਜਿਹੜੇ ਪੰਜਾਬ ਦੇ ਅੰਦਰ ਇਹ ਕੱਲ੍ਹ ਦੇ ਹਾਲਾਤ ਚੱਲ ਰਹੇ ਹਨ ਉਹਨਾਂ ਨੂੰ ਸਾਂਝਾ ਕਰਨ ਵਾਸਤੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਨ। ਤੁਹਾਡਾ ਇਹ ਆਪਣਾ ਦਾਸਰਾ ਮਹਿੰਦਰ ਸਿੰਘ ਹਮਦਰਦ, ਜੋ ਕਿ ਗੁਰੂ ਲਾਦੋਰੇ ਸੁਸਾਇਟੀ ਯੂਕੇ ਦੇ ਮੁੱਖ ਸੇਵਾਦਾਰ ਦੀ ਸੇਵਾ ਦਾਸ ਨਿਭਾ ਰਿਹਾ ਹੈ ਅਤੇ ਦਾਸ ਦੇ ਨਾਲ ਬਿਲਕੁਲ ਸੱਜੇ ਹੱਥ ਬੈਠੇ ਹਨ ਪਿਆਰ ਵਾਲੇ ਸਰਦਾਰ ਗੁਰਪ੍ਰੀਤ ਸਿੰਘ ਜੀ ਕਨੇਜ। ਸੋ ਇਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਇਹਨਾਂ ਦੇ ਨਾਲ ਬੈਠੇ ਹਨ ਸਰਦਾਰ ਸੁਰਜੀਤ ਸਿੰਘ ਜੀ ਸਿੰਘ ਜੀ, ਜੋ ਕਿ ਜਨਰਲ ਸਕੱਤਰ ਹਨ ਗੁਰੂ ਲਾਦੋਰੇ ਸੁਸਾਇਟੀ ਯੂਕੇ ਦੇ, ਅਤੇ ਇਹਨਾਂ ਦੇ ਨਾਲ ਬੈਠੇ ਹਨ ਸਰਦਾਰ ਅਮਰੀਕ ਸਿੰਘ ਜੀ ਕੂਨਰ, ਜਿਨ੍ਹਾਂ ਨੂੰ ਅਸੀਂ ਸੋਫਾ ਫੈਕਟਰੀ ਵਾਲੇ ਇਸ ਨਾਮ ਦੇ ਨਾਲ ਜ਼ਿਆਦਾ ਜਾਣਦੇ ਹਾਂ। ਸੋ ਸਾਰਿਆਂ ਨੂੰ ਮੈਂ ਫਤਿਹ ਦੀ ਸਾਂਝ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਜੀ ਆਇਆਂ ਨੂੰ ਆਖਦਾ ਹਾਂ। ਕਲਗੀਧਰ ਪਾਤਸ਼ਾਹ ਜੀ ਦੇ ਬਚਨ ਹਨ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਗੁਰੂ ਪਿਆਰੀ ਸਾਧ ਸੰਗਤ ਜੀ, ਸਿੱਖੀ ਦੇ ਅੰਦਰ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਇਮ ਕੀਤਾ। ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ। ਸਤਿਗੁਰੂ ਜੀ ਨੇ ਭਗਤੀ ਤੇ ਸ਼ਕਤੀ ਦਾ ਸੁਮੇਲ ਕੀਤਾ, ਸਿੱਖ ਨੂੰ ਸੰਤ ਤੇ ਸਿਪਾਹੀ ਬਣਾਇਆ। ਤੇ ਆਓ ਗੁਰੂ ਪਿਆਰੀ ਸਾਧ ਸੰਗਤ, ਅੱਜ ਇਹਨਾਂ ਸਾਰੀਆਂ ਵਿਚਾਰਾਂ ਦੇ ਵਾਸਤੇ ਆਪਾਂ ਪੰਜਾਬ ਦੇ ਵਿੱਚ ਪਹੁੰਚਦੇ ਹਾਂ। ਸਰਦਾਰ ਜਸਪਾਲ ਸਿੰਘ ਜੀ ਮੰਝਪੁਰ, ਇਹਨਾਂ ਦੇ ਨਾਲ ਵਿਚਾਰ ਸਾਂਝੇ ਕਰਦੇ ਹਾਂ ਅਤੇ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਕੱਲ੍ਹ ਦੇ ਕੀ ਹਾਲਾਤ ਚੱਲ ਰਹੇ ਹਨ। ਆਓ ਇਹਨਾਂ ਤਾਈ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ, ਹਾਂ ਵੀਰ ਜੀ, ਤੁਹਾਡੀ ਆਵਾਜ਼ ਮੇਰੇ ਤੱਕ ਨਹੀਂ ਪਹੁੰਚ ਰਹੀ। ਵੀਰ ਜਸਪਾਲ ਸਿੰਘ ਜੀ, ਆਪ ਜੀ ਹਾਂਜੀ ਹਾਂਜੀ ਮੈਨੂੰ ਸੁਣ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆ ਰਹੀ। ਸੋ ਸਾਧ ਸੰਗਤ ਆਪਾਂ ਯਤਨ ਕਰ ਰਹੇ ਹਾਂ ਕਿ ਸਰ ਹਾਂਜੀ ਵੀਰ ਜਸਪਾਲ ਸਿੰਘ ਜੀ, ਇਹ ਦੱਸੋ ਕਿ ਪੰਜਾਬ ਦੇ ਵਿੱਚ ਕੀ ਹਾਲਾਤ ਚੱਲ ਰਹੇ ਨੇ ਕੱਲ੍ਹ ਦੇ, ਜਦੋਂ ਤੋਂ ਕਿ ਆਪਣੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੀ ਫਾਂਸੀ ਦੀ ਜਿਹੜੀ ਸਜ਼ਾ ਹੈ ਉਸ ਤੇ ਰੋਕ ਲਗਾਈ ਗਈ ਹੈ, ਤੇ ਇਸ ਦੇ ਬਾਬਤ ਦੱਸੋ ਕਿ ਪੰਜਾਬ ਵਿੱਚ ਹੁਣ ਕੀ ਹਾਲਾਤ ਚੱਲ ਰਹੇ ਨੇ। ਹਾਂਜੀ, ਕੱਲ੍ਹ ਦਾ ਜਿਹੜਾ ਬੰਦ ਦਾ ਸੀ ਐਲਾਨ ਜੀ ਪੰਥਕ ਜਥੇਬੰਦੀਆਂ ਦਾ, ਅਕਾਲ ਤਖ਼ਤ ਸਾਹਿਬ ਵੱਲੋਂ ਵੀ ਸੀ, ਤੇ ਉਹ ਬਹੁਤ ਸਫਲ ਰਿਹਾ। ਤੇ ਅੱਜ ਖਾਲਸਾ ਮਾਰਚਾਂ ਦਾ ਪ੍ਰੋਗਰਾਮ ਸੀ ਜਥੇਬੰਦੀਆਂ ਦਾ, ਪਰ ਜਦੋਂ ਸ਼ਾਮੀ 7 ਵਜੇ ਸਟੇ ਦੀ ਗੱਲ ਆਈ ਆ ਤੇ ਉਸ ਤੋਂ ਬਾਅਦ ਪੰਥਕ ਮੋਰਚਾ ਜਿਹੜੀ ਸੰਘਰਸ਼ ਕਮੇਟੀ ਸੀ, ਸਿੱਖ ਸੰਘਰਸ਼ ਮੋਰਚਾ, ਉਹਨੇ ਐਲਾਨ ਕਰਤਾ ਸੀ ਕਿ ਇਸ ਕਰਕੇ ਜਿਹੜੇ ਆ ਇਹ ਕੈਂਸਲ ਕੀਤਾ ਜਾਂਦਾ ਪ੍ਰੋਗਰਾਮ ਮਾਰਚਾਂ ਦਾ, ਕਿਉਂਕਿ ਜਿਸ ਮਕਸਦ ਵਾਸਤੇ ਮਾਰਚ ਕੱਢੇ ਜਾਣੇ ਸਾਨੂੰ ਪੂਰਾ ਹੋ ਗਿਆ। ਤੇ ਦੂਜੀ ਗੱਲ ਹੈ ਜਿਹੜੀ, ਪਰ ਇਹ ਖਬਰ ਆਉਣ ਦੇ ਬਾਵਜੂਦ ਵੀ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਹੁਤ ਸਾਰੇ ਪੰਥਕ ਆਗੂਆਂ ਨੂੰ, ਜਿਨ੍ਹਾਂ ਵਿੱਚੋਂ ਸਰਦਾਰ ਸਿਮਰਨਜੀਤ ਸਿੰਘ ਮਾਨ, ਭਾਈ ਦਲਜੀਤ ਸਿੰਘ ਬਿੱਟੂ, ਬਾਬਾ ਬਲਜੀਤ ਸਿੰਘ ਦਾਦੂ ਸਾਹਿਬ ਵਾਲੇ, ਤੇ ਭਾਈ ਹਰਪਾਲ ਸਿੰਘ ਚੀਮਾ, ਭਾਈ ਕੁਲਵੀਰ ਸਿੰਘ ਬੜਾ ਪਿੰਡ ਤੇ ਹੋਰ ਜ਼ਿਲ੍ਹਿਆਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ ਨੂੰ ਕੱਲ ਰਾਤ 7 ਵਜੇ ਤੋਂ ਲੈ ਕੇ 10 ਵਜੇ ਤੱਕ ਅਰੈਸਟ ਕੀਤਾ ਗਿਆ। ਕਈਆਂ ਨੂੰ ਥਾਣਿਆਂ 'ਚ ਰੱਖਿਆ ਗਿਆ ਰਾਤ, ਭਾਵੇਂ ਕਈ ਹੁਣ ਤੱਕ ਵੀ। ਹਰਪਾਲ ਸਿੰਘ ਚੀਮਾ ਹੁਣੀ ਅਜੇ ਤੱਕ ਸਦਰ ਥਾਣੇ ਫਤਿਹਗੜ੍ਹ ਆ। ਭਾਈ ਦਲਜੀਤ ਸਿੰਘ ਬਿੱਟੂ ਅਕਾਲੀ ਦਲ ਦਿੱਲੀ ਦੇ, ਜਸਵਿੰਦਰ ਸਿੰਘ ਬੜੀਆਲ,
ਸੰਦੀਪ ਸਿੰਘ ਗੋਸ਼ਾ ਤੇ ਹੋਰ ਆਗੂ ਜਿਹੜੇ ਇੱਥੋਂ ਲੁਧਿਆਣਾ ਤੋਂ ਅਰੈਸਟ ਕੀਤੇ ਸੀ ਰਾਤੀ 7 ਵਜੇ ਦੇ ਕਰੀਬ, ਉਹਨਾਂ ਨੂੰ ਰਾਤ 9:30 ਵਜੇ ਐਸਡੀਐਮ ਦੇ ਪੇਸ਼ ਕਰਕੇ 752 CRPC ਦੇ ਤਹਿਤ ਉਹਨਾਂ ਨੂੰ ਸੈਂਟਰਲ ਜੇਲ੍ਹ 'ਚ ਭੇਜ ਦਿੱਤਾ ਗਿਆ ਸੀ। ਮੈਂ ਹੁਣੇ ਭਾਈ ਦਲਜੀਤ ਸਿੰਘ ਬਿੱਟੂ ਤੇ ਲੁਧਿਆਣੇ ਵਾਲੇ ਹੋਰ ਸਿੰਘਾਂ ਦੀ ਮੁਲਾਕਾਤ ਕਰਕੇ ਆਇਆ। ਉਹ ਚੜ੍ਹਦੀ ਕਲਾ 'ਚ ਸਾਰਿਆਂ ਆਗੂਆਂ ਨੇ ਪੰਜਾਬ 'ਚ ਜਿੱਥੇ ਵੀ ਸਰਕਾਰ ਨੇ ਆਗੂਆਂ ਨੂੰ, ਪੰਥਕ ਆਗੂਆਂ ਨੂੰ ਫੜਿਆ, ਉਹਨਾਂ ਨੇ ਇਹ ਏਕਤਾ ਦੇ ਨਾਲ ਫੈਸਲਾ ਕੀਤਾ ਕਿ ਅਸੀਂ ਜ਼ਮਾਨਤਾਂ ਨਹੀਂ ਕਰਾਉਣੀਆਂ, ਅਸੀਂ ਆਪਣੇ ਭਰਾ ਬਲਵੰਤ ਸਿੰਘ ਰਾਜੋਆਣੇ ਦੀ ਉਹਦੀ ਫਾਂਸੀ ਖਤਮ ਕਰਾਉਣ ਲਈ ਉਹਦੇ ਰੋਸ ਵਜੋਂ ਅਸੀਂ ਇਹ ਪ੍ਰੋਗਰਾਮ ਲਿਖੇ ਸੀਗੇ ਤੇ ਅਸੀਂ ਕੋਈ ਦੋਸ਼ ਨਹੀਂ ਕੀਤਾ। ਅਸੀਂ ਅਕਾਲ ਤਖ਼ਤ ਦੇ ਹੁਕਮਾਂ ਮੁਤਾਬਕ ਕੰਮ ਕਰ ਰਹੇ ਸੀ, ਪਰ ਫਿਰ ਵੀ ਸਰਕਾਰ ਨੇ ਇਹ ਸਿਆਸੀ ਬਦਲਾਖੋਰੀ ਤਹਿਤ ਇਹ ਫੈਸਲਾ ਗਲਤ ਲਿਆ, ਜਿਹੜਾ ਇਹਨਾਂ ਦੀ ਅਰੈਸਟ ਕੀਤੀ ਗਈ। ਇਸ ਕਰਕੇ ਉਹਨਾਂ ਨੇ ਫੈਸਲਾ ਲਿਆ ਕਿ ਅਸੀਂ ਜ਼ਮਾਨਤਾਂ ਨਹੀਂ ਕਰਾਉਣੀਆਂ ਕੋਰਟਾਂ 'ਚੋਂ। ਇਹ ਸਰਕਾਰ ਸਾਨੂੰ ਜਿੰਨਾ ਮਰਜ਼ੀ ਲੰਮਾ ਸਮਾਂ ਰੱਖਣਾ ਚਾਹੁੰਦੀ ਰੱਖ ਲਵੇ, ਜੇ ਉਹਨਾਂ ਨੇ ਛੱਡਣਾ ਤਾਂ ਕੇਸ ਖਤਮ ਕਰਕੇ ਛੱਡਿਆ ਜਾਵੇ। ਠੀਕ ਹੈ ਵੀਰ ਜੀ। ਤੇ ਵੀਰ ਜੀ, ਪੰਜਾਬ ਦੇ ਅੰਦਰ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ? ਜਿਹੜੇ ਆਮ ਸੰਗਤ ਹੈ, ਆਮ ਆਪਣੇ ਸਿੱਖ ਨੇ, ਉਹ ਕੀ ਅਨੁਭਵ ਕਰ ਰਹੇ ਨੇ ਕਿ ਜਿਹੜੇ ਕੱਲ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੀ ਫਾਂਸੀ ਦੀ ਜਿਹੜੀ ਸਜ਼ਾ, ਇਸ ਤੇ ਰੋਕ ਲਗਾਈ ਗਈ ਹੈ, ਤੇ ਅੱਗੂ ਸਾਨੂੰ ਕੀ ਕਰਨਾ ਚਾਹੀਦਾ ਮਿਲ ਕੇ? ਦੇਖੋ ਜੀ, ਇਹ ਜਿਹੜੀ ਫਾਂਸੀ ਤੇ ਰੋਕ ਆ, ਇਹ ਤਾਂ ਇੱਕ ਵਕਤੀ ਜਿਹੜਾ ਫੈਸਲਾ ਜਾਂ ਵਕਤੀ ਰਾਹਤ ਕਹਿ ਸਕਦੇ ਆ। ਇਹ ਕੋਈ ਕੌਮ ਨੂੰ ਕੋਈ ਪੱਕੀ ਰਾਹਤ ਨਹੀਂ ਕਹੀ ਜਾ ਸਕਦੀ। ਇਹ ਤਾਂ ਸੰਗਤਾਂ ਦੀਆਂ ਦਾਸਾਂ ਤੇ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਸਿੱਖਾਂ ਦੇ ਰੋਸ ਦੇ ਕਾਰਨ ਹੈ ਕਿ ਸਰਕਾਰ ਨੂੰ ਤੁਰੰਤ ਫੈਸਲਾ ਲੈ ਕੇ ਤੇ ਇਹ ਫਾਂਸੀ ਦੇ ਉੱਤੇ ਰੋਕ ਲਾਉਣੀ ਪਈ। ਇਹ ਇੱਕ ਵਕਤੀ ਰਾਹਤ ਆ, ਇਹ ਪੱਕੀ ਰਾਹਤ ਨਹੀਂ ਹੈਗੀ। ਕੌਮ ਨੂੰ ਇਸੇ ਤਰ੍ਹਾਂ ਸ਼ਰਧਾ ਦੇ ਨਾਲ, ਗਿਆਨ ਦੇ ਨਾਲ ਇਕੱਠੇ ਹੋ ਕੇ, ਜਥੇਬੰਦ ਹੋ ਕੇ, ਜਿੱਥੇ ਇਹ ਏਕਤਾ ਦਾ ਸਬੂਤ ਗਿਆ ਪੰਥ ਦਾ, ਇਸੇ ਏਕਤਾ ਨੂੰ ਬਣਾਈ ਰੱਖਣ ਦੀ ਵੱਡੀ ਗੱਲ ਆ ਵੀ ਪੰਥ ਆਪਣੇ ਨਿਸ਼ਾਨਿਆਂ ਪ੍ਰਤੀ ਇੱਕ ਮਤ ਹੋਵੇ। ਜੇ ਇੱਕ ਮਤ ਹੋ ਗਏ ਤੇ ਸਾਡੇ ਨਿਸ਼ਾਨੇ ਪੂਰਤੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਜਿਵੇਂ ਇਹ ਫੈਸਲਾ ਵਕਤੀ ਰਾਹਤ ਮਿਲੀ ਹੈ, ਸਾਨੂੰ ਪੱਕੇ ਨਿਸ਼ਾਨਿਆਂ ਦੀ ਪ੍ਰਾਪਤੀ ਵੀ ਹੋ ਸਕਦੀ ਹੈ ਜੇ ਅਸੀਂ ਏਕੇ ਦੀ ਸੂਤਰ ਦੇ ਵਿੱਚ ਬੰਨੇ ਰਹੀਏ। ਸੋ ਵੀਰ ਜੀ, ਆਉਣ ਵਾਲੇ ਸਮੇਂ 'ਚ ਸਾਡਾ ਏਮ ਤੁਸੀਂ ਸਮਝਦੇ ਹੋ ਪਏ ਹੀ ਹੋਣਾ ਚਾਹੀਦਾ ਹੈ ਕਿ ਇਹਨਾਂ ਦੀ ਜਿਹੜੀ ਫਾਂਸੀ ਦੀ ਜਿਹੜੀ ਸਜ਼ਾ ਹੈ, ਇਹਨੂੰ ਖਤਮ ਕੀਤਾ ਜਾਏ ਤੇ ਇਹਨਾਂ ਨੂੰ ਰਿਹਾ ਕੀਤਾ ਜਾਵੇ। ਬਿਲਕੁਲ, ਇਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਜੀ। ਬਾਕੀ ਹੋਰ ਵੀ ਜਿਹੜੇ ਲੰਮੇ ਸਮੇਂ ਤੋਂ ਸਿੱਖ ਸੰਘਰਸ਼ ਨਾਲ ਸੰਬੰਧਿਤ ਸਿੰਘ ਵੱਖ-ਵੱਖ ਜੇਲ੍ਹਾਂ 'ਚ ਬੰਦ ਆ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਜਗਤਾਰ ਸਿੰਘ, ਮਹਾਰਾਣਾ ਪਰਮਜੀਤ ਸਿੰਘ ਭਿਓਰਾ, ਭਾਈ ਲਾਲ ਸਿੰਘ, ਮੇਜਰ ਸਿੰਘ, ਭਾਈ ਲਖਵਿੰਦਰ ਸਿੰਘ, ਲੱਖਾ, ਸ਼ਮਸ਼ੇਰ ਸਿੰਘ ਹੁਣੀ, ਜਿਹੜੇ ਜਿੰਨੇ ਵੀ ਸਿੰਘ ਨੇ ਜਿਨ੍ਹਾਂ ਨੂੰ 15-15, 20-20 ਸਾਲ ਹੋ ਗਏ ਬੈਠੇ, ਤੇ ਉਹਨਾਂ ਸਾਰਿਆਂ ਦੀ ਰਿਹਾਈ ਜਿਹੜੀ ਆ ਕੌਮ ਨੂੰ ਯਕੀਨੀ ਬਣਾਉਣੀ ਚਾਹੀਦੀ ਜੀ। ਤੇ ਵੀਰ ਜੀ, ਕੱਲ ਸੁਣਨ ਵਿੱਚ ਆਇਆ ਕਿ ਕਈ ਜਗ੍ਹਾ ਤੇ ਹਾਲਾਤ ਖਰਾਬ ਵੀ ਹੋਏ ਨੇ, ਭਾਵੇਂ ਕਿ ਸਿੱਖ ਜਿਹੜੇ ਨੇ ਉਹ ਬੜੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨੀ ਕਰ ਰਹੇ ਸਨ ਜਾਂ ਪੰਜਾਬ ਬੰਦ ਸੀ, ਪਰ ਕੁਝ ਦੂਸਰੇ ਧੜਿਆਂ ਵੱਲੋਂ, ਪਾਰਟੀਆਂ ਵੱਲੋਂ ਇਹ ਸਿੱਖਾਂ ਦੇ ਉੱਪਰ ਅਟੈਕ ਵੀ ਕੀਤੇ ਗਏ ਨੇ। ਹਾਂਜੀ, ਜਿਸ ਤਰ੍ਹਾਂ ਪਟਿਆਲੇ ਆਰੀਆ ਸਮਾਜ ਚੌਂਕ ਦੇ ਵਿੱਚ ਹੋਈ ਜੀ ਘਟਨਾ, ਉਹਨਾਂ ਨੇ ਜਬਰੀ ਦੁਕਾਨਾਂ ਖਲਵਾਈਆਂ ਸ਼ਿਵ ਸੈਨਾ ਵਾਲਿਆਂ ਨੇ, ਤੇ ਉਹਦੇ ਰੋਸ ਦੇ ਵਿੱਚ ਸਿੱਖ ਨੌਜਵਾਨਾਂ ਨੇ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ। ਤਾਂ ਫਿਰ ਉਹਨਾਂ ਨੇ ਪੱਥਰਬਾਜ਼ੀ ਕੀਤੀ, ਤੇ ਫਿਰ ਪੁਲਿਸ ਨੇ ਡਾਂਗਾ ਸਿੱਖ ਨੌਜਵਾਨਾਂ ਦੇ ਉੱਤੇ ਚਲਾਈਆਂ। ਇਸੇ ਤਰ੍ਹਾਂ ਅੱਜ ਦਾ ਪਤਾ ਲੱਗਾ, ਮੇਰੇ ਕਿਸੇ ਫਾਜ਼ਲ ਦੋਸਤ ਨੇ ਦੱਸਿਆ ਕਿ ਉੱਥੇ ਸ਼ਿਵ ਸੈਨਾ ਵਾਲਿਆਂ ਨੇ ਐਲਾਨ ਕੀਤਾ ਕਿ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਤੇ ਬਲਵੰਤ ਸਿੰਘ ਰਾਜੋਆਣੇ ਦੇ ਪੁਤਲੇ ਸਾੜਾਂਗੇ। ਉੱਥੇ ਫਿਰ ਅੱਜ ਸਵੇਰੇ ਸਿੱਖ ਆਗੂਆਂ ਦੀ ਫੜੋਫੜੀ ਜਿਹੜੀ ਹੋਈ ਆ। ਭਾਈ ਕੁਲਵੀਰ ਸਿੰਘ ਬੜਾ ਪਿੰਡ ਕੱਲ ਕਿਤੇ ਆਸੇ-ਪਾਸੇ ਹੋ ਗਏ ਸੀ ਪੁਲਿਸ ਦੀ ਪਹੁੰਚ ਤੋਂ, ਤੇ ਉਹਨਾਂ ਨੂੰ ਸਵੇਰੇ 10 ਵਜੇ ਅੱਜ ਪੁਲਿਸ ਨੇ ਉਹਨਾਂ ਦੇ ਘਰੋਂ ਪਿੰਡ ਬੜਾ ਪਿੰਡ ਤੋਂ ਅਰੈਸਟ ਕੀਤਾ ਹੈ। ਠੀਕ ਹੈ ਜੀ। ਤੇ ਇਹ ਸਾਰੇ ਯਾਨੀ ਕਿ ਸਿੱਖਾਂ ਨੂੰ ਤਾਂ ਇੱਕ ਸ਼ਾਂਤਮਈ ਰੋਸ ਕਰਦਿਆਂ ਵੀ ਇਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ, ਤੇ ਜਿਹੜੇ ਰੋਜ਼ ਬਿਆਨ ਦਿੰਦੇ ਨੇ ਵੀ ਅਸੀਂ ਪੁਤਲੇ ਸਾੜਾਂਗੇ, ਜਿਹੜੀਆਂ ਫਿਰਕੂ ਕਾਰਵਾਈਆਂ ਕਰਦੇ ਨੇ, ਅਸੀਂ ਜਲਾਦ ਬਣਾਂਗੇ, ਉਹਨਾਂ ਨੂੰ ਕੋਈ ਅਰੈਸਟ ਨਹੀਂ ਕਰਦਾ। ਉਹਨਾਂ ਨੂੰ ਇਹ ਸਰਕਾਰ ਨੇ, ਬਾਦਲ ਸਰਕਾਰ ਨੇ ਖੁੱਲ੍ਹ ਦਿੱਤੀ ਹੋਈ ਆ। ਜਿਹੜੇ ਹੁਣ ਰਾਜੋਆਣੇ ਦੇ ਜਾਂ ਸੰਤਾਂ ਦੇ ਪੁਤਲੇ ਸਾੜਨ ਦੀਆਂ ਗੱਲਾਂ ਕਰਦੇ ਆ, ਉਹਨਾਂ ਨੂੰ ਕਿਉਂ ਨਹੀਂ ਅਰੈਸਟ ਕੀਤਾ ਜਾਂਦਾ ਸ਼ਾਂਤੀ ਬਣਾਈ ਰੱਖਣ ਦੇ ਲਈ? ਤੇ ਸਿਰਫ ਸਿੱਖਾਂ ਨੂੰ, ਆਗੂਆਂ ਨੂੰ ਤੰਗ ਪਛਾਣ ਕਰਨ ਲਈ ਕੀਤਾ ਜਾ ਰਿਹਾ। ਉਹਨਾਂ ਗਲਤ ਅਨਸਰਾਂ ਨੂੰ ਜਾਣਬੁੱਝ ਕੇ ਜਿਹੜੀ ਆ ਸਰਕਾਰ ਉਹ ਹਵਾ ਦਿੰਦੀ ਹੈ। ਸੋ ਵੀਰ ਜੀ, ਤੁਹਾਡਾ ਕਹਿਣ ਤੋਂ ਭਾਵ ਹੈ ਕਿ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਅੰਦਰ ਸਿੱਖਾਂ ਨੂੰ ਪੂਰੇ ਅਧਿਕਾਰ ਨਹੀਂ ਮਿਲ ਰਹੇ, ਇਹਨਾਂ ਨੂੰ ਦੂਜੇ ਨੰਬਰ ਦੇ ਸ਼ਹਿਰੀ। ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ, ਇਹ ਸਹੀ ਗੱਲ ਹੈ। ਇਹ ਤਾਂ ਜਿਹੜਾ ਰਾਜੋਆਣੇ ਦੀ ਸਟੇ ਦਾ ਮਸਲਾ, ਇਹ ਤਾਂ ਸਾਨੂੰ ਵਕਤੀ ਰਾਹਤ ਹੈ। ਸਾਨੂੰ ਨਸਲ ਹੋ ਕੇ ਬਹਿ ਨਹੀਂ ਜਾਣਾ ਚਾਹੀਦਾ। ਇਸ ਸਾਰੀ ਮੂਵਮੈਂਟ ਤੋਂ ਸਾਨੂੰ ਬਲ ਮਿਲਿਆ, ਸਾਨੂੰ ਬਲ ਨੂੰ ਅੱਗੇ ਗਿਆਨ ਦੇ ਨਾਲ ਅੱਗੇ ਲੈ ਕੇ ਜਾਣਾ ਚਾਹੀਦਾ। ਜਿਹੜੇ ਅਨਆਰਗੇਨਾਈਜ਼ਡ ਸਾਡੇ ਨੌਜਵਾਨ ਸੀਗੇ, ਜਿਹੜੇ ਪਿੰਡਾਂ ਦੇ ਵਿੱਚ, ਉਹਨਾਂ ਨੂੰ ਆਰਗੇਨਾਈਜ਼ ਕਰਨਾ ਚਾਹੀਦਾ ਤਾਂ ਜੋ ਮਿੱਥੇ ਨਿਸ਼ਾਨਿਆਂ ਦੀ ਪ੍ਰਾਪਤੀ ਕੀਤੀ ਜਾ ਸਕੇ। ਸੋ ਵੀਰ ਜੀ, ਆਪਾਂ ਦੇਖ ਰਹੇ ਸਾਂ ਇੱਥੇ ਸਿੱਖ ਚੈਨਲ ਦੇ ਰਾਹੀਂ ਦਿਖਾ ਰਿਹਾ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਕਿਵੇਂ ਸਾਰੇ ਸਿੱਖ ਜਿਹੜੇ ਨੇ, ਸਾਰੀਆਂ ਧੜੇਬੰਦੀਆਂ, ਸਾਰੇ ਜਥੇਬੰਦੀਆਂ, ਸਾਰੀਆਂ ਸੁਸਾਇਟੀਆਂ
ਇਕੱਠੀਆਂ ਹੋ ਗਈਆਂ ਤੇ ਸਾਰੇ ਪਾਸੇ ਕੇਸਰੀ ਨਿਸ਼ਾਨ ਸਾਹਿਬ, ਕੇਸਰੀ ਰੰਗ ਜਿਹੜਾ ਸੀ ਇਹੀ ਕੱਲ ਦਿਖਾਈ ਦੇ ਰਿਹਾ ਸੀ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਸਾਰੇ ਜਥੇਬੰਦੀਆਂ ਧੜੇ ਸਾਰੇ ਇਹ ਸਾਰਿਆਂ ਨੇ ਉਹ ਇਕੱਠਿਆਂ ਹੋ ਕੇ ਤੇ ਉਪਰਾਲਾ ਕੀਤਾ। ਦੇਖੋ ਜੀ, ਏਕਤਾ ਦੇ ਵਿੱਚ ਬਾਲਾ ਅਸੀਂ ਬਚਪਨ ਤੋਂ ਹੀ ਕਹਾਣੀ ਪੜ੍ਹਦੇ ਆਏ ਆ। ਯੂਨੀਅਨ ਇਜ਼ ਸਟਰੈਂਥ। ਜਦੋਂ ਪੰਥ ਨੇ ਏਕਤਾ ਦਿਖਾਇਆ ਤੇ ਜਿਸ ਕੰਮ ਲਈ ਅਸੀਂ ਤੁਰੇ ਸੀ ਉਹ ਸਾਡਾ ਵਕਤੀ ਤੌਰ ਦੇ ਉੱਤੇ ਇਕੱਠੇ ਹੋਏ ਸੀ, ਵਕਤੀ ਕੰਮ ਸਾਡਾ ਪੂਰਾ ਹੋਇਆ। ਜੇ ਅਸੀਂ ਪੱਕੇ ਤੌਰ ਦੇ ਉੱਤੇ ਏਕੇ ਦੀ ਸੂਤਰ ਦੇ ਵਿੱਚ ਵੱਜਾਂਗੇ ਤੇ ਸਾਡੇ ਜਿਹੜੇ ਵੱਡੇ ਨਿਸ਼ਾਨੇ ਪੂਰੇ ਹੋਣਗੇ। ਬਾਕੀ ਜਿਹੜੀ ਹਿੰਦੁਸਤਾਨ ਦੇ ਮੀਡੀਆ ਨੇ ਇਹ ਗੱਲ ਪਹੁੰਚਾ ਲਈ ਸੀ ਵੋਟਾਂ ਤੋਂ ਬਾਅਦ ਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਜਾਂ ਖਾਲਿਸਤਾਨ ਦੀ ਜਾਂ ਪੰਥਕ ਮੁੱਦਿਆਂ ਦੀ ਜਾਂ ਪੰਜਾਬ ਦੇ ਸਿਆਸੀ ਮੁੱਦਿਆਂ ਦੀ ਕੋਈ ਗੱਲ ਨਹੀਂ ਰਹੀ, ਹੁਣ ਵਿਕਾਸ ਦੀ ਗੱਲ ਹੈ। ਉਹ ਸਾਰੀ ਗੱਲ ਧੋ ਕੇ ਰੱਖ ਦਿੱਤੀ। ਪੰਜਾਬ ਦੇ ਲੋਕਾਂ ਨੇ ਇਹ ਦਰਸਾ ਦਿੱਤਾ ਕਿ ਪੰਥ ਦੇ ਲਈ, ਸਿੱਖੀ ਦੇ ਲਈ, ਗੁਰੂ ਦੇ ਲਈ, ਗੁਰੂ ਦੇ ਸਿੱਖਾਂ ਲਈ, ਸ਼ਹੀਦਾਂ ਲਈ ਅੱਜ ਵੀ ਕੌਮ ਦੇ ਵਿੱਚ, ਪੰਜਾਬ ਦੇ ਲੋਕਾਂ ਦੇ ਵਿੱਚ ਪੂਰਾ ਦਰਦ ਆ, ਉਹਨਾਂ ਦੇ ਨਾਲ ਖੜਦੇ ਆ। ਤੇ ਵਿਕਾਸ ਦੇ ਮੁੱਦੇ ਤੇ ਵੋਟਾਂ ਲੈਣ ਵਾਲਿਆਂ ਨੂੰ ਸਮਝ ਲੈਣਾ ਚਾਹੀਦਾ ਵੀ ਜੇ ਉਹ ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਹੈਗਾ ਵੀ ਸ਼ਾਇਦ ਹੁਣ ਸਿੱਖੀ ਦੀ ਗੱਲ ਤੇ ਲੋਕ ਇਕੱਤਰ ਨਹੀਂ ਹੁੰਦੇ, ਉਹ ਉਹਨਾਂ ਦਾ ਵਹਿਮ ਸੀ ਜੋ ਨਿਕਲ ਗਿਆ ਉਹਨਾਂ ਦਾ ਮਹੀਨੇ ਤੋਂ ਪਹਿਲਾਂ ਹੀ। ਸੋ ਵੀਰ ਜੀ, ਕੱਲ ਤੋਂ ਪਤਾ ਲੱਗਾ ਕਿ ਸਿੱਖਾਂ ਦੇ ਅੰਦਰ ਜਾਗਰਤੀ ਆ ਗਈ ਹੈ ਤੇ ਜਗ੍ਹਾ ਜਗ੍ਹਾ ਤੇ ਜਿੱਥੇ ਵੀ ਆਪਣੇ ਸਿੱਖ ਇਕੱਠੇ ਹੋਏ ਸਨ ਉੱਥੇ ਸ਼ਰੇਆਮ ਖਾਲਸਾ ਰਾਜ ਦੀ ਮੰਗ ਕੀਤੀ ਜਾ ਰਹੀ ਸੀ, ਆਪਣੇ ਅਧਿਕਾਰਾਂ ਦੀ ਮੰਗ ਕੀਤੀ ਜਾ ਰਹੀ ਸੀ। ਬਿਲਕੁਲ। ਤੇ ਇਹਦਾ ਮਤਲਬ ਹਾਂਜੀ, ਪਿੰਡਾਂ ਦੇ ਵਿੱਚ ਤਾਂ ਦੇਖੋ ਹੁਣ ਗੱਲ ਹੀ ਜਿਹੜੀ ਹੈ ਰਾਜ ਕਰੇਗਾ ਖਾਲਸਾ, ਖਾਲਸਤਾਨ ਜਿੰਦਾਬਾਦ ਦੇ ਨਾਰੇ ਰਹਿ ਗਿਆ, ਕਿਉਂਕਿ ਅਲਟੀਮੇਟ ਸਿਆਸੀ ਗੋਲ ਜਿਹੜਾ ਸਿੱਖਾਂ ਦਾ ਉਹ ਉਹੀ ਆ, ਆਪਣਾ ਵੱਖਰਾ ਪ੍ਰਭੂ ਸੱਤਾ ਸੰਪੰਨ ਰਾਜ। ਤੇ ਉਹਦੇ ਪ੍ਰਤੀ ਜੇ ਅੱਜ ਜਾਗਰੂਕ ਹੋ ਰਹੇ ਆ ਲੋਕ, ਸਮਝ ਰਹੇ ਆ ਵੀ ਉਸ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ। ਜਦੋਂ ਵੀ ਕੋਈ ਇਹੋ ਜਿਹਾ ਧੱਕਾ ਆਉਂਦਾ ਸਿੱਖਾਂ ਦੇ ਵਿੱਚ ਉਸ ਗੱਲ ਨੂੰ ਮਿਟਾਇਆ ਨਹੀਂ ਜਾ ਸਕਦਾ। ਹਾਂ, ਵਕਤੀ ਤੌਰ ਤੇ ਕੋਈ ਬੋਲੇ ਨਾ ਬੋਲੇ ਉਹ ਗੱਲ ਅਲੱਗਾ ਹੋ ਸਕਦੀ ਹੈ, ਪਰ ਸਿੱਖਾਂ ਦੇ ਭਾਵੇਂ ਉਹ ਕਿਸੇ ਪਾਰਟੀ ਦੇ ਵਿੱਚ ਬੈਠੇ ਹੋਣ, ਉਹਨਾਂ ਦੇ ਮਨਾਂ ਦੇ ਵਿੱਚ ਰਾਜ ਕਰੇਗਾ ਖਾਲਸਾ ਦਾ ਸੰਕਲਪ ਹੈ। ਜਦੋਂ ਵੀ ਉਹ ਉਹਨਾਂ ਨੂੰ ਠੀਕ ਹਾਲਾਤ ਲੱਗੇ ਤੇ ਉਹ ਜ਼ਰੂਰ ਬਾਹਰ ਪ੍ਰਗਟ ਰੂਪ ਦੇ ਵਿੱਚ ਆਊਗਾ। ਸੋ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿਹੜੇ ਪੰਜਾਬ ਦੇ ਹਾਲਾਤ ਨੇ ਇਸ ਵੇਲੇ ਉਹ ਤੁਸੀਂ ਸਾਨੂੰ ਦੱਸੇ ਨੇ ਤੇ ਅਸੀਂ ਇਸੇ ਤਰ੍ਹਾਂ ਸਮੇਂ-ਸਮੇਂ ਤੇ ਤੁਹਾਡੇ ਨਾਲ ਇਸੇ ਤਰ੍ਹਾਂ ਟੱਚ ਹੁੰਦੇ ਰਵਾਂਗੇ ਤੇ ਤੁਹਾਡੇ ਕੋਲ ਪੰਜਾਬ ਦੇ ਹਾਲਾਤ ਪੁੱਛਦੇ ਰਵਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਜਸਪਾਲ ਸਿੰਘ ਜੀ, ਜਿਹੜੇ ਕਿ ਪੰਜਾਬ ਤੋਂ ਸਰਦਾਰ ਜਸਪਾਲ ਸਿੰਘ ਜੀ ਮੰਝਪੁਰ, ਤੇ ਜਿਨ੍ਹਾਂ ਨੇ ਦੱਸਿਆ ਕਿ ਆਪਣੇ ਇਸ ਜਿਹੜਾ ਕੱਲ ਸੀ, ਕੱਲ ਕਈਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕਈਆਂ ਨੂੰ ਛੱਡ ਦਿੱਤਾ ਗਿਆ ਤੇ ਅਜੇ ਤੱਕ ਕਈ ਜਿਹੜੇ ਨੇ ਉਹ ਕੱਲ ਦੇ ਗ੍ਰਿਫਤਾਰ ਹਨ। ਸੋ ਮੈਂ ਪੁੱਛਦਾ ਵੀਰ ਗੁਰਪ੍ਰੀਤ ਸਿੰਘ ਕਨੇਜੀ ਹੋਰਾਂ ਨੂੰ, ਵੀਰ ਜੀ ਤੁਹਾਡੇ ਕੀ ਖਿਆਲ ਨੇ ਜਿਹੜਾ ਚੱਲ ਰਿਹਾ ਦੌਰ? ਹਾਂਜੀ ਭਾਈ ਸਾਹਿਬ ਜੀ, ਜੋ ਇਹ ਦੌਰ ਚੱਲ ਰਿਹਾ ਜੀ, ਇਹਦੇ ਵਿੱਚ ਇੱਕ ਤਾਂ ਮਹਾਰਾਜ ਦੀ ਕਿਰਪਾ ਨਾਲ ਇਹ ਗੱਲ ਹੋਈ ਆ ਵੀ ਜਿਹੜੇ ਸਿੱਖਾਂ ਨੇ ਏਕਤਾ ਕਰਕੇ ਇਹ ਗੱਲ ਦਾ ਸਬੂਤ ਦੇ ਦਿੱਤਾ ਕਿ ਸਿੱਖ ਕੌਮ ਹੁਣ ਇੱਕ ਹੋ ਚੁੱਕੀ ਹੈ ਜੀ। ਤੇ ਦੂਸਰੀ ਗੱਲ ਇਹ ਆ ਜੀ ਵੀ ਸਾਨੂੰ ਅੱਗੇ ਵੀ ਇਸੇ ਏਕਤਾ ਨੂੰ ਬਰਕਰਾਰ ਰੱਖਦਿਆਂ ਹੋਇਆਂ ਜੋ ਵੀ ਕਾਰਵਾਈ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਸੰਬੰਧ ਦੇ ਵਿੱਚ ਸਾਰੀਆਂ ਸਿੱਖ ਜਥੇਬੰਦੀਆਂ ਨੇ ਦੇਸ਼ਾਂ ਪ੍ਰਦੇਸ਼ਾਂ ਤੋਂ ਇਕੱਠੇ ਹੋ ਕੇ ਕੀਤੀ ਹੈ ਜੀ, ਇਸ ਗੱਲ ਨੂੰ ਲੋੜ ਹੈ ਕਿ ਅਸੀਂ ਇਸ ਗੱਲ ਨੂੰ ਬਿਲਕੁਲ ਠੰਡੇ ਵਾਸਤੇ ਜਾਂ ਅੱਖੋਂ ਪਰੋਖੇ ਨਾ ਕਰੀਏ। ਇਸ ਗੱਲ ਨੂੰ ਹੋਰ ਤਵੀਜ ਦੇ ਕੇ ਅਸੀਂ ਇਸ ਕੇਸ ਦੀ ਤਹਿ ਤੱਕ ਜਾ ਕਰਕੇ ਇਸ ਨੂੰ ਨਖੇੜਨਾ ਕਰੀਏ। ਜਿਸ ਤਰ੍ਹਾਂ ਇੰਡੀਆ ਤੋਂ ਭਾਈ ਸਾਹਿਬ ਉਹਨਾਂ ਨੇ ਦੱਸਿਆ ਕਿ ਹੋਰ ਵੀ ਸਾਗੜੇ ਸਿੰਘ ਜਿਹੜੇ ਅੰਦਰ ਬੈਠੇ ਨੇ ਜਿਨ੍ਹਾਂ ਦੇ ਉੱਤੇ ਕੋਈ ਇਸ ਤਰ੍ਹਾਂ ਦੇ ਕਾਨੂੰਨ ਮੜ ਦਿੱਤੇ ਗਏ ਨੇ, ਜਦੋਂ ਉਹਨਾਂ ਦੀ ਪ੍ਰੋਪਰ ਪੈਰਵਾਈ ਹੋਵੇ ਤਾਂ ਜਿਸ ਤਰ੍ਹਾਂ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਦੇ ਉੱਤੇ ਭਾਈ ਲਖਵਿੰਦਰ ਸਿੰਘ ਜੀ ਜੋ ਜੇਲ੍ਹ ਸੁਪਰਡੈਂਟ ਪਟਿਆਲਾ ਨੇ 18 ਨੁਕਤੇ ਲੈ ਕੇ ਕੇਸ ਦੀ ਕਾਰਵਾਈ ਕੀਤੀ ਸੀ, ਇਸੇ ਤਰ੍ਹਾਂ ਬਹੁਤ ਸਾਰੇ ਇਦਾਂ ਦੇ ਨੁਕਤੇ ਕਾਨੂੰਨੀ ਮਹਿਰਾਂ ਦੀ ਰਾਇ ਲਾ ਕੇ ਪੰਜਾਬ ਦੇ ਵਿੱਚ ਸਰਕਾਰ ਵੀ ਇਸ ਟਾਈਮ ਪ੍ਰਕਾਸ਼ ਸਿੰਘ ਬਾਦਲ ਦੀ ਹੈ, ਸਾਰੀਆਂ ਸਿੱਖ ਸੰਪਰਦਾਵਾਂ ਜਥੇਬੰਦੀਆਂ ਵੀ ਇਸ ਮੁੱਦੇ ਤੇ ਇਕੱਠੀਆਂ ਹਨ ਵੀ ਇਸ ਗੱਲ ਨੂੰ ਨਾਲ ਦੀ ਨਾਲ ਉਤੇਜਿਤ ਕਰਕੇ ਆਪਾਂ ਨੂੰ ਇਸ ਗੱਲ ਦੀ ਤਹਿ ਤੱਕ ਜਾਣਾ ਚਾਹੀਦਾ ਹੈ ਤਾਂ ਜੋ ਨਿਰਦੋਸ਼ ਸਿੱਖਾਂ ਨੂੰ, ਸਿੰਘਾਂ ਨੂੰ ਰਿਹਾ ਕੀਤਾ ਜਾਵੇ। ਇਸੇ ਵਿੱਚ ਹੀ ਪੰਜਾਬ ਦੀ ਤੇ ਕੌਮ ਦੀ ਖੁਸ਼ਹਾਲੀ ਦੀ ਗੱਲ ਹੈ ਜੀ। ਸੋ ਵੀਰ ਅਮਰੀਕ ਸਿੰਘ ਜੀ, ਇਹ ਆਪਣੇ ਭਾਈ ਗੁਰਪ੍ਰੀਤ ਸਿੰਘ ਜੀ ਦੱਸ ਰਹੇ ਸਨ ਕਿ ਜਿਹੜਾ ਪਟਿਆਲੇ ਦੇ ਜੇਲ੍ਹ ਦਾ ਸੁਪਰਡੈਂਟ ਹੈ ਉਹਨੇ ਕਹਿੰਦੇ ਵੀ ਇਹ ਸਾਰੇ ਜਿਹੜੇ ਵਿਊ ਨੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ? ਉਹਨਾਂ ਵੀ ਇੱਕ ਬਹੁਤ ਵੱਡਾ ਯੋਗਦਾਨ ਪਾਇਆ ਆਪਣੇ ਦੇ। ਜਿਹੜੇ ਸੁਪਰਡੈਂਟ ਆ ਉਹਨਾਂ ਨੂੰ ਉੱਥੋਂ ਜਦੋਂ ਆਰਡਰ ਆਇਆ ਪਹਿਲੀ ਵਾਰੀ ਉਹਨਾਂ ਨੇ ਉਹ ਵਾਪਸ ਭੇਜ ਦਿੱਤੇ। ਹਾਂਜੀ। ਦੂਜੀ ਵਾਰੀ ਜਦੋਂ ਆਏ ਉਹ ਵੀ ਵਾਪਸ ਭੇਜ ਦਿੱਤੇ ਜੀ। ਤੀਜੀ ਵਾਰੀ ਵੀ ਵਾਪਸ ਭੇਜ ਦਿੱਤੇ। ਅੱਜ ਸਵੇਰੇ ਵੀ ਸਾਡੇ ਫੈਮਿਲੀ 'ਚ ਗੱਲ ਹੁੰਦੀ ਸੀ ਕਿ ਉਹ ਸਦਾ ਉਹਨਾਂ ਦੇ ਕੋਲ ਰਹਿੰਦੇ ਆ, ਉਹਨਾਂ ਨੂੰ ਸੱਚਾਈ ਨਜ਼ਰ ਆ ਰਹੀ ਆ ਔਰ ਅਸੀਂ ਇੰਨੀ ਦੂਰ ਬੈਠੇ ਇੰਨੇ ਕਲੋਜ਼ ਉਹਨਾਂ ਦੇ ਹੋ ਗਏ ਆ ਭਾਈ ਬਲਵੰਤ ਸਿੰਘ ਦੇ ਜੀ, ਜਿਹੜੇ ਉਹਨਾਂ ਦੇ ਕੋਲ ਸਦਾ ਰਹਿੰਦੇ ਆ ਉਹਨਾਂ ਨੂੰ ਤਾਂ ਸੱਚਾਈ ਬਿਲਕੁਲ ਨਜ਼ਰ ਆ ਰਹੀ ਹੋਏਗੀ ਉੱਥੇ।
ਜੀ ਇਹ ਕਹਿਣ ਤੋਂ ਭਾਵ ਇਹ ਹੈ ਕਿ ਅੱਜ ਵੀ ਜਿਹੜੇ ਸਿੱਖੀ ਦੇ ਨਾਲ ਪਿਆਰ ਕਰਨ ਵਾਲੇ ਨੇ ਤੇ ਜਿਹੜਾ ਸੱਚ ਤੇ ਪਹਿਰਾ ਦੇਣ ਵਾਲੇ ਨੇ, ਅੱਜ ਵੀ ਐਸੇ ਸਿੱਖ ਗੁਰੂ ਦੇ ਨਾਲ ਜਿਹੜੇ ਨੇ ਉਹ ਉੱਥੇ ਮੌਜੂਦ ਹਨ ਜੀ। ਕੱਲ ਤੋਂ ਬਾਅਦ ਜੀ ਇੰਡੀਆ ਜਾਗਰਤੀ ਆ ਗਈ ਆ, ਪੰਜਾਬ ਸਾਰਾ ਜਾਗ ਉੱਠਿਆ ਆ। ਸਿਰਫ ਇਹ ਹੀ ਆ ਵੀ ਪੀਸਫੁਲ ਮੀਨਸ ਦੇ ਨਾਲ ਸਭ ਕੁਝ ਹੋ ਸਕਦਾ, ਵਾਇਲੈਂਸ ਦੇ ਨਾਲ ਕੁਝ ਨਹੀਂ ਹੋਣਾ। ਵੀਰ ਜੀ ਤੁਸੀਂ ਕੀ ਸੋਚਦੇ ਹੋ ਕਿ ਜਿਹੜਾ ਕੱਲ ਇਹ ਫਾਂਸੀ ਦੀ ਰੋਕ ਲੱਗੀ ਹੈ ਵੀ ਇਹਦੇ ਨਾਲ ਅਸੀਂ ਅਜੇ ਤੱਕ ਕੀ ਇਹ ਸ਼ੁਰੂਆਤ ਹੋਈ ਹੈ ਸਾਡੀ ਸਫਲਤਾ ਦੀ, ਕਿ ਜਾਂ ਅੱਗੋਂ ਆਪਾਂ ਕੀ ਕਰਨਾ ਚਾਹੀਦਾ, ਸਾਰੀ ਸਿੱਖ ਕੌਮ ਨੂੰ, ਸਮੁੱਚੇ ਸਿੱਖ ਪੰਥ ਨੂੰ ਅੱਗੋਂ ਕਿਸ ਤਰ੍ਹਾਂ ਸਾਨੂੰ ਚੱਲਣਾ ਚਾਹੀਦਾ? ਜਿਸ ਤਰ੍ਹਾਂ ਹੁਣ ਆ ਪਿਛਲੇ ਥੋੜੇ ਦਿਨਾਂ ਤੋਂ ਸੋਲੀਡਰਿਟੀ ਆਈ ਸਾਰਿਆਂ ਦੇ ਵਿਚਕਾਰ, ਸਾਰੇ ਕਲੋਜ਼ ਹੋ ਗਏ, ਸਾਰੇ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਜੀ। ਜਦੋਂ ਤੁਸੀਂ ਲੋਕਾਂ ਨੂੰ ਨਾ ਸ਼ਾਊਟ ਕਰ ਕਰਕੇ ਕੁਝ ਕੋਸ਼ਿਸ਼ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਕੰਮ ਕਰਾਉਣ ਦੀ, ਤਾਂ ਉਹ ਨਹੀਂ ਕਰਦੇ ਜੀ। ਪਿਆਰ ਨਾਲ ਬਹੁਤ ਕੁਝ ਹੋ ਸਕਦਾ ਜੀ। ਬੱਚੇ ਕੱਲ ਜਦੋਂ ਬੱਚੇ ਸੀਗੇ ਸਾਰੇ, ਛੋਟੇ ਤੋਂ ਲੈ ਕੇ ਵੱਡੇ ਤੱਕ, ਇੱਥੇ ਦੀ ਜਨਰੇਸ਼ਨ ਸੀਗੀ, ਔਰ ਜਦੋਂ ਤੁਸੀਂ ਕੋਈ ਗਲਤ ਮਲਤ ਨਾਰੇ ਲਾਉਣੇ ਆ ਜੀ, ਉਹ ਬੜੀ ਗਲਤ ਚੀਜ਼ ਆ। ਮਾਰ ਮਰਾਈਏ ਦੇ ਨਾਰੇ ਲਾਉਣੇ ਆ। ਪੀਸਫੁਲ ਮੀਨਸ ਜੋ ਭਾਈ ਬਲਵੰਤ ਸਿੰਘ ਹੁਣ ਕਹਿ ਰਹੇ ਆ ਜੀ, ਉਸ ਹਿਸਾਬ ਨਾਲ ਸਾਰਿਆਂ ਨੂੰ ਉਹਨਾਂ ਦੇ ਮਗਰ ਲੱਗਣਾ ਚਾਹੀਦਾ। ਸਾਨੂੰ ਨਵਾਂ ਲੀਡਰ ਮਿਲ ਗਿਆ ਜੀ ਜੀ ਜੀ। ਫੇ ਉਹਨਾਂ ਨੇ ਦੇਖੋ ਬੜੀ ਜੁਰਤ ਦੇ ਨਾਲ, ਤੇ ਉਹਨਾਂ ਦੀ ਸਭ ਤੋਂ ਵੀ ਜਿਹੜੀ ਵੱਡੀ ਸੇਧ ਹੈ ਕੌਮ ਨੂੰ, ਉਹਨਾਂ ਦੀ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ। ਤੇ ਜਿਵੇਂ ਉਹਨਾਂ ਨੇ ਆਪਣੇ ਆਪ ਨੂੰ ਸਾਰਾ ਆਪਾ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਅਰਪਣ ਕੀਤਾ ਜੀ। ਤੇ ਪਹਿਲਾਂ ਵੀ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਉਸ ਦਿਨ ਤੋਂ ਲੈ ਕੇ ਤੇ ਅਖੀਰ ਤੱਕ ਇੱਕ ਬੜੀ ਵੱਡੀ ਸੇਧ ਮਿਲਦੀ ਹੈ ਕਿ ਅਸੀਂ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਈਏ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਤੇ ਵੀਰ ਜੀ ਇਹ ਜਿਹੜਾ ਆਪਾਂ ਦੇਖਦੇ ਹਾਂ ਕਿ ਇੰਨਾ ਲੰਬਾ ਸਮਾਂ ਇਹਨਾਂ ਦਾ ਕੇਸ ਚੱਲ ਰਿਹਾ ਹੈ, ਤੇ ਉਹਦੇ ਬਾਰੇ ਤੁਸੀਂ ਥੋੜਾ ਜਿਹਾ ਦੱਸੋ ਕਿ ਇਹਦੇ ਬਾਰੇ ਕੀ ਸੁਣਨ ਵਿੱਚ ਆਪਾਂ ਨੂੰ ਮਿਲਿਆ ਕਿ ਜਿਹੜੇ ਉਹਨਾਂ ਦੇ ਵਕੀਲ ਸਨ ਤੇ ਉਹਨਾਂ ਵੱਲੋਂ ਵੀ ਕੋਈ ਕਤਾਈ ਕੀਤੀ ਗਈ ਹੈ ਕਿਸ ਤਰ੍ਹਾਂ? ਇਹਨਾਂ ਦਾ CBI ਨੇ ਵਕੀਲ ਕੀਤਾ ਹੋਇਆ ਸੀ M ਮਲਹੋਤਰਾ ਜੀ। ਉਹ ਨਾ ਤਾਂ ਕੁਆਲੀਫਾਈਡ ਵਕੀਲ ਸੀ, ਨਾ ਉਹ ਕੋਈ ਕੁਆਲੀਫਾਈਡ ਬੈਰਿਸਟਰ ਸੀਗਾ। ਅੱਛਾ ਜੀ। ਇਹ ਜਿਹੜਾ that was one of the I think the biggest cover up ਜੀ in his case। ਹਾਂਜੀ। It's only surfaced couple of days ago ਜੀ। and ਜੇ ਇੱਥੇ ਕਿਤੇ ਇਦਾਂ ਦਾ ਕੁਝ ਹੋਵੇ ਹਨਾ ਜੀ, the case would be thrown out immediately ਜੀ। ਹੁਣ ਇਹ ਇੰਡੀਆ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਆ ਉਹਦੇ ਬਾਰੇ ਤਾਂ ਇੰਨੀ ਨੌਲੇਜ ਹੈ ਨਹੀਂ ਸਾਨੂੰ ਜੀ, ਲੇਕਿਨ obviously ਹੁਣ ਸਾਨੂੰ like I said ਕਿ peaceful means ਸਾਨੂੰ ਤਕੜੇ ਬੈਰਿਸਟਰ ਕਰਕੇ ਜੀ, ਔਰ ਭਾਈ ਬਲਵੰਤ ਸਿੰਘ ਰਾਜੂਆਣਾ ਦੇ ਮਗਰ ਉਹਦੇ ਕੇਸ ਦੀ ਪੈਰਵੀ ਕਰਕੇ ਜੀ, get this case thrown out of courts and get him out and he's the leader ਜੀ। ਸੋ ਸਾਡਾ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਕਿ ਉਹਨਾਂ ਦੀ ਫਾਂਸੀ ਜਿਹੜੀ ਹੈ ਉਹਨੂੰ ਮਾਫ ਕਰਾਉਣ ਦੀ ਗੱਲ ਜਾਂ ਉਹਨੂੰ ਰੋਕਣ ਦੀ ਗੱਲ ਨਹੀਂ, ਕੈਂਸਲ ਕਰਨ ਦੀ ਗੱਲ ਨਹੀਂ। ਸਾਡਾ ਏਮ ਇਹ ਹੈ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ। ਹਾਂਜੀ, ਇਟਸ ਅ ਮਿਸ ਟ੍ਰਾਇਲ, ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ, 17 ਸਾਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੋ ਗਏ ਨੇ। ਤੇ ਉਹਨਾਂ ਦੀ ਇਹ ਸਾਰੀ ਜਿਹੜੀ ਗ੍ਰਿਫਤਾਰੀ ਹੈ ਇਹਨੂੰ ਵੀ ਖਤਮ ਕਰਕੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਤੇ ਨਾਲ ਆਪਾਂ ਸਿੱਖ ਕੌਮ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜਿਹੜੇ ਹੋਰ ਵੀ ਸਾਡੇ ਬੇਸ਼ੁਮਾਰ ਨੌਜਵਾਨ, ਜਗਤਾਰ ਸਿੰਘ ਹਵਾਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਲਾਲ ਸਿੰਘ, ਤੇ ਇਹ ਸਾਰੇ ਜਿਹੜੇ ਨੇ ਇਹਨਾਂ ਦੇ ਵਾਸਤੇ ਵੀ ਆਪਾਂ ਨੇ ਸੰਘਰਸ਼ ਜਿਹੜਾ ਉਹ ਜਾਰੀ ਰੱਖਣਾ। ਤੇ ਤੁਸੀਂ ਵੀਰ ਜੀ ਕੀ ਸੋਚਦੇ ਹੋ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ ਦਿੱਲੀ ਗਿਆ, ਨਾਲ ਅਵਤਾਰ ਸਿੰਘ ਮੱਕੜ ਗਏ, ਤੇ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਐਤਕੀ ਸਿੱਖ ਚੈਨਲ ਨੇ ਆਪਣਾ ਪ੍ਰਭਾਵ ਪਾਇਆ, ਹੋਰ ਬਾਹਰਲੇ ਦੇਸ਼ਾਂ ਦੇ ਮੀਡੀਆ ਨੇ ਵੀ ਆਪਣਾ ਉਹਨਾਂ ਤੇ ਪ੍ਰਭਾਵ ਪਾਇਆ, ਦਬਾਅ ਪਾਇਆ, ਤੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਫਰਜ਼ ਨੇ, ਜਦੋਂ ਅਕਾਲੀ ਦਲ ਬਣਿਆ ਸੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ, ਉਹ ਇਸੇ ਕਰਕੇ ਬਣੀ ਸੀ ਕਿ ਜਿਹੜੇ ਆਪਣੇ ਸਿੱਖਾਂ ਦੇ ਉੱਪਰ ਤਸ਼ੱਦਦ ਹੋ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ। ਤੇ ਅੱਗੋਂ ਅਸੀਂ ਕਿਸ ਤਰ੍ਹਾਂ ਇਹ ਬਾਦਲ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਇਹ ਦਬਾਅ ਪਾ ਸਕਦੇ ਹਾਂ ਕਿ ਉਹਨਾਂ ਬਾਰੇ ਸੋਚੇ? ਉਹਨਾਂ ਦੇ ਜਿਹੜੇ ਨੁਮਾਇੰਦੇ ਉਹ ਇੱਥੇ ਹੈਗੇ ਆ, ਸਾਰੇ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਆ ਜੀ। ਆਈ ਪਰਸਨਲੀ ਪੋਲਿਟਿਕਸ ਵਿੱਚ ਨਹੀਂ ਇੰਨਾ ਹਿੱਸਾ ਲੈਂਦੇ ਅਸੀਂ ਜੀ, ਲੇਕਿਨ ਇੱਥੇ ਕਾਂਗਰਸ ਵੀ ਹੈਗੇ ਆ, ਇੱਥੇ ਅਕਾਲੀ ਵੀ ਹੈਗੇ ਆ, ਇੱਥੇ ਸਾਰੇ ਤਰ੍ਹਾਂ ਦੇ ਬੰਦੇ ਬੈਠੇ ਆ ਜੀ। ਇਹ ਜਿਹੜੇ ਬੰਦੇ ਆ ਉਹ ਹੀ ਇਹਨਾਂ ਨੂੰ ਦਬਾਅ ਪਾ ਸਕਦੇ ਆ ਕਿ ਇਹ ਇਹਨਾਂ ਦੀਆਂ ਗੱਲਾਂ ਉਹ ਸੁਣਦੇ ਆ ਉੱਥੇ। ਔਰ ਕੱਲ ਦੋਨਾਂ ਪਾਰਟੀਆਂ ਚੋਂ ਬੰਦੇ ਆਏ ਹੋਏ ਸੀਗੇ ਜੀ ਐਮਬੈਸੀ ਦੇ ਬਾਹਰ। ਦੈਟ ਮੀਨਸ ਕਿ
ਕਿ ਇੱਥੇ ਕੱਲ ਕੋਈ ਕਾਂਗਰਸ ਨੇ ਦੇਖਿਆ, ਕਿਸੇ ਨੇ ਕੋਈ ਅਕਾਲੀ ਦਲ ਨੇ ਦੇਖਿਆ, ਸਾਰੇ ਇਕੱਠੇ ਹੋ ਗਏ ਭਾਈ ਬਲਵੰਤ ਸਿੰਘ ਰਾਜੂਆਣੇ ਦੀ ਸੋਚ ਦੇ ਮਗਰ ਸੀਗੇ ਜੀ। ਮੇਨ ਚੀਜ਼ ਉਹ ਆ। ਅੱਛਾ, ਹੁਣ ਜੇਲ੍ਹ ਜਿਹੜੀ ਆ ਪਟਿਆਲਾ ਜੇਲ੍ਹ ਦੇ ਬਾਹਰ ਲਿਖਿਆ ਆ ਪਟਿਆਲਾ ਕਰੈਕਸ਼ਨ ਸੈਂਟਰ ਜੀ, ਉਹਦਾ ਮਤਲਬ ਇਹ ਆ ਵੀ ਉਹ ਸੁਧਾਰ ਸੈਂਟਰ ਆ। ਹਾਂਜੀ। ਅੱਛਾ, ਅਗਰ ਸੁਧਾਰ ਸੈਂਟਰ ਆ ਤਾਂ ਉੱਥੇ ਲੋਕਾਂ ਦਾ ਸੁਧਾਰ ਕਰਨ ਨੂੰ ਲੈ ਕੇ ਜਾਂਦੇ ਅੰਦਰ। ਜੀ ਜੀ, ਇਹੀ ਆ ਨਾ। ਹਾਂਜੀ। ਅਗਰ ਹੁਣ ਉਹ ਸੁਧਾਰ ਦੀ ਜਗ੍ਹਾ ਤੇ ਉਹਨਾਂ ਨੂੰ ਪਸ਼ੂਆਂ ਦੇ ਵਾਂਗੂ ਅੰਦਰ ਬੰਦ ਕੀਤਾ ਹੋਇਆ ਆ ਜੀ ਜੀ, ਤਾਂ ਉਹ ਤਾਂ ਸੁਧਰੇ ਹੋਏ ਆ ਜੀ। ਹੁਣ ਤਾਂ ਉਹ ਵਾਇਲੈਂਸ ਦਾ ਨਾਮ ਹੀ ਨਹੀਂ ਲੈਂਦੇ ਜੀ ਜੀ। ਤੇ ਇਸ ਕਰਕੇ ਹੁਣ ਉਹ ਸੁਧਰੇ ਹੋਏ ਆ। ਇਹਦਾ ਮਤਲਬ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਅਗਰ ਉਹ ਸੁਧਰ ਗਏ ਤਾਂ ਉਹਨਾਂ ਨੂੰ ਥੋੜਾ ਥੋੜਾ ਛੱਡਣਾ ਸ਼ੁਰੂ ਕਰਨ। ਸੋ ਵੀਰ ਜੀ, ਆਪਾਂ ਵਿਚਾਰਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਆਪਣੇ ਸਿੰਘ ਸਾਹਿਬ, ਸਾਬਕਾ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ ਆਨੰਦਪੁਰ ਸਾਹਿਬ ਤੋਂ, ਇਹ ਜਿਹੜੇ ਨੇ ਸਾਡੇ ਨਾਲ ਲਾਈਨ ਤੇ ਨੇ। ਇਸ ਵੇਲੇ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਿੰਘ ਸਾਹਿਬ ਜੀ, ਤੁਸੀਂ ਇਸ ਵੇਲੇ ਸਿੱਖ ਚੈਨਲ ਤੇ ਲਾਈਵ ਸੰਗਤਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਤੇ ਇਹ ਸਾਰਾ ਸਿੱਖ ਚੈਨਲ UK, ਯੂਰਪ ਅਤੇ ਸੰਸਾਰ ਭਰ ਦੇ ਵਿੱਚ ਇਸ ਵੇਲੇ ਸੁਣਿਆ ਜਾ ਰਿਹਾ। ਸਿੰਘ ਸਾਹਿਬ ਜੀ, ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੇ ਕੱਲ ਦੇ ਹਾਲਾਤ ਨੇ, ਜੋ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਤਿੰਨਾਂ ਦੀ ਫਾਂਸੀ ਤੇ ਰੋਕ ਲਗਾਈ ਗਈ ਹੈ, ਤੇ ਇਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਪੰਜਾਬ ਵਿੱਚ ਹੁਣ ਕੀ ਹਾਲਾਤ ਚੱਲ ਰਹੇ ਨੇ ਤੇ ਇਹ ਜਿਹੜੀ ਰੋਕ ਲਗਾਈ ਗਈ ਹੈ ਅੱਗੋਂ ਸਾਡੇ ਕੀ ਏਮ ਨੇ, ਸਾਨੂੰ ਕੀ ਕਰਨਾ ਚਾਹੀਦਾ? ਪਹਿਲਾਂ ਤਾਂ ਮੈਂ ਸਾਰੀ ਗੁਰਸਿੱਖ ਸੰਗਤ ਨੂੰ ਜੀ ਬਹੁਤ ਮਾਣ ਪਿਆਰ ਨਾਲ ਸਤਿਕਾਰ ਨਾਲ ਫਤਿਹ ਬੁਲਾਉਣਾ ਜੀ। ਵੀਰ ਜੀ, ਜਿਹੜੇ ਵੀ ਸਿੱਖ ਚੈਨਲ ਦੇ ਸਰੋਤੇ ਨੇ ਔਰ ਜਿਨ੍ਹਾਂ ਨੂੰ ਵੀ ਇਸ ਸਿੱਖ ਚੈਨਲ ਦੇ ਰਾਹੀਂ ਗੁਰਮਤਿ ਨਾਲ ਸਿੱਖ ਪੰਥ ਦੀ ਚੜ੍ਹਦੀ ਕਲਾ ਨਾਲ ਲਗਾਓ ਹੈ, ਉਹਨਾਂ ਸਾਰਿਆਂ ਨੂੰ ਸਤਿਕਾਰ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹੁੰਦਾ ਹਾਂਜੀ ਕਿ ਇਹ ਕੱਲ ਦਾ ਦਿਨ ਜਿਹੜਾ ਹੈ ਸਾਡੇ ਲਈ ਇਤਿਹਾਸਕ ਦਿਨ ਸਿੱਖ ਕੌਮ ਲਈ, ਸਿੱਖ ਪੰਥ ਲਈ ਹੋ ਨਿਬੜਿਆ ਹੈ ਜੀ। ਇਹ ਕੁਝ ਖਾਸ ਪਹਿਲੂ ਨੇ ਜਿਸ ਪੱਖੋਂ ਮੈਂ ਇਹ ਗੱਲ ਤੁਹਾਡੇ ਨਾਲ ਕਰ ਰਿਹਾ ਬੜੀ ਸੰਤੁਸ਼ਟੀ ਤੇ ਮਾਣ ਨਾਲ ਜੀ। ਇਸ ਦਾ ਇਹ ਕਿ ਇਸ ਇਸ਼ੂ ਤੇ ਹਾਂਜੀ ਸ੍ਰੀ ਅਕਾਲ ਤਖਤ ਸਾਹਿਬ ਨੇ ਸਿੱਧੇ ਤੌਰ ਤੇ ਹਾਂਜੀ ਐਕਸ਼ਨ ਲਿਆ, ਆਪਣੀ ਸ਼ਮੂਲੀਅਤ ਕੌਮ ਦੀ ਚੜ੍ਹਦੀ ਕਲਾ ਦੀ ਦਰਸਾਈ ਉਸ ਗੁਰਸਿੱਖ ਦੇ ਨਾਲ ਜੀ। ਦੂਸਰਾ ਇਹ ਹੋਇਆ ਕਿ ਸਮੁੱਚੇ ਸਿੱਖ ਪੰਥ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਆਪਣੀ ਸਮਰਪਣ ਭਾਵਨਾ ਪ੍ਰਗਟ ਕੀਤੀ ਜੀ ਔਰ ਆਪਣੀ ਪੰਥਕ ਏਕਤਾ ਦਾ ਸਬੂਤ ਦੇ ਕੇ ਜੋ ਕੁਝ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਖਿਆ ਗਿਆ ਹਾਂਜੀ ਉਹ ਸਾਰਿਆਂ ਨੇ ਸਿਰ ਮੱਥੇ ਕਬੂਲ ਕੀਤਾ ਜੀ ਜੀ। ਤੀਸਰੀ ਗੱਲ ਇਹਦੇ ਵਿੱਚ ਇਹ ਹੋਈ ਕਿ ਰਾਜਨੀਤਿਕ ਪਾਰਟੀ ਜਿਹੜੀਆਂ ਸਾਡੀਆਂ ਅਕਾਲੀ ਦਲ ਦੇ ਰੂਪ ਵਿੱਚ ਜਾਂ ਹੋਰ ਧਾਰਮਿਕ ਜਥੇਬੰਦੀਆਂ ਜੀ, ਸਾਰਿਆਂ ਨੇ ਇਹਦੇ ਵਿੱਚ ਆਪੋ ਆਪਣੀ ਸਰਗਰਮੀ ਦਿਖਾਈ ਔਰ ਜਿੱਥੇ ਜਿੱਥੇ ਵੀ ਕੋਈ ਅਕਾਲ ਤਖਤ ਦੇ ਹੁਕਮ ਅਨੁਸਾਰ ਇਕੱਠ ਕਰਨੇ ਸੀਗੇ ਸ਼ਾਂਤਮਈ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜੀ। ਇਹ ਰਾਜਨੀਤਿਕ ਪਾਰਟੀਆਂ ਨੇ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਇਸ ਤਰੀਕੇ ਨਾਲ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਮਰਪਿਤ ਹੁੰਦਿਆਂ ਜੀ ਆਪਣੀ ਅਕਾਲੀ ਸੋਚ ਦਾ ਪ੍ਰਗਟਾਵਾ ਕੀਤਾ, ਉਹ ਵੀ ਆਪਣੇ ਆਪ ਵਿੱਚ ਸ਼ਲਾਘਾਯੋਗ ਹੋਇਆ। ਸ਼ਲਾਘਾਯੋਗ ਜੀ ਜੀ। ਇਹਦੇ ਵਿੱਚ ਇੱਕ ਹੋਰ ਗੱਲ ਜਿਹੜੀ ਮੈਂ ਧਾਰਮਿਕ ਪੱਖ ਤੋਂ, ਸਿੱਖੀ ਪੱਖ ਤੋਂ ਕਹਿਣੀ ਚਾਹੁੰਦਾ ਉਹ ਇਹ ਕਿ ਸਰਦਾਰ ਬੇਅੰਤ ਸਿੰਘ ਦੇ ਪਰਿਵਾਰ ਨੇ ਹਾਂਜੀ ਖਾਸ ਤੌਰ ਤੇ ਉਹਨਾਂ ਦੀਆਂ ਬੱਚੀਆਂ ਨੇ, ਬੇਟੀਆਂ ਨੇ, ਜਿਸ ਤਰੀਕੇ ਨਾਲ ਸਿੱਖ ਸੋਚ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਜੀ ਬਿਆਨ ਦਿੱਤੇ ਕਿ ਅਸੀਂ ਹਾਂਜੀ ਸਾਹਿਬ ਬਲਵੰਤ ਸਿੰਘ ਰਾਜੋਆਣਾ ਉਹਦੀ ਮੁਆਫੀ ਲਈ ਜਿਹੜੀ ਫਾਂਸੀ ਦੀ ਸਜ਼ਾ ਉਹਨੂੰ ਸੁਣਾਈ ਗਈ ਹੈ ਉਹਦੀ ਮੁਆਫੀ ਲਈ ਜੇ ਸਾਨੂੰ ਕੋਰਟ ਤੱਕ ਵੀ ਜਾ ਕੇ ਅਪੀਲ ਕਰਨੀ ਪਈ ਤੇ ਅਸੀਂ ਕਰਾਂਗੇ, ਕਿਉਂਕਿ ਸਿੱਖ ਦੇ ਅੰਦਰ ਗੁਰੂ ਨੇ ਜਿਹੜੀ ਸੋਚ ਪਾਈ ਹੈ ਅਸੀਂ ਉਸ ਦੇ ਧਾਰਨੀ ਹੈਗੇ ਹਾਂ ਤੇ ਉਹਦਾ ਪ੍ਰਗਟਾਵਾ ਕਰਦੇ ਹਾਂ ਔਰ ਅਸੀਂ ਕਿਸੇ ਤਰ੍ਹਾਂ ਦੀ ਕੋਈ ਸਾਡੇ ਮਨ ਚ ਜਿਹੜੀ ਬਦਲੇ ਦੀ ਭਾਵਨਾ ਜਾਂ ਕੋਈ ਸਾਡੇ ਮਨ ਚ ਇਸ ਤਰ੍ਹਾਂ ਦੀ ਨਹੀਂ ਹੈ। ਇਹ ਜਿਹੜੀ ਉਹਨਾਂ ਦੇ ਪਰਿਵਾਰ ਵੱਲੋਂ ਵੀ ਇਸ ਤਰ੍ਹਾਂ ਸਿੱਖੀ ਸੋਚ ਦਾ ਪ੍ਰਗਟਾਵਾ ਹੋਇਆ ਇਹ ਵੀ ਆਪਣੇ ਆਪ ਵਿੱਚ ਬਹੁਤ ਸ਼ਲਾਘਾਯੋਗ ਗੱਲ ਹੋਈ। ਸਿੰਘ ਸਾਹਿਬ ਜੀ, ਆਪ ਜੀ ਨੇ ਬੜੀ ਵੱਡੀ ਗੱਲ ਕਹੀ ਉਹਨਾਂ ਦੇ ਬੇਅੰਤ ਸਿੰਘ ਦੇ ਪਰਿਵਾਰ ਬਾਰੇ, ਉਹਨਾਂ ਨੇ ਵੀ ਜਿਹੜੀ ਸਹਿਮਤੀ ਪ੍ਰਗਟਾਈ ਹੈ
ਤੇ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਸੀਂ ਉਸ ਪਰਿਵਾਰ ਦਾ ਵੀ ਹੋਰ ਸਾਥ ਲਈਏ ਤੇ ਇਹ ਸਾਰਾ ਕੰਮ ਜਿਹੜਾ ਇਹ ਚੜ੍ਹਦੀ ਕਲਾ ਵਿੱਚ ਨਿਪਟਾਰਾ ਹੋ ਸਕਦਾ ਇਸ ਦਾ। ਬਿਲਕੁਲ, ਮੈਂ ਦੇਖੋ ਹਮੇਸ਼ਾ ਹੀ ਇਸ ਸੋਚ ਦਾ ਧਾਰਨੀ ਰਿਹਾ ਕਿ ਗਲਤੀਆਂ ਮਨੁੱਖਾਂ ਕੋਲੋਂ ਹੁੰਦੀਆਂ ਨੇ, ਨਾ ਸਮਝੀਆਂ ਹੁੰਦੀਆਂ, ਕਿਤੇ ਹੰਕਾਰ ਦਾ, ਕਿਤੇ ਕ੍ਰੋਧ ਦਾ, ਕਿਤੇ ਈਰਖਾ ਦਾ ਪ੍ਰਗਟਾਵਾ ਅਕਸਰ ਸਾਡੇ ਮਨੁੱਖ ਕਹਾਉਣ ਵਾਲਿਆਂ ਦੇ ਅੰਦਰੋਂ ਹੁੰਦਾ ਰਹਿੰਦਾ ਹੈ ਜੀ। ਪਰ ਗੁਰੂ ਨੇ ਸਾਨੂੰ ਇੱਕ ਜਿਹੜੀ ਸੋਚ ਦਿੱਤੀ ਹੈ ਕਿ ਜੇ ਗਲਤੀ ਕਰਕੇ ਉਸ ਗਲਤੀ ਦਾ ਅਹਿਸਾਸ ਕਰਦਿਆਂ ਹੋਇਆਂ ਖਿਮਾ ਜਾਚਨਾ ਵਾਲੇ ਪਾਸੇ ਅਸੀਂ ਤੁਰ ਪਈਏ, ਗੁਰੂ ਕੋਲੋਂ ਇੱਕ ਦੂਜੇ ਦੇ ਲਈ ਸਮਤ ਮੰਗਣ ਵਾਸਤੇ ਸੱਚੇ ਪਾਤਸ਼ਾਹ ਅੱਗੇ ਝੋਲੀ ਅੱਡੀਏ, ਗੁਰਮੁਖ ਦਸੋ ਸਭਾ ਵਿਛਾਏ ਵਾਲੀ ਬਿਰਤੀ ਨਾਲ ਅਸੀਂ ਜੇ ਗੁਰੂ ਦੇ ਵਕਤ ਮੂੰਹ ਕਰਕੇ ਤੁਰੀਏ ਤੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਬਿਨਾਂ ਵਜ੍ਹਾ ਤੋਂ ਅਸੀਂ ਆਪਣੇ ਕੌਮ ਦੇ ਅੰਦਰ, ਪਰਿਵਾਰਾਂ ਅੰਦਰ, ਨਿੱਜੀ ਜੀਵਨ ਚ ਪਾਈਆਂ ਹੋਈਆਂ ਨੇ, ਉਹਨਾਂ ਦਾ ਬਹੁਤ ਛੇਤੀ ਔਰ ਸੌਖੇ ਤਰੀਕੇ ਨਾਲ ਹੱਲ ਨਿਕਲ ਸਕਦਾ। ਸੋ ਸਿੰਘ ਸਾਹਿਬ, ਤੁਹਾਡਾ ਕਹਿਣ ਤੋਂ ਭਾਵ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਜਥੇਬੰਦੀਆਂ, ਸਾਰੇ ਜਿੰਨੀਆਂ ਵੀ ਸੁਸਾਇਟੀਆਂ, ਧੜੇਬੰਦੀਆਂ ਨੇ, ਉਹ ਸਾਰੀਆਂ ਇਕੱਠੀਆਂ ਹੋ ਕੇ ਤੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਆਈਏ। ਹਮੇਸ਼ਾ ਹੀ ਇਹ ਸੋਚ ਸਾਡੀ ਸਾਰੇ ਸਿੱਖਾਂ ਦੀ, ਸਾਰੇ ਸੰਸਾਰ 'ਚ ਰਹਿਣੀ ਚਾਹੀਦੀ ਹੈ। ਦੇਖੋ, ਬੜੀ ਸਪਸ਼ਟ ਗੱਲ ਮੈਂ ਇਸ ਪੱਖੋਂ ਕਹਿਣੀ ਚਾਹੁੰਦਾ ਕਿ ਅਸੀਂ ਜੋ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਹੈ ਉਹਦੇ ਅਨੁਸਾਰ ਜਦੋਂ ਰੋਜ਼ ਅਰਦਾਸ ਕਰਦੇ ਹਾਂ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਰੱਖਿਆ ਰਿਆਇਤ, ਹਰ ਸਿੱਖ ਭਰਾ ਦੇ ਲਈ ਜਿੱਥੇ ਜਿੱਥੇ ਵੀ ਉਹ ਬੈਠਾ ਉਹਦੇ ਲਈ ਰੱਖਿਆ ਰਿਆਇਤ ਆਪਣੇ ਸਤਿਗੁਰੂ ਕੋਲੋਂ, ਆਪਣੇ ਵਾਹਿਗੁਰੂ ਕੋਲੋਂ ਮੰਗਦੇ ਹਾਂ ਔਰ ਨਾਮ ਚਿਤ ਆਉਣ ਦੀ ਤੇ ਨਾਮ ਚਿਤ ਆਵਨ ਦਾ ਸਦਕਾ ਸਰਬ ਸੁੱਖ ਦੀ ਮੰਗ ਕਰਦੇ ਹਾਂ ਆਪਣੇ ਤੋਂ ਵੀ ਪਹਿਲਾਂ, ਤਾਂ ਫਿਰ ਇਸ ਅਰਦਾਸ ਨੂੰ ਜਦੋਂ ਵੀ ਕਿਤੇ ਅਮਲੀ ਰੂਪ ਦੇਣ ਦਾ ਸਮਾਂ ਆਉਂਦਾ ਹੈ ਤਾਂ ਸਾਨੂੰ ਇਸ ਅਰਦਾਸ ਦੇ ਬੋਲ ਗੁਰਮਤਿ ਦੀ ਅਗਵਾਈ ਇਹ ਚੇਤੇ ਰੱਖ ਕੇ ਫੈਸਲੇ ਲੈਣੇ ਚਾਹੀਦੇ ਹੈ, ਭਾਵੇਂ ਅਸੀਂ ਕੌਮੀ ਤੌਰ ਤੇ, ਭਾਵੇਂ ਜਥੇਬੰਦਕ ਤੌਰ ਤੇ ਲਈਏ। ਅੱਜ ਵੀ ਕੱਲ ਹੁਣ ਜਿੱਦਾਂ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਆਪਣੀ ਗੁਰਮਤਿ ਸੋਚ ਦਾ, ਪੰਥਕ ਸੋਚ ਦਾ ਪ੍ਰਗਟਾਵਾ ਕੀਤਾ, ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਘਟਨਾਕ੍ਰਮ ਚੱਲਦੇ ਰਹਿੰਦੇ ਹੁੰਦੇ ਨੇ, ਚੰਗੇ ਵੀ ਤੇ ਮਾੜੇ ਵੀ। ਸੋ ਸਿੰਘ ਸਾਹਿਬ ਜੀ, ਕੌਮਾਂ ਦੇ ਅੰਦਰ ਵੀ ਬਹੁਤ ਸਾਰੇ ਮਸਲੇ ਖੜੇ ਹੁੰਦੇ ਰਹਿੰਦੇ ਹੁੰਦੇ ਨੇ, ਵਿਚਾਰਾਂ ਦਾ ਵਖਰੇਵਾਂ ਹੋ ਜਾਂਦਾ ਹੈ, ਭਾਵੇਂ ਉਹ ਕਿਸੇ ਵੀ ਪੱਖ ਤੋਂ ਹੋਵੇ। ਜੇ ਉਸ ਨੂੰ ਅਸੀਂ ਕੌਮ ਦੀ ਚੜ੍ਹਦੀ ਕਲਾ ਲਈ, ਖਾਲਸਾ ਜੀ ਕੇ ਬੋਲ ਬਾਲੇ ਲਈ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਚੱਲੀਏ, ਜਿਹੜਾ ਵੀ ਕੋਈ ਮਸਲਾ ਹੈ ਉਸ ਦੇ ਵਿੱਚ ਬਜਾਏ ਆਪਣੀ ਵੱਖਰੀ ਵੱਖਰੀ ਸੁਰ ਬੁਲਾ ਕੇ ਸੰਸਾਰ ਨੂੰ ਤਮਾਸ਼ਾ ਦਿਖਾਈਏ, ਉਹਦੀ ਬਜਾਏ ਜੇ ਅਸੀਂ ਅਕਾਲ ਤਖਤ ਸਾਹਿਬ ਨੂੰ ਆਪਣੀ ਸਰਵਉੱਚ ਸੰਸਥਾ ਮੰਨ ਕੇ ਔਰ ਉੱਥੋਂ ਦੇ ਜਥੇਦਾਰ ਸਾਹਿਬ ਨੂੰ ਲਗਾਤਾਰ ਮਾਣ ਮਰਿਆਦਾ ਵਿੱਚ ਬੇਨਤੀਆਂ ਕਰ ਕਰਕੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਉੱਥੋਂ ਕਰਵਾਈਏ, ਸੋ ਸਿੰਘ ਸਾਹਿਬ ਜੀ ਇਹ ਤੁਹਾਡਾ ਹੀ ਜ਼ਿਆਦਾ ਚੰਗੇ ਤਰੀਕੇ ਨਾਲ ਹੀ ਸੰਸਾਰ ਵਿੱਚ ਆਪਣਾ ਸੇਵਾ ਕਰਨਾ ਚੜ੍ਹਦੀ ਕਲਾ ਵਾਲਾ ਔਰ ਗੁਰਮਤਿ ਸੋਚ ਵਾਲਾ, ਗੁਰਮੁਖਾਂ ਵਾਲਾ ਜਿਹੜਾ ਪ੍ਰਗਟਾਵਾ ਹੈ ਉਹ ਕਰ ਸਕਦੇ ਹਾਂ। ਸੋ ਸਿੰਘ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਿੱਖ ਕੌਮ ਨੂੰ ਆਪਣਾ ਸੰਦੇਸ਼ ਦਿੱਤਾ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਿੱਖ ਚੈਨਲ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅਰਦਾਸ ਹੈ ਕਿ ਤੁਸੀਂ ਸਾਰੇ ਸਿੱਖ ਚੈਨਲ ਦੇ ਪ੍ਰਬੰਧਕ, ਪਤਵੰਤੇ ਸੱਜਣ ਔਰ ਤੁਹਾਡੇ ਰਾਹੀਂ ਗੁਰੂ ਦੀ ਗੱਲ ਨੂੰ ਸੁਣਨ ਵਾਲੇ, ਗ੍ਰਹਿਣ ਕਰਨ ਵਾਲੇ ਜਿੰਨੇ ਵੀ ਸਰੋਤੇ ਗੁਰੂ ਪਿਆਰੇ ਨੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਕੁਝ ਗੱਲਾਂ ਸਾਹਿਬ ਦੇ ਗੁਰੂ ਪੰਥ ਬਾਰੇ ਔਰ ਗੁਰਮਤਿ ਬਾਰੇ ਕਰਨ ਦਾ ਇਸ ਮੌਕੇ ਤੇ। ਸਿੰਘ ਸਾਹਿਬ, ਇੱਕ ਵਾਰੀ ਆਪ ਜੀ ਦਾ ਫੇਰ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ, ਸਾਡੇ ਅਗਲੇ ਕਾਲਰ ਜਿਹੜੇ ਆਸਟ੍ਰੇਲੀਆ ਤੋਂ ਅਕਾਲੀ ਗੁਰਤੇਜ ਸਿੰਘ ਇਸ ਵੇਲੇ ਲਾਈਨ ਤੇ ਨੇ, ਆਪਾਂ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਹਾਡਾ ਸਿੱਖ ਚੈਨਲ ਤੇ ਸਵਾਗਤ ਹੈ ਤੇ ਤੁਸੀਂ ਇਸ ਵੇਲੇ ਲਾਈਵ ਸੰਗਤਾਂ ਦੇ ਨਾਲ ਗੱਲਬਾਤ ਕਰ ਰਹੇ ਹੋ। ਤੇ ਵੀਰ ਜੀ, ਅਸੀਂ ਪੁੱਛਣਾ ਚਾਹਾਂਗੇ, ਕੱਲ ਜੋ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਤੇ ਇਹਨਾਂ ਦੀ ਫਾਂਸੀ ਦੀ ਸਜ਼ਾ ਤੇ ਰੋਕ ਲਗਾਈ ਗਈ ਹੈ, ਤੇ ਇਸ ਦੇ ਬਾਰੇ ਤੇ ਅੱਗੋਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਹਾਲਾਤ ਚੱਲ ਰਹੇ ਨੇ, ਇਸ ਦੇ ਸੰਬੰਧ ਵਿੱਚ ਥੋੜਾ ਸੰਗਤਾਂ ਦੇ ਨਾਲ ਸਾਂਝਾ ਕਰੋ ਜੀ। ਭਾਈ ਸਾਹਿਬ, ਜਿੱਦਾਂ 13 ਮਾਰਚ ਤੋਂ ਇਹ ਗੱਲ ਬਾਹਰ ਆਈ ਆ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ, ਉਸ ਵਕਤ ਤੋਂ ਹੀ ਪੂਰੇ ਕੰਸਰਨ ਦੇ ਵਿੱਚ ਆਸਟ੍ਰੇਲੀਆ ਦੀ ਸੰਗਤ ਤੇ ਅਸੀਂ
ਸਾਰੇ ਹੀ ਮੰਨ ਲਓ ਕਮੇਟੀਆਂ ਦੇ ਨਾਲ ਰਾਬਤੇ ਦੇ ਵਿੱਚ ਪੂਰੀ ਆਸਟ੍ਰੇਲੀਆ ਦੀ ਸੰਗਤ ਦੇ ਨਾਲ, ਪਰ ਅਸੀਂ ਇਹ ਵੇਟ ਕਰ ਰਹੇ ਸੀ ਅਕਾਲ ਤਖਤ ਤੋਂ ਕੋਈ ਤਕੜਾ ਪ੍ਰੋਗਰਾਮ ਦਿੱਤਾ ਜਾਵੇ। ਜੀ ਜੀ ਜੀ। ਤੇ ਜਿਸ ਤਰ੍ਹਾਂ ਅਸੀਂ ਪੰਥਕ ਜਥੇਬੰਦੀਆਂ ਦੇ ਵਿੱਚ ਵੀ ਸੰਪਰਕ ਦੇ ਵਿੱਚ ਸੀਗੇ, ਭਾਈ ਦਲਜੀਤ ਸਿੰਘ ਬਿੱਟੂ, ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਸਾਰਿਆਂ ਦੇ ਨਾਲ, ਪਰ ਜਦੋਂ 23 ਤਰੀਕ ਨੂੰ ਫੈਸਲਾ ਅਕਾਲ ਤਖਤ ਤੋਂ ਕੋਈ ਕਰੜਾ ਨਹੀਂ ਆਇਆ ਤੇ ਫਿਰ 23 ਤਰੀਕ ਦੀ ਸ਼ਾਮ ਨੂੰ ਹੀ ਅਸੀਂ 24 ਤਰੀਕ ਦੀ ਸ਼ਾਮ ਨੂੰ ਅਸੀਂ ਇੱਕ ਮੀਟਿੰਗ ਕੀਤੀ ਤੇ ਫਿਰ ਪੂਰੇ ਆਸਟ੍ਰੇਲੀਆ ਦੀਆਂ ਜੋ ਸਿੱਖ ਜਥੇਬੰਦੀਆਂ ਗੁਰਦੁਆਰਾ ਕਮੇਟੀਆਂ ਨੇ ਫੈਸਲਾ ਕੀਤਾ ਕਿ ਕੈਨਬਰਾ ਜੋ ਕਿ ਆਸਟ੍ਰੇਲੀਆ ਦੀ ਰਾਜਧਾਨੀ ਹੈ, ਉੱਥੇ ਪ੍ਰਧਾਨ ਮੰਤਰੀ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਵੇ ਤੇ ਇੱਕ ਬੜਾ ਜ਼ੋਰਦਾਰ ਭਾਰੀ ਰੋਸ ਮਾਰਚ ਉੱਥੇ ਕੀਤਾ ਜਾਵੇ। ਠੀਕ ਹੈ ਜੀ। ਭਾਵੇਂ ਕਿ ਸਮਾਂ ਸਾਡੇ ਕੋਲ ਸਿਰਫ ਤਿਆਰੀ ਦਾ 2 ਦਿਨ ਸੀਗਾ, ਅਸੀਂ 24 ਤਰੀਕ ਨੂੰ ਇਹ ਡਿਸਾਈਡ ਕਰਿਆ ਤੇ 28 ਤਰੀਕ ਨੂੰ ਕਰਨਾ ਸੀਗਾ, ਪਰ ਫਿਰ ਵੀ ਜੋ ਸੰਗਤਾਂ ਉਤਸ਼ਾਹ ਦੇ ਨਾਲ ਉੱਥੇ ਪਹੁੰਚੀਆਂ ਬੀਤੇ ਦਿਨ ਬੁੱਧਵਾਰ ਨੂੰ ਆਸਟ੍ਰੇਲੀਆ ਦੇ, ਤੇ 2500 ਦੇ ਕਰੀਬ ਉੱਥੇ ਜੋ ਸੰਗਤ ਪਹੁੰਚੀ ਹੈ ਤੇ ਬੜਾ ਜ਼ੋਰਦਾਰ ਮੁਜ਼ਾਹਰਾ ਹੋਇਆ ਤੇ ਜਿਸ ਦੇ ਵਿੱਚ ਬੁਲਾਰਿਆਂ ਨੇ ਸੰਬੋਧਨ ਕੀਤਾ ਤੇ ਜੋ ਖਾਸ ਗੱਲ ਇੱਥੇ ਹੋਈ ਤੇ ਜੋ ਭਾਈ ਬੇਅੰਤ ਸਿੰਘ, ਅਮਰਜੀਤ ਭਾਈ ਬੇਅੰਤ ਸਿੰਘ, ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸਜ਼ਾ ਜਾਫਤਾ ਕੀਤਾ ਸੀ, ਉਹਨਾਂ ਦੇ ਸਪੁੱਤਰ ਭਾਈ ਜਸਪਿੰਦਰ ਸਿੰਘ ਨੇ ਵੀ ਬੜੀ ਭਾਵਪੂਰਨ ਜੋ ਸਪੀਚ, ਬੜੀ ਇੰਸਪੀਰੇਸ਼ਨ ਵਾਲੀ ਸਪੀਚ ਜੋ ਦਿੱਤੀ। ਤੇ ਉਹਨਾਂ ਦੇ ਬੇਟੇ ਆਸਟ੍ਰੇਲੀਆ ਦੇ ਵਿੱਚ ਨੇ ਜੀ? ਜੀ, ਉਹਨਾਂ ਦੇ ਬੇਟੇ ਆਸਟ੍ਰੇਲੀਆ ਦੇ ਵਿੱਚ ਨੇ ਤੇ ਮੇਰੇ ਕੁਝ ਕੁ ਦੂਰੀ ਤੇ ਉਹ ਰਹਿੰਦੇ ਨੇ ਇੱਥੇ ਤੇ ਉਹ ਇੱਥੇ ਪੜ੍ਹਾਈ ਦੇ ਤੌਰ ਤੇ ਆਏ ਸੀ ਤੇ ਇੱਥੇ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਦੇ ਸੀਨੀਅਰ ਆਗੂ ਆ। ਠੀਕ ਹੈ ਵੀਰ ਜੀ। ਜੀ ਤੇ ਜਿਹੜਾ ਤੁਸੀਂ ਅਗਲੇ ਪ੍ਰੋਗਰਾਮ ਦੀ ਗੱਲ ਕੀਤੀ, ਜਿੱਦਾਂ ਕਿ ਖਬਰਾਬਾਦ ਦੇ ਵਿੱਚ, ਇੱਥੇ ਇੱਕ ਮੈਂ ਹੋਰ ਗੱਲ ਦੱਸਣਾ ਚਾਹੁੰਦਾ ਕਿ ਇੰਡੀਅਨ ਏਜੰਸੀ ਵੱਲੋਂ ਜੋ ਉਹਨਾਂ ਤੁਹਾਨੂੰ ਪਤਾ ਇੱਥੇ ਵੀ ਬੰਦੇ ਹੋਣਗੇ, ਇੱਥੇ ਵੀ ਹੁੰਦੇ ਨੇ, ਤੇ ਜਦੋਂ ਅਸੀਂ ਮਾਰਚ ਤੁਹਾਨੂੰ ਪਤਾ ਕਿ ਤਿਆਰੀ ਕਰ ਰਹੇ ਸੀ, ਕੁਝ ਕੀ ਸਾਡੇ ਕੋਲ ਸਮਾਂ ਸੀ, ਉਹਨਾਂ ਵੱਲੋਂ ਇਹ ਖਬਰਾਂ ਫੈਲਾਈਆਂ ਗਈਆਂ ਕਿ ਇਹ ਮਾਰਚ ਕੈਂਸਲ ਹੋ ਗਿਆ ਤੇ ਜਾਂ ਕਿਸੇ ਹੋਰ ਜਗ੍ਹਾ ਹੋ ਰਿਹਾ, ਜਾਂ ਉਹਨਾਂ ਨੇ ਕਿਹਾ ਕਿ ਫਾਂਸੀ ਕੈਂਸਲ ਹੋ ਗਈ, ਏਦਾਂ ਦੀਆਂ ਕਿ ਮਾਰਚ ਤਾਂ ਕਰਕੇ ਕੈਂਸਲ ਹੋ ਗਿਆ। ਪਰ ਸਿੱਖ ਸੰਗਤ ਬੜੀ ਦ੍ਰਿੜ ਸੀ ਤੇ ਉਹਨਾਂ ਨੇ ਮੀਂਹ ਦੇ ਵਿੱਚ ਵੀ ਖੜ ਕੇ, ਮੀਂਹ ਵੀ ਪੈ ਰਿਹਾ ਸੀ ਕੈਨਬਰਾ ਉਸ ਵਕਤ, ਤੇ ਪਰ ਮੀਂਹ ਦੇ ਵਿੱਚ ਡਟੇ ਰਹੇ, ਜਿਸ ਤਰ੍ਹਾਂ ਤੁਸੀਂ ਵੀਡੀਓ ਜਾਂ ਹੋਰ ਫੋਟੋਆਂ ਦੇ ਵਿੱਚ ਦੇਖੋਗੇ, ਪਰ ਸੰਗਤਾਂ ਨੇ ਬੜੀ ਦ੍ਰਿੜਤਾ ਦੇ ਨਾਲ ਇਹ ਜੋ ਪ੍ਰੋਟੈਸਟ ਕੀਤਾ ਹੈ। ਸੋ ਵੀਰ ਜੀ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਤਰ੍ਹਾਂ ਤੁਹਾਡੇ ਕੋਲੋਂ ਆਸਟ੍ਰੇਲੀਆ ਦੇ ਬਾਰੇ ਸਾਰੇ ਜਾਣਕਾਰੀ ਲੈਂਦੇ ਰਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਆਸਟ੍ਰੇਲੀਆ ਤੋਂ ਸਰਦਾਰ ਗੁਰਤੇਜ ਸਿੰਘ ਜੀ, ਜਿਨ੍ਹਾਂ ਨੇ ਆਸਟ੍ਰੇਲੀਆ ਦੇ ਸਾਰੇ ਹਾਲਾਤ ਦੱਸੇ ਪਏ ਹੋਵੇ, ਉੱਥੇ ਵੀ ਕਿਵੇਂ ਸਿੱਖ ਕੌਮ ਜਾਗਰਤ ਹੈ। ਤੇ ਹੁਣ ਲਾਈਨ ਤੇ ਹਨ ਇੰਡੀਆ ਤੋਂ ਡਾਕਟਰ ਸੁਖਪ੍ਰੀਤ ਸਿੰਘ ਜੀ, ਉਦੋਂ ਕਿ ਅਸੀਂ ਉਹਨਾਂ ਤਾਈਂ ਸਾਂਝ ਕਰਦੇ ਹਾਂ ਫਤਿਹ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਡਾਕਟਰ ਸਾਹਿਬ ਜੀ, ਤੁਸੀਂ ਇਸ ਵੇਲੇ ਸਿੱਖ ਚੈਨਲ ਤੇ ਲਾਈਵ ਹੋ ਤੇ ਆਪ ਜੀ ਨੂੰ UK, ਯੂਰਪ ਤੇ ਸਾਰੇ ਸੰਸਾਰ ਭਰ ਦੇ ਵਿੱਚ ਸੁਣਿਆ ਜਾ ਰਿਹਾ। ਤੁਹਾਡਾ ਸਵਾਗਤ ਹੈ ਸਿੱਖ ਚੈਨਲ ਤੇ। ਤੇ ਡਾਕਟਰ ਸਾਹਿਬ, ਜੋ ਕੱਲ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੀ ਫਾਂਸੀ ਤੇ ਰੋਕ ਲਗਾਈ ਗਈ ਹੈ, ਇਸ ਦੇ ਬਾਬਤ ਅੱਗੂ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੌਮ ਨੂੰ ਕਿਵੇਂ ਉਪਰਾਲੇ ਕਰਨੇ ਚਾਹੀਦੇ ਨੇ, ਕੀ ਕੁਝ ਕਰਨਾ ਚਾਹੀਦਾ ਤੇ ਪੰਜਾਬ ਦੇ ਕੀ ਹਾਲਾਤ ਚੱਲ ਰਹੇ ਨੇ, ਇਹਦੇ ਬਾਰੇ ਸੰਗਤਾਂ ਦੇ ਨਾਲ ਆਪ ਜੀ ਵਿਚਾਰ ਸਾਂਝੇ ਕਰੋ। ਵੇਖੋ ਵੀ ਜੀ, ਇਸ ਤਰ੍ਹਾਂ ਹੈ ਕਿ ਜਿੰਨਾ ਕੌਮ ਦੇ ਵਿੱਚ 3 ਗੱਲਾਂ, ਰੋਹ, ਰੋਸ ਤੇ ਜਜ਼ਬਾ ਜੀ, ਕੌਮ ਨੇ ਬਹੁਤ ਹੀ ਇਕਸੁਰਤਾ ਦਾ, ਇੱਥੋਂ ਤੱਕ ਕਿ ਮੈਂ ਕਿਸੇ ਵੀ ਪਾਰਟੀ ਨੂੰ ਨਹੀਂ ਕਹਿ ਸਕਦਾ, ਚਾਹੇ ਉਹ ਮਾਨ ਸਾਹਿਬ ਨੇ, ਚਾਹੇ ਬਿੱਟੂ ਸਾਹਿਬ ਨੇ, ਚਾਹੇ ਬਾਦਲ ਹੈ, ਚਾਹੇ ਦਲ ਖਾਲਸਾ, ਜਥੇਬੰਦਕ ਘਾੜਤਾਂ ਤੋਂ ਉੱਪਰ ਉੱਠ ਕੇ ਕੌਮ ਨੇ ਜਿਹੜਾ ਹੈ ਆਪਣੇ ਇਕਸੁਰਤਾ ਦਾ, ਆਪਣੀ ਦ੍ਰਿੜਤਾ ਦਾ ਔਰ ਆਪਣੇ ਇਕੱਠ ਦਾ ਜਿਹੜਾ ਨਾ ਪ੍ਰਗਟਾਵਾ ਵਿਖਾਇਆ ਜੀ। ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਦੂਜੀ ਗੱਲ ਹੈ ਕਿ ਇਹ ਜਿਹੜੀ ਕਲੈਮੈਂਸੀ ਪਟੀਸ਼ਨ ਫਾਈਲ ਕੀਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪ੍ਰੈਜ਼ੀਡੈਂਟ ਆਫਿਸ ਦੇ ਵਿੱਚ, ਉਹਦੇ ਵਿੱਚ ਇਹ ਕਹਿ ਕੇ ਉਹਨਾਂ ਨੇ ਸਟੇ ਦੇ ਦਿੱਤਾ ਹੈ, ਇਹਨੂੰ ਰੋਕ ਜਾਂ ਇਹਨੂੰ ਰੱਦ ਨਾ ਸਮਝਿਆ ਜਾਵੇ। ਅੱਛਾ ਜੀ। ਉਹਨਾਂ ਨੇ ਇਹਨੂੰ ਇੱਕ ਤਰ੍ਹਾਂ ਦਾ ਸਟੇ ਦੇ ਦਿੱਤਾ ਹੈ ਕਿ ਜਿੰਨਾ ਚਿਰ ਤੱਕ ਜਿਹੜੇ ਭਾਈ ਹਵਾਰਾ ਹੋਣਾ ਨੂੰ, ਜਗਤਾਰ ਸਿੰਘ ਹਵਾਰਾ ਹੋਣਾ ਨੂੰ ਜਿਹੜੀ ਸਜ਼ਾ ਸੁਣਾਈ ਗਈ ਆ ਲਾਈਫ ਟਾਈਮ ਟਿਲ ਦਾ ਲਾਸਟ ਬ੍ਰੀਥ, ਅੰਤਮ ਸਾਹ ਤੱਕ ਲਾਈਫ ਪ੍ਰਿਜ਼ਨ ਜਿਹੜੀ ਹੈ ਜੀ, ਉਹਦਾ ਜਿੰਨਾ ਚਿਰ CBI ਵੱਲੋਂ ਉਹਦੇ ਖਿਲਾਫ ਅਪੀਲ ਕੀਤੀ ਗਈ ਹੈ ਕਿ ਸਜ਼ਾ ਥੋੜੀ ਹੈ, ਇਹਨਾਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ ਜੀ। ਸੋ ਉਹ ਕੇਸ ਸੁਪਰੀਮ ਕੋਰਟ 'ਚ ਚੱਲ ਰਿਹਾ ਹੈ ਤੇ ਇਸ ਕੇਸ ਨੂੰ ਵੀ ਉਸ ਕੇਸ ਦੇ ਨਾਲ ਜੋੜ ਦਿੱਤਾ ਗਿਆ ਕਿ ਜਿੰਨਾ ਚਿਰ ਤੱਕ ਉਸ ਕੇਸ ਦਾ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਤੱਕ ਸਟੇ ਹੈ। ਠੀਕ ਹੈ ਜੀ। ਇਹਦਾ ਮਤਲਬ ਇਹਦੇ 'ਚ ਸਾਨੂੰ ਹੋਰ ਸਮਾਂ ਮਿਲ ਗਿਆ, ਕਾਫੀ ਸਮਾਂ ਮਿਲ ਗਿਆ ਵੀ ਸਿੱਖ ਕੌਮ ਨੂੰ ਜਾਗਰਤ ਹੋਣ ਵਾਸਤੇ, ਵੀ ਅਸੀਂ ਜਿਹੜੇ ਸਾਡੇ ਜੇਲ੍ਹ ਦੇ ਵਿੱਚ ਬਾਕੀ ਨੌਜਵਾਨ ਨੇ, ਸਿੰਘ ਨੇ, ਉਹਨਾਂ ਬਾਰੇ ਵੀ ਆਪਾਂ ਸੋਚ ਸਕਦੇ
ਹਾਂ ਵੇਖੋ, ਉਹਦੇ ਵਿੱਚ ਦੋ ਗੱਲਾਂ ਨੇ ਕਿ ਜੇ ਅੱਜ ਜਿਸ ਤਰ੍ਹਾਂ ਦਾ ਸਮੁੱਚੀ ਕੌਮੀਅਤ ਨੇ ਜਿਸ ਤਰ੍ਹਾਂ ਦੇ ਇਕੱਠ ਦਾ ਪ੍ਰਗਟਾ ਕੀਤਾ ਜੀ, ਹੁਣ ਜੇਕਰ ਸਾਡੇ ਵਿੱਚ ਇਵੇਂ ਦੀ ਲੀਡਰਸ਼ਿਪ ਦਾ ਉਭਾਰ ਹੋਵੇ ਜਿਹੜਾ ਇਸ ਰੋਹ ਜੋਸ਼ ਤੇ ਜਜ਼ਬੇ ਦਾ ਕੌਮੀ ਹਿੱਤਾਂ 'ਚ ਫਾਇਦਾ ਲੈ ਸਕੇ ਜੀ, ਮੇਰਾ ਕਹਿਣ ਤੋਂ ਭਾਵ ਹੈ ਕਿ ਇਹ ਠੀਕ ਹੈ ਕਿ ਇਹ ਸਾਨੂੰ ਇੱਕ ਟਾਈਮ ਮਿਲ ਗਿਆ ਇੱਕ ਸ਼ਬਦਾਂ ਦੇ ਵਿੱਚ। ਹਾਂਜੀ ਹਾਂਜੀ, ਇਹਨੂੰ ਅਸੀਂ ਜਿੱਤ ਨਾ ਸਮਝੀਏ, ਇਹ ਸਮਝੀਏ ਕਿ ਇੱਕ ਤਰ੍ਹਾਂ ਦਾ ਸੀਜ਼ ਫਾਇਰ ਹੋਇਆ ਕੁਝ ਦਿਨਾਂ ਲਈ, ਜਿਹਦੇ ਵਿੱਚ ਸਾਨੂੰ ਅਗਲੀ ਜੰਗ ਦਾ ਮੌਕਾ ਮਿਲਿਆ ਜੀ। ਪਰ ਡਾਕਟਰ ਸਾਹਿਬ, ਹਾਂਜੀ, ਇਹ ਇੱਕ ਬਹੁਤ ਵੱਡਾ ਉਪਰਾਲਾ ਫਿਰ ਵੀ ਸਾਰੀ ਸਿੱਖ ਸੰਗਤ ਨੇ, ਜਿਹੜੇ ਕਿ ਆਪਣੇ ਜਿੰਨੇ ਵੀ ਸਿੱਖ ਸੰਗਤ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ, ਉਹਨਾਂ ਨੇ ਸਾਰਿਆਂ ਨੇ ਮਿਲ ਕੇ ਇਹ ਉਪਰਾਲਾ ਕੀਤਾ ਤੇ ਉਹਦੇ ਕਰਕੇ ਹੀ ਐਸਾ ਸਮਾਂ ਆਪਾਂ ਨੂੰ ਮਿਲ ਸਕਿਆ। ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ ਸੀ। ਮੈਂ ਕਹਿਣਾ ਕਿ ਇਹਦੇ ਵਿੱਚ ਸੰਗਤ ਦੀ ਦ੍ਰਿੜਤਾ ਦੀ ਤੇ ਏਕਤਾ ਦੀ ਜਿੱਤ ਹੈ, ਜਿਹੜਾ ਉਹਨਾਂ ਨੇ ਕਿਸੇ ਵੀ ਪੱਧਰ ਤੋਂ, ਕੋਈ ਵੀ ਪਾਰਟੀ ਹੈ, ਚਾਹੇ ਬਾਦਲ ਹੈ, ਚਾਹੇ ਮਾਨ ਸਾਹਿਬ ਨੇ, ਚਾਹੇ ਦਲਜੀਤ ਸਿੰਘ ਬਿੱਟੂ ਨੇ, ਸੰਗਤਾਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਸ ਮੁੱਦੇ ਨੂੰ ਆਪਣੇ ਨਾਲ ਜੋੜਿਆ ਜੀ। ਪਰ ਹੁਣ ਉੱਥੇ ਜ਼ਿੰਮੇਵਾਰੀ ਬਣ ਜਾਂਦੀ ਹੈ ਸਾਡੀ ਲੀਡਰਸ਼ਿਪ ਦੀ, ਖਾਸ ਕਰਕੇ ਜਿਹੜੀ ਲੀਡਰਸ਼ਿਪ ਪੰਥਕ ਏਜੰਡਿਆਂ ਦੇ ਉੱਪਰ ਕੰਮ ਕਰਦੀ ਹੈ, ਕਿ ਹੁਣ ਇਸ ਜੋਸ਼ ਨੂੰ ਬੇਸ਼ੱਕ ਕਿ ਅਸੀਂ ਕਹਿ ਰਹੇ ਹਾਂ ਕਿ ਇੱਕ ਤਰ੍ਹਾਂ ਦੀ ਸਾਡੀ ਜਿੱਤ ਹੋ ਗਈ ਹੈ, ਇਹਨੂੰ ਜਿੱਤ ਨਹੀਂ ਬਲਕਿ ਇੱਕ ਪੜਾਅ ਸਮਝ ਕੇ ਅਸੀਂ ਹੁਣ ਵੇਖੀਏ ਕਿ ਸਰਦਾਰ ਜਗਤਾਰ ਸਿੰਘ ਹਵਾਰਾ, ਦਵਿੰਦਰਪਾਲ ਸਿੰਘ ਭੁੱਲਰ, ਇਹਨਾਂ ਤੋਂ ਇਲਾਵਾ ਕੁਝ ਨੌਜਵਾਨ ਐਸੇ ਵੀ ਨੇ ਜਿਨ੍ਹਾਂ ਦੇ ਸਾਡੇ ਕੋਲ ਨਾਮ ਵੀ ਨੇ, ਜਿਹੜੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ, ਪੰਜਾਬ ਤੋਂ ਬਾਹਰ ਦੀਆਂ ਜੇਲ੍ਹਾਂ ਦੇ ਵਿੱਚ 1984 ਤੋਂ ਸੜ ਰਹੇ ਨੇ। ਮੈਂ ਕੁਝ ਜੇਲ੍ਹਾਂ ਦੇ ਵਿੱਚ ਵੇਖਿਆ ਕਿ ਉਹਨਾਂ ਨੂੰ ਕਸ਼ਹਿਰੇ 'ਚ ਨਾਲਾ ਤੱਕ ਨਹੀਂ ਪਾਉਣ ਦਿੱਤਾ ਜਾਂਦਾ। ਹੁਣ ਅਸੀਂ ਸਮੁੱਚੇ ਨੌਜਵਾਨਾਂ ਦੀ ਰਿਹਾਈ ਦੇ ਵਾਸਤੇ ਇਸ ਨੂੰ ਇੱਕ ਇਨਸਾਫ ਮੂਵਮੈਂਟ ਦਾ ਨਾਂ ਦਈਏ। ਠੀਕ ਹੈ ਜੀ। ਤੇ ਹੁਣ ਅਸੀਂ ਇੰਨੀ ਛੋਟੀ, ਜਿਸ ਤਰ੍ਹਾਂ ਕਹਿੰਦੇ ਨੇ ਕਿ ਬਹੁਤ ਵੱਡਾ ਜਜ਼ਬਾ ਤੇ ਛੋਟੀ ਪ੍ਰਾਪਤੀ ਤੇ ਛੋਟੀ ਖੁਸ਼ੀ ਦੇ ਉੱਪਰ ਕੇਂਦਰਿਤ ਨਾ ਹੋ ਕੇ ਰਹਿ ਜਾਈਏ ਜੀ। ਤੇ ਪਰ ਜੇ ਸਿਰਫ ਇਹੀ ਵੇਖੀਏ ਕਿ ਇੱਕ ਪੜਾਅ ਸੀਗਾ, ਜਿਸ ਪੜਾਅ ਵੱਲ ਅਸੀਂ ਤੁਰੇ ਹਾਂ, ਇਹ ਮੰਜ਼ਿਲ ਨਹੀਂ ਹੈ ਜੀ। ਤੇ ਡਾਕਟਰ ਸਾਹਿਬ, ਖਾਸ ਕਰਕੇ ਜਿਹੜੀਆਂ ਸਾਡੀਆਂ ਵਿਦੇਸ਼ ਦੀਆਂ ਸੰਗਤਾਂ ਨੇ, ਇਹਨਾਂ ਦਾ ਹੋਰ ਆਪਾਂ ਕੀ ਸਹਿਯੋਗ ਮਿਲ ਸਕਦਾ, ਕਿਵੇਂ ਅਸੀਂ ਕਰ ਸਕਦੇ ਹਾਂ ਵਿਦੇਸ਼ ਦੇ ਵਿੱਚ ਬੈਠੇ ਹੋਏ ਜਿਹੜੇ ਸਿੱਖ ਨੇ, ਤੇ ਜਿਸ ਢੰਗ ਦੇ ਨਾਲ ਇਹ ਜਿਹੜੀ ਜਿੱਦਾਂ ਹੁਣ ਪੰਜਾਬ ਸਰਕਾਰ ਹੈ ਇਹ ਤੇ ਸੈਂਟਰਲ ਜਿਹੜੀ ਸਰਕਾਰ ਹੈ ਉੱਤੇ, ਤੇ ਨਾਲ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਬਾਅ ਪਾ ਸਕੇ ਕਿਸੇ ਢੰਗ ਦੇ ਨਾਲ? ਵੇਖੋ ਵੀ ਜੀ, ਇਹ ਇਸ ਵਾਰੀ ਇੱਕ ਗੱਲ ਜਿਹੜੀ ਵੇਖਣ ਨੂੰ ਮਿਲੀ ਹੈ, ਹਾਂਜੀ, ਅਕਾਲ ਤਖਤ ਸਾਹਿਬ ਤੋਂ ਲੈ ਕੇ ਤਕਰੀਬਨ ਜਿਹੜੀਆਂ ਸਥਾਨਕ ਪੱਧਰ ਦੀਆਂ ਛੋਟੀਆਂ ਜਥੇਬੰਦੀਆਂ ਜੀ, ਹਰ ਇੱਕ ਨੇ ਆਪਣੀ ਭੂਮਿਕਾ ਯੋਗ ਤਰੀਕੇ ਨਾਲ ਨਿਭਾਈ ਆ ਜੀ। ਜਿਹੜੀਆਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਸੀ, ਉਹਨਾਂ ਨੇ ਵੀ, ਚਾਹੇ ਉਹਨਾਂ UNO ਦੇ ਬਾਹਰ ਆਪਣੀ ਗੱਲ ਨੂੰ ਮੁਜ਼ਾਹਰਾ ਕੀਤਾ ਹੈ, ਜਾਂ ਫਿਰ ਉਹਨਾਂ ਨੇ ਭਾਰਤੀ ਹਾਈ ਕਮਿਸ਼ਨ ਤੱਕ ਗੱਲ ਪਹੁੰਚਾਈ ਆ, ਜਾਂ ਫਿਰ ਉਹਨਾਂ ਨੇ ਹਿਊਮਨ ਰਾਈਟਸ ਜਿਹੜੀਆਂ ਆਰਗੇਨਾਈਜੇਸ਼ਨ ਹੈ ਉਹਨਾਂ ਦੇ ਰਾਹੀਂ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਜੀ। ਪਰ ਆ ਜਾ ਕੇ ਜਿਹੜਾ ਸੰਗਤ ਦੇ ਵਿੱਚ ਜਿਹੜੀ ਮੈਂ ਗੱਲ ਬਾਤ ਕਰ ਰਿਹਾ ਕਿ ਰੋਹ ਜੋਸ਼ ਤੇ ਜਜ਼ਬਾਤ ਜੀ, ਉਹਦੀ ਬਹੁਤ ਇਕਸੁਰਤਾ ਸੀ, ਪਰ ਜਿਹੜੀ ਘਾਟ ਰਹੀ ਹੈ ਕਿ ਕੌਮੀ ਲੀਡਰਸ਼ਿਪ ਹੁਣ ਪਤਾ ਨਹੀਂ ਇਸ ਮੂਵਮੈਂਟ ਨੂੰ ਕਿੰਨਾ ਅੱਗੇ ਲੈ ਕੇ ਜਾਊਗੀ। ਠੀਕ ਹੈ, ਮਤਲਬ ਉਹਦੇ ਵਾਸਤੇ ਜਿਹੜੀਆਂ ਵਿਦੇਸ਼ ਦੀਆਂ ਸੰਗਤਾਂ ਨੇ, ਇਹਨਾਂ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ, ਕਿਉਂਕਿ ਅਸੀਂ ਸਾਰੇ ਜਿੰਨੇ ਅਸੀਂ ਵਿਦੇਸ਼ਾਂ 'ਚ ਬੈਠੇ ਨਾ, ਜਦੋਂ ਅਸੀਂ ਕਹਿੰਦੇ ਕਿ ਪੰਜਾਬ 'ਚ ਰਾਜਨੀਤਿਕ ਧੜੇਬੰਦੀ ਆ, ਹਾਂਜੀ, ਤਾਂ ਜਿੰਨੇ ਵੀਰ ਅਸੀਂ ਵਿਦੇਸ਼ਾਂ 'ਚ ਬੈਠੇ ਆ, ਅਸੀਂ ਵੀ ਕਿਸੇ ਨਾ ਕਿਸੇ ਰੂਪ 'ਚ ਉਸੇ ਪੰਜਾਬ ਦੀ ਖੇਤਰੀ ਧੜੇਬੰਦੀ ਨਾਲ ਜੁੜੇ ਹੋਏ ਆ। ਜੀ ਜੀ ਜੀ। ਹਰ ਵੀਰ ਦਾ ਸੰਬੰਧ ਕਿਸੇ ਨਾ ਕਿਸੇ ਰੂਪ 'ਚ ਕਿਸੇ ਜਥੇਬੰਦੀ ਨਾਲ ਜ਼ਰੂਰ ਸਿੱਧੇ ਰੂਪ 'ਚ ਜੁੜਿਆ ਜੀ। ਤੇ ਹੁਣ ਅਸੀਂ ਜਿਹੜਾ ਸਰਕਾਰ ਤੇ ਦਬਾਅ ਪਾਉਣਾ ਸੀ ਉਹ ਤੇ ਪਾ ਲਿਆ, ਹੁਣ ਆਪਣੇ ਜਥੇਬੰਦਕ ਘਾਟ ਵਾਲੇ ਵੀਰਾਂ ਉੱਪਰ ਇੱਕ ਦਬਾਅ ਕਾਇਮ ਕਰੀਏ ਕਿ ਵੀਰੋ, ਸੰਗਤ ਨੇ ਇੰਨਾ ਜ਼ਿਆਦਾ ਹੁੰਗਾਰਾ ਦਿੱਤਾ ਹੈ, ਹੁਣ ਤੁਸੀਂ ਇਕੱਠੇ ਹੋ ਕੇ ਇਸ ਨੂੰ ਇੱਕ ਲੰਬੀ ਲੋਕ ਲਹਿਰ ਦੇ ਰੂਪ 'ਚ ਸੰਘਰਸ਼ ਨੂੰ ਸਿਰਜੋ ਜੀ। ਤੇ ਡਾਕਟਰ ਸਾਹਿਬ, ਇਹ ਦੱਸੋ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਨੇ ਆਪਣਾ ਸਾਰਾ ਸਮੁੱਚਾ ਸਿੱਖ ਪੰਥ, ਉਹ ਕੀ ਅਨੁਭਵ ਕਰ ਰਿਹਾ ਕੱਲ ਦਾ? ਕਿਉਂਕਿ ਅਸੀਂ ਜਦੋਂ ਦੇਖਿਆ ਇੱਥੇ ਸਿੱਖ ਚੈਨਲ ਦੇ ਰਾਹੀਂ ਦੇਖਿਆ ਕਿ ਸਾਰਾ ਪੰਜਾਬ ਹੀ ਜਿਹੜਾ ਸੀ ਉਹ ਕੇਸਰੀ ਰੰਗ ਦੇ ਵਿੱਚ ਰੰਗਿਆ ਹੋਇਆ ਸੀ, ਸਾਰਿਆਂ ਦੀ ਇਕਸੁਰਤਾ ਸੀ, ਤੇ ਅਸੀਂ ਆਪਣੀ ਹੋਸ਼ ਦੇ ਵਿੱਚ ਐਸਾ ਪਹਿਲੀ ਵਾਰੀ ਦੇਖਿਆ। ਤੁਹਾਡੇ ਕੀ ਖਿਆਲ ਨੇ? ਬਿਲਕੁਲ ਵੀਰ ਜੀ, ਤੁਹਾਨੂੰ ਦੱਸਿਆ ਨਾ ਕਿ ਲੋਕਾਂ ਨੇ ਕਿਸੇ ਵੀ ਧੜੇਬੰਦੀ ਤੋਂ, ਈਵਨ ਕਾਂਗਰਸੀ ਨੌਜਵਾਨ ਵੀ ਮੈਨੂੰ ਮਿਲੇ ਨੇ ਉਹਨਾਂ ਇਕੱਠਾਂ ਦੇ ਵਿੱਚ ਜੀ, ਕਿਸੇ ਵੀ ਨੌਜਵਾਨ ਨੇ ਇਸ ਮੁੱਦੇ ਦੇ ਉੱਪਰ ਆਪਣੀ ਪਾਰਟੀ, ਪਰਿਵਾਰ ਜਾਂ ਕਿਸੇ ਵੀ ਤਰ੍ਹਾਂ ਦੀ ਸਥਾਨਕ ਧੜੇਬੰਦੀ ਨੂੰ ਬਿਲਕੁਲ ਛੱਡ ਦਿੱਤਾ ਜੀ। ਇੱਕ ਬੜਾ ਚੰਗਾ ਸੰਕੇਤ ਹੈ, ਪਰ ਹੁਣ ਅਸੀਂ ਇਸ ਸੰਕੇਤ ਨੂੰ ਕੌਮੀ ਹਿੱਤਾਂ 'ਚ ਵਰਤਣ 'ਚ ਕਿੰਨੇ ਕਾਮਯਾਬ ਰਹੇ ਨੇ, ਇਹ ਸਵਾਲ ਸਾਡੇ ਸਾਹਮਣੇ ਹੈ। ਜੀ ਜੀ ਜੀ। ਹਾਂਜੀ ਵੀਰ ਜੀ। ਡਾਕਟਰ ਸਾਹਿਬ ਜੀ, ਵਾਹਿ ਖਾਲਸਾ ਵਾਹਿ ਫਤਿਹ ਜੀ। ਵਾਹਿ ਖਾਲਸਾ ਫਤਿਹ ਜੀ। ਡਾਕਟਰ ਸਾਹਿਬ ਜੀ, ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਸਰਦਾਰ ਬੇਅੰਤ ਸਿੰਘ ਦੇ ਪਰਿਵਾਰ ਨੇ ਸਹਿਮਤੀ ਦਿਖਾਈ ਆ, ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਉਹਨਾਂ ਵੱਲੋਂ ਕੋਈ ਸਟੇਟਮੈਂਟ ਦਿੱਤੀ ਜਾਂਦੀ ਆ ਜਾਂ ਜਿਸ ਤਰ੍ਹਾਂ ਦੀ ਸਹਿਮਤੀ ਅੱਗੇ ਦਿਖਾਈ ਜਾਂਦੀ ਆ, ਕਿ ਇਹ ਕੇਸ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਵਾਸਤੇ ਜਾਂ ਹੋਰ ਸਿੰਘ ਜੋ ਰਿਲੇਟਡ ਨੇ ਇਸ ਕੇਸ ਦੇ ਨਾਲ, ਉਹਨਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਜੀ?
ਵੇਖੋ ਵੀ ਜੀ, ਕਾਨੂੰਨੀ ਦਾਇਰੇ ਦੇ ਵਿੱਚ ਉਹਨਾਂ ਦੀ ਸਟੇਟਮੈਂਟ ਦਾ ਕੋਈ ਰਾਹਤ ਨਹੀਂ ਕਾਨੂੰਨੀ ਦਾਇਰੇ 'ਚ ਜੀ ਜੀ। ਉਹਦੇ ਕੁਝ ਕਾਰਨ ਨੇ ਕਿ ਜਿਹੜੇ ਇਸਲਾਮਿਕ ਕੰਟਰੀਜ਼ ਨੇ ਉੱਥੇ ਤਾਂ ਇਹ ਕਾਨੂੰਨ ਹੈ, ਮੁਹੰਮਦਨ ਕੰਟਰੀ 'ਚ ਜੀ, ਵੀ ਜੇ ਕੋਈ ਅਫੈਕਟਡ ਧਿਰ ਕੋਰਟ ਦੇ ਵਿੱਚ ਕਹਿ ਦਿੰਦੀ ਹੈ ਕਿ ਚਲੋ ਹੁਣ ਇਹਨਾਂ ਨੂੰ ਛੱਡ ਦਿੱਤਾ ਜਾਵੇ ਤਾਂ ਛੱਡ ਦਿੱਤਾ ਜਾਂਦਾ ਜੀ। ਪਰ ਸਾਡੇ ਸੰਵਿਧਾਨ ਦੇ ਵਿੱਚ ਇਵੇਂ ਦੀ ਕੋਈ ਗੱਲ ਨਹੀਂ। ਪਰ ਜਿਹੜੀ ਉਹਨਾਂ ਨੇ ਪਹਿਲ ਕਦਮੀ ਕੀਤੀ ਆ ਜੀ, ਵੇਖੋ ਮੈਂ ਕੋਈ ਕਾਂਗਰਸੀ ਨਹੀਂ, ਨਾ ਮੇਰਾ ਕੋਈ ਕਾਂਗਰਸ ਨਾਲ ਸੰਬੰਧ ਹੈ, ਪਰ ਇਸ ਮੁੱਦੇ ਤੇ ਆ ਕੇ ਜਿਹੜੀ ਉਹਨਾਂ ਪਹਿਲ ਕਦਮੀ ਕੀਤੀ ਹੈ, ਸਾਨੂੰ ਉਹਦਾ ਸਵਾਗਤ ਕਰਨਾ ਚਾਹੀਦਾ ਜੀ ਜੀ ਜੀ। ਸੋ ਡਾਕਟਰ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ। ਅਸੀਂ ਇਸੇ ਤਰ੍ਹਾਂ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਮੇਲ ਜੋਲ ਇਸੇ ਤਰ੍ਹਾਂ ਰੱਖ ਦਾਂਗੇ ਤੇ ਤੁਹਾਡੇ ਕੋਲ ਹਾਲਾਤ ਜਿਹੜੇ ਪੰਜਾਬ ਦੇ ਉਹ ਜਾਣਦੇ ਰਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਸੁਖਪ੍ਰੀਤ ਸਿੰਘ ਉਦੇਕੇ, ਜਿਹੜੇ ਕਿ ਇੰਡੀਆ ਤੋਂ ਸਾਡੇ ਨਾਲ ਪੰਜਾਬ ਤੋਂ ਲਾਈਵ ਗੱਲਬਾਤ ਕਰ ਰਹੇ ਸਨ, ਆਪਣੇ ਵਿਚਾਰ ਦੱਸੇ ਨੇ, ਜਿਨ੍ਹਾਂ ਤੇ ਸਤਿਗੁਰੂ ਸਾਹਿਬ ਜੀ ਦੀ ਬੜੀ ਕਿਰਪਾ ਹੈ। ਗੁਰੂ ਸਾਹਿਬ ਜੀ ਦੇ ਬਚਨ ਨੇ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਜਿਨ੍ਹਾਂ ਦੀ ਇਸ ਵੇਲੇ ਸਿੱਖ ਪੰਥ ਨੂੰ ਬੜੀ ਵੱਡੀ ਦੇਣ ਹੈ, ਇੱਡੀ ਛੋਟੀ ਉਮਰ ਦੇ ਵਿੱਚ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਇੰਨਾ ਗਿਆਨ ਬਖਸ਼ਿਆ ਹੈ, ਇੰਨੀ ਪੰਥ ਦੀ ਸੇਵਾ ਦੀ ਦਾਤ ਬਖਸ਼ੀ ਹੈ। ਸੋ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਤੇ ਸਾਡੇ ਕੋਲਰ ਜਿਹੜੇ ਨੇ ਅੱਗੇ ਲਾਈਨ ਤੇ ਨੇ, ਸਰਦਾਰ ਭੁਪਿੰਦਰ ਸਿੰਘ ਜੀ, ਜਿਹੜੇ ਕਿ ਕੈਨੇਡਾ ਤੋਂ ਗਏ ਹੋਏ ਹਨ, ਤਿੰਨਾਂ ਤਾਂ ਹੀ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਉਹ ਤੁਹਾਡਾ ਧੰਨਵਾਦ ਹੈ ਜੀ। ਸਾਡਾ ਤਾਂ ਅਸੀਂ ਤਾਂ ਦੇਖਣ ਵਿੱਚ ਆ ਰਿਹਾ ਹੈਗਾ ਕਿ ਬਹੁਤ ਉਤਸ਼ਾਹ ਸੀਗਾ ਜੀ ਰਾਜੇਵਾਲ ਦੇ ਮਗਰ। ਹਾਂਜੀ, ਤੇ ਬਾਕੀ ਕੋਈ ਪਾਰਟੀ ਨਹੀਂ ਸੀ, ਬਈ ਕਾਂਗਰਸ ਨਹੀਂ ਸੀ ਮਗਰ ਜਾਂ ਕੋਈ ਵੀ, ਸਾਰੇ ਬਹੁਤ ਉਤਸ਼ਾਹ ਦੇ ਨਾਲ ਹਾਂਜੀ ਸ਼ਾਂਤੀਪੂਰਨ ਲੇਕਿਨ ਸਾਰੇ ਬੰਦੇ ਬੈਠੇ ਆ। ਹਾਂਜੀ ਹਾਂਜੀ। ਤੇ ਵੀਰ ਜੀ, ਤੁਸੀਂ ਸੰਗਤਾਂ ਨੂੰ ਦੱਸੋ ਕਿ ਤੁਸੀਂ ਕੱਲ ਕਿਹੜੀ ਜਗ੍ਹਾ ਤੇ ਸਾਰਾ ਦ੍ਰਿਸ਼ ਦੇਖਿਆ ਸੰਗਤਾਂ ਦਾ? ਅਸੀਂ ਦੇਖੋ ਜੀ, ਮੈਂ ਗੁਰਾਇਆ ਸ਼ਹਿਰ ਦੇ ਵਿੱਚ ਦੇਖਿਆ ਜੀ। ਗੁਰਾਇਆ ਸ਼ਹਿਰ ਵਿੱਚ ਵੀ ਬਹੁਤ ਵੱਡਾ ਇਕੱਠ ਸੀ ਸਾਰੀਆਂ ਸਿੱਖ ਸੰਗਤਾਂ ਦਾ। ਹਾਂਜੀ ਹਾਂਜੀ, ਬਿਲਕੁਲ ਸ਼ਾਂਤੀਪੂਰਨ ਇਕੱਠ ਸੀਗਾ, ਬਹੁਤ ਉਤਸ਼ਾਹ ਸੀਗਾ। ਪਿੰਡਾਂ ਦੇ ਵਿੱਚੋਂ, ਹੋਰ ਸ਼ਹਿਰ ਦੇ ਵਿੱਚੋਂ, ਕੋਈ ਇਹ ਨਹੀਂ ਫਿਰ ਕਾਂਗਰਸੀਆਂ ਨਹੀਂ ਸੀ ਇੱਧਰ ਜਾਂ ਕੋਈ ਹੋਰ ਪਾਰਟੀ ਵੇਸ ਤੇ ਕੋਈ ਨਹੀਂ ਇੱਦਾਂ ਦਾ। ਸੋ ਵੀਰ ਜੀ, ਉੱਥੇ ਕੋਈ ਅਨਸੁਖਾਵੀ ਘਟਨਾ ਤੇ ਨਹੀਂ ਵਾਪਰੀ ਗੁਰਾਇਆ? ਨਹੀਂ, ਕੋਈ ਕਿਸ ਤਰ੍ਹਾਂ ਦਾ ਕੋਈ? ਬਿਲਕੁਲ ਬਹੁਤ ਸ਼ਾਂਤੀਪੂਰਨ ਪ੍ਰੋਗਰਾਮ ਸੀਗਾ ਜੀ। ਤੇ ਇਸ ਦੇ ਵਿੱਚ ਵੀਰ ਜੀ, ਜਿੱਥੇ ਆਪਣੇ ਸਿੱਖ ਸਨ, ਹੋਰ ਸਾਰੇ ਪੰਜਾਬੀ ਜਾਂ ਹੋਰ ਹਿੰਦੂ ਵੀਰ ਵੀ ਇਸ ਦੇ ਵਿੱਚ ਸ਼ਾਮਲ ਹੋਏ ਜਾਂ ਨਹੀਂ? ਹਾਂਜੀ ਹਾਂਜੀ ਹਾਂਜੀ, ਸਾਂਝੇ ਸੀਗੇ ਜੀ, ਕੋਈ ਏਦਾਂ ਦੀ ਗੱਲ ਨਹੀਂ। ਇਹ ਵੀਰ ਜੀ, ਜਿਹੜਾ ਕੱਲ ਦਾ ਆਪਣਾ ਪੰਜਾਬ ਬੰਦ ਦਾ ਸੱਦਾ ਸੀ, ਤੇ ਕੱਲ ਜਿਹੜੀ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤੇ ਅਜੇ ਤੱਕ ਰੋਕ ਲੱਗੀ ਹੈ, ਇਹਦੇ ਬਾਰੇ ਕੀ ਸੰਗਤਾਂ ਸੋਚ ਰਹੀਆਂ? ਤੁਸੀਂ ਕੀ ਸੋਚ ਰਹੇ ਹੋ ਤੇ ਕਿਸ ਤਰ੍ਹਾਂ ਅਨੁਭਵ ਕਰ ਰਹੇ ਹੋ? ਦੇਖੋ, ਕੰਮ ਤਾਂ ਇਹ ਤਾਂ ਖੈਰ ਮਤਲਬ ਹੈਗਾ ਹਾਈ ਲੈਵਲ ਦਾ ਜੋ ਵੀ ਹੈਗਾ, ਤੇ ਬਾਕੀ ਲੱਗਦਾ ਹੋਵੇ ਪ੍ਰਮਾਤਮਾ ਕਿਰਪਾ ਕਰੂਗਾ ਉਹ ਪ੍ਰਾਇਸ਼। ਹਾਂਜੀ, ਤੇ ਸੱਚ ਝੂਠ ਜੋ ਵੀ ਹੈਗਾ ਉਹ ਆਪੇ ਉਹ ਵਾਹਿਗੁਰੂ ਭਲੀ ਕਰੂਗਾ ਜੀ, ਲੱਗਦਾ ਏਦਾਂ ਦੇਖਣ ਨੂੰ ਆਉਂਦਾ। ਸੋ ਵੀਰ ਜੀ, ਆਪਾਂ ਇਹ ਕਹਿ ਸਕਦੇ ਹਾਂ ਕਿ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵੀਰਾਂ ਨੂੰ ਆਪਾਂ ਰਿਹਾ ਕਰਾ ਸਕਾਂਗੇ, ਹੋਰ ਨੌਜਵਾਨਾਂ ਵੀਰਾਂ ਨੂੰ ਰਿਹਾ ਕਰਾ ਸਕਾਂਗੇ? ਦੇਖਣ ਵਿੱਚ ਤਾਂ ਇੱਥੇ ਆ ਜਿੱਦਾਂ ਕਿ ਦੁਨੀਆ ਦਾ ਇਕੱਠ ਸੀ, ਦੁਨੀਆ ਇਹਨਾਂ ਦੇ ਮਗਰ ਸੀ, ਸਾਰੇ ਆਸੇ ਪਾਸੇ ਲੱਗਦਾ ਤਾਂ ਹੈ, ਬਾਕੀ ਮਾਲਕ ਜਾਣਦਾ ਜੀ। ਵੀਰ ਜੀ, ਤੁਸੀਂ ਉੱਥੇ ਦੇ ਹਾਲਾਤਾਂ ਦੇ ਮੁਤਾਬਕ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਕਿ ਕਿਸ ਤਰ੍ਹਾਂ ਆਪਾਂ ਅੱਗੋਂ ਚੱਲੀਏ? ਇੱਥੇ ਦੇ ਹਾਲਾਤਾਂ ਵਿੱਚ, ਇੰਡੀਆ ਦੇ ਹਾਲਾਤਾਂ ਦੇ ਹਿਸਾਬ ਨਾਲ ਜੀ? ਹਾਂਜੀ ਹਾਂਜੀ, ਦੇਖੋ ਇੰਡੀਆ ਦੇ ਹਾਲਾਤਾਂ ਦੇ ਹਿਸਾਬ ਨਾਲ ਤਾਂ ਇਹ ਸ਼ਾਂਤੀਪੂਰਨ ਦੁਨੀਆ ਉਹਨਾਂ ਦੇ ਮਗਰ ਸੀਗੀ। ਹਾਂਜੀ, ਤੇ ਇਹਦੇ ਵਿੱਚ ਮਤਲਬ ਉਹਦੀ ਕੋਈ ਨਾ ਕੋਈ ਸੁਣਵਾਈ ਹੋਣੀ ਚਾਹੀਦੀ ਹੈ। ਤੇ ਵੀਰ ਜੀ, ਕੈਨੇਡਾ ਦੇ ਬਾਰੇ ਵੀ ਤੁਹਾਨੂੰ ਕੋਈ ਜਾਣਕਾਰੀ ਹੈ ਕਿ ਕੈਨੇਡਾ ਵਿੱਚ ਇਸ ਵੇਲੇ? ਜੀ, ਉੱਥੇ ਮੈਂ ਤਾਂ ਇੱਥੇ ਸੀ, ਉੱਥੇ ਦੀ ਜਾਣਕਾਰੀ ਨਹੀਂ, ਮੈਂ ਆਪਾਂ ਨੂੰ ਮਤਲਬ ਬਾਹਰ ਟੱਚ ਨਹੀਂ ਰਹੇ ਆਪਾਂ। ਠੀਕ, ਮਤਲਬ ਤੁਹਾਡਾ ਕਹਿਣ ਤੋਂ ਭਾਵ ਹੈ ਕੱਲ ਤੁਸੀਂ ਜੋ ਪੰਜਾਬ ਦੇ ਵਿੱਚ ਦੇਖਿਆ, ਸਾਰੀ ਸਿੱਖ ਕੌਮ ਜਿਹੜੀ ਸੀ ਉਹ ਇੱਕ ਝੰਡੇ ਦੇ ਹੇਠ ਸੀ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ। ਸਿੱਖ ਕੌਮ ਨਹੀਂ ਸੀ, ਕੋਈ ਹਿੰਦੂ ਜਿੰਨੇ ਵੀ ਮਤਲਬ ਭਾਈ ਭਰਾ ਹੋਰ ਵੀ ਸਾਰੇ ਬਰਾਦਰੀਆਂ ਦੇ ਸੀਗੇ, ਸਾਰੇ ਇਕੱਠੇ ਸੀ ਇਹਦੇ ਮਗਰ। ਹਰੀਜਨ ਭਰਾ ਵੀ ਸੀ, ਅਸੀਂ ਦੇਖਿਆ ਬਹੁਤ ਬੰਦਿਆਂ ਨੂੰ ਉਤਸ਼ਾਹ ਸੀ ਇਹਦੇ ਮਗਰ। ਸੋ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਗੁਰਤੇਜ ਆਪਣੇ ਆਪ ਜੀ ਨੇ, ਜਿਹੜਾ ਇਹ ਸਾਰਾ ਤੁਸੀਂ ਵੀਰ ਭੁਪਿੰਦਰ ਸਿੰਘ ਜੀ, ਜਿਹੜਾ ਤੁਸੀਂ ਜਾਣਕਾਰੀ ਦਿੱਤੀ, ਤੁਹਾਡਾ ਸਿੱਖ ਚੈਨਲ ਵੱਲੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਵੀਰ ਭੁਪਿੰਦਰ ਸਿੰਘ ਜੀ ਹਰ, ਜਿਹੜੇ ਕਿ ਗੁਰਾਇਆਂ ਤੋਂ ਤੇ ਜੋ ਕੈਨੇਡਾ ਤੋਂ ਗਏ ਹੋਏ ਨੇ, ਜਿਨ੍ਹਾਂ ਨੇ ਆਪਾਂ ਨੂੰ ਉੱਥੇ ਦੇ ਸਾਰੇ ਹਾਲਾਤ ਦੱਸੇ ਹਨ। ਸੋ ਮੈਂ ਵੀਰ ਜੀ ਬੇਨਤੀ ਕਰਾਂਗਾ ਸਰਦਾਰ ਸੁਰਜੀਤ ਸਿੰਘ ਜੀ ਹਰੀ, ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਹੜੇ ਹਾਲਾਤ ਚੱਲ ਰਹੇ ਨੇ ਵੀ ਇਹਦੇ ਵਿੱਚ ਆਪਾਂ ਨੂੰ ਕਿੰਨੀ ਕੁ ਸਫਲਤਾ ਮਿਲੀ ਹੈ, ਕੀ ਆਪਾਂ ਨੂੰ ਕਰਨਾ ਚਾਹੀਦਾ, ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਇਹ ਜਿਹੜੀ ਆਪਾਂ ਨੂੰ ਥੋੜੀ ਜਿਹੀ ਸਫਲਤਾ ਮਿਲੀ ਆ ਜੀ, ਬਹੁਤ ਸ਼ੁਰੂਆਤ ਹੈ ਹਾਲੇ ਜੀ। ਸਾਨੂੰ ਇਸੇ ਤਰ੍ਹਾਂ ਇਸ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ, ਕੋਈ ਢਿੱਲ ਨਹੀਂ ਕਰਨੀ ਚਾਹੀਦੀ ਜੀ। ਦੂਸਰੀ ਗੱਲ ਇਹ ਆ, ਜਿਹੜੀ ਪਨਿਸ਼ਮੈਂਟ ਹੈ ਕੈਪੀਟਲ ਪਨਿਸ਼ਮੈਂਟ ਜੀ, ਇਹ ਸਾਰੀ ਇੰਡੀਆ ਵਿੱਚੋਂ ਅਬੋਲਿਸ਼ ਹੋਣੀ ਚਾਹੀਦੀ ਆ ਜੀ। ਇਹ ਹਿਊਮਨ ਰਾਈਟਸ ਦੇ ਅਗੇਂਸਟ ਹੈਗਾ ਆ। ਮੋਸਟ ਆਫ ਦ ਕੰਟਰੀਜ਼ ਵਰਲਡ ਦੇ ਵਿੱਚ ਸਾਰਿਆਂ ਨੇ ਬੈਨ ਕਰ ਦਿੱਤੀ ਆ, ਤਾਂ ਇੰਡੀਆ ਚਾਈਨਾ ਵਿੱਚ ਹੈ, ਇਹਨਾਂ ਵਿੱਚ ਥੋੜ੍ਹੇ ਜਿਹੇ ਦੇਸ਼ਾਂ ਵਿੱਚ ਇਹ ਬੰਦ ਹੋਣੀ ਚਾਹੀਦੀ ਆ। ਦੂਸਰੀ ਗੱਲ ਇਹ ਆ ਬਈ, ਇਹ ਕਈ ਲੋਕ ਕਹਿੰਦੇ ਆ ਬਈ ਜਿੱਥੇ ਪਨਿਸ਼ਮੈਂਟ ਕੈਪੀਟਲ ਹੈ ਉੱਥੇ ਕ੍ਰਾਈਮ ਘੱਟ ਰਹੇ, ਇਹ ਬਿਲਕੁਲ ਗਲਤ ਹੈ। ਮਿਡਲ ਈਸਟ 'ਚ ਸਾਰੇ ਤੋਂ ਜ਼ਿਆਦਾ ਪਨਿਸ਼ਮੈਂਟ ਕੈਪੀਟਲ ਪਨਿਸ਼ਮੈਂਟ ਜ਼ਿਆਦਾ ਹੈ, ਉੱਥੇ ਕ੍ਰਾਈਮ ਮੇਰੇ ਖਿਆਲ ਸਾਰਿਆਂ ਨਾਲੋਂ ਜ਼ਿਆਦਾ ਹੁੰਦਾ। ਇਸ ਕਰਕੇ ਇਹ ਗਲਤ ਹੈ, ਇਹ ਹਿਊਮਨ ਨੇਚਰ ਦੇ ਬਿਲਕੁਲ ਅਗੇਂਸਟ ਹੈ। ਕਿਸੇ ਨੂੰ ਕੋਈ ਵੀ ਰਾਈਟ ਨਹੀਂ ਹੈ ਕਿਸੇ ਦੀ ਜਾਨ ਲੈਣ ਦਾ, ਸਿਰਫ ਰੱਬ ਤੇ ਗੌਡ ਤੋਂ ਬਗੈਰ ਕਿਸੇ ਨੂੰ ਇਹ ਰਾਈਟ ਨਹੀਂ ਹੈ। ਇਸ ਕਰਕੇ ਇਹ ਹੋਣੀ ਚਾਹੀਦੀ। ਦੂਸਰੀ ਗੱਲ, ਮੈਂ ਪੰਥ ਨੂੰ ਬਹੁਤ ਵੱਡੀ ਵਧਾਈ ਦੇਣੀ ਚਾਹੁੰਦਾ। ਕੁਝ ਅਕਾਲ ਤਖਤ ਨੇ ਐਤਕੀ ਜੋ ਸਾਨੂੰ ਸਮਰੱਥਾ ਸਾਥ ਦਿੱਤਾ ਜੀ, ਬਹੁਤ ਵੱਡੇ ਪੱਧਰ ਤੇ ਸਾਰੀ ਪੰਥ ਨੂੰ ਕੰਸਲਟ ਕੀਤਾ ਉਹਨੇ ਜੀ, ਇਹ ਬਹੁਤ ਵੱਡੀ ਗੱਲ ਆ। ਮੈਂ ਕਹਿੰਦਾ ਇਸੇ ਤਰ੍ਹਾਂ ਵੀ ਜੇ ਸਾਡੇ ਹੋਰ ਫੈਸਲੇ ਨਹੀਂ ਦੇਣੇ ਆ, ਆਦੇਸ਼ ਦੇਣੇ ਆ ਜਾਂ ਹੁਕਮ ਦੇਣੇ ਆ, ਸਾਰੇ ਪੰਥ ਨੂੰ ਪ੍ਰੋਫੈਸ਼ਨਲਸ ਨੂੰ ਕੰਸਲਟ ਕਰਕੇ ਇਸੇ ਤਰ੍ਹਾਂ ਦੇਣੇ ਚਾਹੀਦੇ ਹਨ। ਠੀਕ ਹੈ ਜੀ। ਸੋ ਵੀਰ ਜੀ, ਤੁਹਾਡਾ ਕਹਿਣ ਤੋਂ ਭਾਵ ਹੈ ਕਿ ਜੋ ਆਪਣਾ ਸ੍ਰੀ ਅਕਾਲ ਤਖਤ ਸਾਹਿਬ ਹੈ, ਜਿਹੜਾ ਸਾਡੇ ਸਰਵ ਉੱਚ ਅਸਥਾਨ ਹੈ, ਉੱਥੋਂ ਜਿਹੜੇ ਵੀ ਸਾਨੂੰ ਸੰਦੇਸ਼ ਮਿਲਦੇ ਨੇ ਉਹ ਨਿਰਪੱਖ ਹੋ ਕੇ ਸੰਦੇਸ਼ ਮਿਲਣੇ ਚਾਹੀਦੇ ਨੇ। ਕਿਸੇ ਵੀ ਰਾਜਨੀਤਿਕ ਸਰਕਾਰ ਤੋਂ ਉੱਪਰ ਉੱਠ ਕੇ ਜਿਹੜੇ ਪੰਥਕ ਫੈਸਲੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪੰਥ ਦੇ ਹਿੱਤ ਲੈਣੇ ਚਾਹੀਦੇ ਨੇ। ਪੰਥ ਨੂੰ ਸਾਰੇ ਨੂੰ ਕੰਸਲਟ ਕਰਕੇ, ਸਾਰਿਆਂ ਦੀ ਸਲਾਹ ਮਸ਼ਵਰਾ ਕਰਕੇ ਫੇਰ ਹੋਣੇ ਚਾਹੀਦੇ ਆ। ਸੋ ਇਹ ਵੀਰ ਸਰਜੀਤ ਸਿੰਘ ਜੀ ਹੋਰਾਂ ਨੇ ਜਿਹੜੇ ਆਪਣੇ ਸੁਝਾਅ ਦਿੱਤੇ ਤੇ ਨਾਲ ਦੱਸਿਆ ਵੀ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵ ਉੱਚਤਾ ਦੇ ਨਾਲ ਜੁੜੇ ਰਹਿਣਾ, ਉਹਨਾਂ ਦੇ ਸੰਦੇਸ਼, ਉਹਨਾਂ ਦੇ ਆਦੇਸ਼ਾਂ ਦੇ ਨਾਲ ਜੁੜੇ ਰਹਿਣਾ ਹੈ। ਸਾਧ ਸੰਗਤ ਜੋ ਵੀ ਸਿੱਖ ਦੇ ਅੰਦਰ ਭਾਵਨਾ ਹੈ। ਸੋ ਵੀਰ ਗੁਰਪ੍ਰੀਤ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਸੋ ਵੀ ਇਹ ਜਿਹੜੇ ਹਾਲਾਤ ਚੱਲ ਰਹੇ ਨੇ ਵੀ ਇਹਨਾਂ ਦੇ ਵਿੱਚ ਆਪਾਂ ਕਿਸ ਤਰ੍ਹਾਂ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਫਲਤਾਵਾਂ ਦੇ ਵੱਲ ਵੱਧ ਸਕਦੇ ਹਾਂ ਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਵੱਲ ਜਾ ਸਕਦੇ ਹਾਂ? ਜੀ, ਸਭ ਤੋਂ ਵੱਡੀ ਗੱਲ ਤਾਂ ਜੀ ਇਹੀ ਹੈ, ਜਿਸ ਤਰ੍ਹਾਂ ਹੁਣ ਸਿੱਖ ਸੰਗਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇਕਤਾ ਦਿਖਾਈ ਹੈ ਨਾ, ਇਸੇ ਤਰ੍ਹਾਂ ਅੱਗੇ ਤੋਂ ਵੀ ਜੇ ਆਪਣੀ ਸੰਗਤ ਇਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦੀ ਆ, ਮੰਨਣੀ ਚਾਹੀਦੀ ਆ। ਤੇ ਹੋਰ ਵੀ ਸੰਗਤਾਂ ਇਕੱਠੇ ਹੋ ਕੇ, ਹਜੇ ਸਾਡੇ ਬਹੁਤ ਮਸਲੇ ਪਏ ਨੇ ਜਿਹੜੇ ਹੱਲ ਕਰਨ ਵਾਲੇ ਨੇ ਜੀ। ਇਸੇ ਤਰ੍ਹਾਂ ਸੰਗਤਾਂ ਦਾ ਇਕੱਠ ਹੋਵੇ ਤਾਂ ਉਹ ਮੰਜ਼ਿਲ ਦੂਰ ਨਹੀਂ ਹੈਗੀ। ਜਦੋਂ ਅਸੀਂ ਆਪਣੀਆਂ ਸਿੱਖੀ ਦੀਆਂ ਜਿਹੜੀਆਂ ਅਧੂਰੀਆਂ ਸਾਡੀਆਂ ਵਿਚਾਰਾਂ ਨੇ ਜੀ, ਜਾਂ ਜੋ ਸਾਡੇ ਸਿੰਘਾਂ ਦੀਆਂ ਇਹ ਸਾਰੀਆਂ ਕਾਰਵਾਈਆਂ ਨੇ, ਇਹਨਾਂ ਨੂੰ ਅਸੀਂ ਇੱਕ ਚੰਗੇ ਪੱਧਰ ਤੇ ਲਿਆ ਸਕਦੇ ਹਾਂ ਜੀ। ਤੇ ਲੋੜ ਹੈ ਸਾਰਿਆਂ ਨੂੰ ਇਕਜੁੱਟਤਾ ਹੋ ਕੇ, ਸਮੁੱਚੇ ਭਾਈਚਾਰੇ ਨੂੰ ਨਾਲ ਲੈ ਕੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹੁਕਮ ਨੂੰ ਮੰਨਦੇ ਹੋਇਆ ਜਿਸ ਤਰ੍ਹਾਂ ਹੁਣ ਮੰਨਿਆ, ਫਿਰ ਅਸੀਂ ਸੰਸਾਰ ਭਰ ਦੇ ਵਿੱਚੋਂ ਆਪਦੀਆਂ ਜੋ ਸਿੱਖੀ ਦੀਆਂ ਭਾਵਨਾਵਾਂ ਨਾਲ ਜੁੜਨ ਵਾਲੇ ਨੇ ਉਹਨਾਂ ਨੂੰ ਅਸੀਂ ਇੱਕ ਰਾਹ ਤੇ ਇਕੱਠੇ ਕਰ ਸਕਦੇ ਹਾਂ ਜੀ। ਸੋ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਨਿਊਜ਼ੀਲੈਂਡ ਤੋਂ ਸਰਦਾਰ ਜਸਪ੍ਰੀਤ ਸਿੰਘ ਜੀ ਇਸ ਵੇਲੇ ਲਾਈਨ ਤੇ ਹਨ ਸਾਡੇ ਨਾਲ। ਸੋ ਉਹਨਾਂ ਨਾਲ ਅਸੀਂ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਤੁਹਾਡਾ ਧੰਨਵਾਦ ਹੈ ਸਿੱਖ ਚੈਨਲ ਤੇ। ਇਸ ਵੇਲੇ ਤੁਸੀਂ ਸਿੱਖ ਚੈਨਲ ਦੇ ਰਾਹੀਂ ਸਾਰੇ UK, ਯੂਰਪ ਤੇ ਸੰਸਾਰ ਭਰ ਦੇ ਵਿੱਚ ਸੁਣੇ ਜਾ ਰਹੇ ਹੋ। ਵੀਰ ਜੀ, ਅੱਛਾ ਇਹ ਦੱਸੋ ਕਿ ਕੱਲ ਜੋ ਭਾਈ ਬਲਵੰਤ ਸਿੰਘ ਜੀ ਰਾਜੋਆਣ ਵਾਲਾ, ਤਿੰਨਾਂ ਦੀ ਫਾਂਸੀ ਤੇ ਰੋਕ ਲਗਾਈ ਗਈ ਹੈ ਤੇ ਜਗ੍ਹਾ ਜਗ੍ਹਾ ਤੇ ਪ੍ਰਦਰਸ਼ਨੀ ਵਿਖਾਵੇ ਕੀਤੇ ਗਏ ਹਨ, ਮੁਜ਼ਾਹਰੇ ਕੀਤੇ ਗਏ ਹਨ। ਕੱਲ ਤੁਹਾਡੇ ਨਿਊਜ਼ੀਲੈਂਡ ਦੇ ਕੀ ਹਾਲਾਤ ਸਨ? ਹਾਂਜੀ, ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਆਪਣੇ ਚੈਨਲ ਤੇ ਬੁਲਾਇਆ ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਤੇ ਮੈਂ ਇੱਥੇ ਨਿਊਜ਼ੀਲੈਂਡ ਤੋਂ ਜਿਹੜਾ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਪਿਛਲੇ ਸੰਡੇ ਜੋ ਲੰਘ ਕੇ ਗਿਆ, ਹਾਂਜੀ, ਨਿਊਜ਼ੀਲੈਂਡ ਦੀਆਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ, ਨਿਊਜ਼ੀਲੈਂਡ ਸਿੱਖ ਸੁਸਾਇਟੀ, ਸਪੇਨ ਸਿੱਖ ਕਾਉਂਸਲ ਆਕਲੈਂਡ ਦੇ ਵੱਲੋਂ ਜਿਹੜੀਆਂ ਸਮੂਹ ਜਥੇਬੰਦੀਆਂ ਦੀ ਮੀਟਿੰਗ ਪਿਛਲੇ ਹਫ਼ਤੇ ਵੀਰਵਾਰ ਨੂੰ ਜੀ ਗੁਰਦੁਆਰਾ ਟਾਕਾ ਨੀਵੀਂ ਸਾਹਿਬ ਵਿਖੇ ਹੋਈ ਸੀ ਤੇ ਪੂਰੀਆਂ ਜਿਹੜੀਆਂ ਜਥੇਬੰਦੀਆਂ ਨਿਊਜ਼ੀਲੈਂਡ ਦੀਆਂ ਸਿੱਖ ਜਥੇਬੰਦੀਆਂ ਨੇ ਭਾਗ ਲਿਆ ਸੀਗਾ ਉਸ ਮੀਟਿੰਗ ਦੇ ਵਿੱਚ। ਹਾਂਜੀ, ਸਮੂਹ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਪ੍ਰੋਗਰਾਮ ਜਿਹੜੇ ਉਲੀਕੇ ਸਨ ਤੇ ਉਹਦੇ ਵਿੱਚ ਪਹਿਲਾ ਰੋਸ ਮੁਜ਼ਾਹਰਾ ਜਿਹੜਾ ਅਸੀਂ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਕਲੈਂਡ ਸ਼ਹਿਰ ਦੇ ਵਿੱਚ ਆਪਣਾ ਮੈਰੀਕਲ ਸਿਟੀ ਦੇ ਵਿੱਚ ਕੀਤਾ ਸੀਗਾ ਤੇ ਜਿਹਦੇ ਵਿੱਚ ਸੰਗਤਾਂ ਨੇ ਬਹੁਤ ਹੀ ਰਲ ਮਿਲ ਕੇ ਜਿਹੜਾ ਪ੍ਰਦਰਸ਼ਨ ਕੀਤਾ ਤੇ ਉੱਥੇ ਪਹੁੰਚ ਕੀਤੀ ਤੇ ਜਿਹੜਾ
ਗੁਰੂ ਨਾਨਕ ਦੇਵ ਜੀ ਦਾ ਬਖਸ਼ਿਆ ਹੋਇਆ ਨਾਰਾ ਉੱਥੇ ਗੁਜ਼ਾਰਿਆ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਵੀ ਲੱਗੇ ਤੇ ਭਾਈ ਰਾਜੋਆਣਾ ਦੀ ਜੋ ਕੇਸਰੀ ਝੰਡਾ ਚਲਾਉਣ ਦੀ ਮੁਹਿੰਮ ਸੀ ਉਹਨੂੰ ਕਾਫੀ ਹੁਲਾਰਾ ਦਿੱਤਾ ਇੱਥੋਂ ਜੀ। ਤੇ ਉਸੇ ਸੰਬੰਧ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਸੈਕੰਡ ਮੁਜ਼ਾਹਰਾ ਸੀਗਾ ਉਹ ਸ਼ੁੱਕਰਵਾਰ ਕੱਲ ਵਾਲੇ ਦਿਨ ਰੱਖਿਆ ਗਿਆ ਸੀਗਾ ਤੇ ਉਹ ਇੰਡੀਅਨ ਐਮਬੈਸੀ ਤੇ ਪਾਰਲੀਮੈਂਟ ਦੇ ਵਿੱਚ ਦੇ ਸਾਹਮਣੇ ਵੈਲਿੰਗਟਨ ਸ਼ਹਿਰ ਜਿਹੜੀ ਨਿਊਜ਼ੀਲੈਂਡ ਦੀ ਹੈਗੀ ਆ ਕੈਪੀਟਲ ਉਹਦੇ ਵਿੱਚ ਰੱਖਿਆ ਗਿਆ ਸੀਗਾ। ਪਰ ਜਿਹੜਾ ਪੰਜਾਬ ਤੋਂ ਸਾਨੂੰ ਸਵੇਰੇ ਖਬਰ ਮਿਲੀ ਹੈ ਕਿ ਜੋ ਰੋਕ ਲੱਗ ਚੁੱਕੀ ਹੈ ਰਾਸ਼ਟਰਪਤੀ ਵੱਲੋਂ ਤੇ ਉਹਦੇ ਸੰਬੰਧ ਦੇ ਵਿੱਚ ਜਿਹੜਾ ਇਹ ਰੋਸ ਮੁਜ਼ਾਹਰਾ ਸਿੱਖ ਜਥੇਬੰਦੀਆਂ ਨੇ ਇਹ ਫੈਸਲਾ ਕਰਕੇ ਜਿਹੜਾ ਰੋਸ ਮੁਜ਼ਾਹਰਾ ਸੀਗਾ ਉਹਦੇ ਤੇ ਵਿਚਾਰ ਕਰਦੇ ਹੋਏ ਉਹਨੂੰ ਹਾਲ ਦੀ ਘੜੀ ਜਿਹੜਾ ਮੁਲਤਵੀ ਕਰ ਦਿੱਤਾ ਗਿਆ ਸੀਗਾ। ਤੇ ਹੁਣ ਜਿਹੜੇ ਇੱਕ ਹੋਰ ਪ੍ਰੋਗਰਾਮ ਸੀਗਾ ਇੱਥੋਂ ਦੇ ਸਮੂਹ ਨੌਜਵਾਨਾਂ ਵੱਲੋਂ ਇੱਕ ਕਾਰ ਰੈਲੀ ਦੇ ਵਿੱਚ ਕਾਰ ਰੈਲੀ ਰੱਖੀ ਸੀਗੀ ਆਕਲੈਂਡ ਸਿਟੀ ਦੇ ਵਿੱਚ ਜੋ ਨਿਊਜ਼ੀਲੈਂਡ ਦੀ ਮੇਨ ਸਿਟੀ ਹੈਗੀ ਆ ਇੱਥੋਂ ਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਮੋਤਰਾ ਜਿਹੜੀ ਹੈਗੀ ਇੱਥੋਂ ਚੱਲਦੀ ਹੈ ਇਹਨਾਂ ਦੀ ਉੱਥੇ ਉਹ ਸਿਟੀ ਦੇ ਵਿੱਚ ਜਿਹੜੀ ਇੱਕ ਕਾਰ ਰੈਲੀ ਰੱਖੀ ਸਮੂਹ ਨੌਜਵਾਨਾਂ ਵੱਲੋਂ ਜਿਨ੍ਹਾਂ ਨੂੰ ਭਾਈ ਰਾਜੋਆਣਾ ਦੇ ਸੰਬੰਧ ਦੇ ਵਿੱਚ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਦਰਦ ਸੀਗਾ ਤੇ ਉਹ ਰੈਲੀ ਮੇਰਾ ਹਜੇ ਕੰਟੈਕਟ ਨਹੀਂ ਹੋ ਸਕਿਆ। ਮੈਂ ਜਸਟ 5 ਮਿੰਟ ਪਹਿਲਾਂ ਹੀ ਆਪਣਾ ਕੰਮ ਖਤਮ ਕਰਕੇ ਆਇਆ ਤੇ ਹੁਣ ਉਹ ਤੋਂ ਬਾਅਦ ਮੇਰਾ ਕੰਟੈਕਟ ਨਹੀਂ ਹੋ ਪਾਇਆ ਕਿ ਕੱਲ ਦਾ ਕੀ ਉਸੇ ਤਰ੍ਹਾਂ ਪ੍ਰੋਗਰਾਮ ਹੈ ਜਾਂ ਨਹੀਂ ਹੈ। ਤੇ ਪਰ ਜਿਹੜਾ ਕੱਲ ਰਾਤ ਦਾ ਦੀਵਾਨ ਹੈ ਭਾਈ ਗੁਰਮੇਲ ਸਿੰਘ ਉਹਨੇ ਜਿਹੜੇ ਹਜੂਰੀ ਰਾਗੀ ਨੇ ਆਪਣੇ ਦਰਬਾਰ ਸਾਹਿਬ ਜੀ ਸਾਬਕਾ ਹਜੂਰੀ ਰਾਗੀ ਉਹਨਾਂ ਦਾ ਜਿਹੜਾ ਦੀਵਾਨ ਹੈ ਭਾਈ ਰਾਜੋਆਣਾ ਦੀ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਸ਼ਾਮ ਦਾ ਦੀਵਾਨ ਨਿਊਜ਼ੀਲੈਂਡ ਦੇ ਗੁਰਦੁਆਰਾ ਕਾਕਾਨੀ ਗੁਰਦੁਆਰਾ ਸ੍ਰੀ ਕਲਗੀਧਰ ਵਿਖੇ ਸ਼ਾਮ ਦਾ ਦੀਵਾਨ 5:30 ਤੋਂ ਲੈ ਕੇ 7:30 ਵਜੇ ਤੱਕ ਸਜਾਇਆ ਜਾ ਰਿਹਾ ਜੀ। ਤੇ ਬਾਕੀ ਜਿਹੜਾ ਇੱਥੋਂ ਦਾ ਸਿੱਖ ਸੁਸਾਇਟੀ ਨਿਊਜ਼ੀਲੈਂਡ ਤੇ ਸੁਪਰੀਮ ਸਿੱਖ ਕੌਂਸਲ ਦੇ ਜਿਹੜੇ ਮੁੱਖ ਮੈਂਬਰ ਨੇ ਜੀ 5 ਮੈਂਬਰੀ ਵਫਦ ਜਿਹੜਾ ਕੱਲ ਵੈਲਿੰਗਟਨ ਸ਼ਹਿਰ ਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਜੌਨ ਕੀ ਦੇ ਨਾਲ ਮੁਲਾਕਾਤ ਕਰੇਗਾ ਤੇ ਜੀ ਕਿਉਂਕਿ ਨਿਊਜ਼ੀਲੈਂਡ ਦੁਨੀਆ ਦਾ ਸਭ ਤੋਂ ਪਹਿਲਾ ਦੇਸ਼ ਹੈ ਜਿੱਥੇ ਆਪਣੀ ਫਾਂਸੀ ਦੀ ਸਜ਼ਾ ਉੱਤੇ ਜਿਹੜਾ ਮੁਕੰਮਲ ਤੌਰ ਤੇ ਜਿਹੜਾ ਉਹਨਾਂ ਨੇ ਬੈਨ ਲਾਇਆ ਸੀਗਾ ਜੀ। ਠੀਕ ਹੈ। ਉਸ ਸੰਬੰਧ ਦੇ ਵਿੱਚ ਜੌਨ ਕੀ ਦੇ ਨਾਲ ਮੁਲਾਕਾਤ ਕੀਤੀ ਜਾਊਗੀ ਤੇ ਇੰਡੀਅਨ ਐਮਬੈਸੀ ਦੇ ਸਾਹਮਣੇ ਵੀ ਉਹ ਜਿਹੜਾ ਮੈਮੋਰੈਂਡਮ ਹੈਗਾ ਉਹ ਉਹਨਾਂ ਨੂੰ ਦੇ ਕੇ ਆਉਣਗੇ ਤੇ ਜਿਹਦੇ ਵਿੱਚ ਨਿਊਜ਼ੀਲੈਂਡ ਦੇ ਜਿਹੜੇ ਆਪੋਜੀਸ਼ਨ ਲੀਡਰ ਫਿਲ ਗੌਫ ਜਿਹੜੇ ਹੈਗੇ ਨੇ ਉਹ ਵੀ ਮੇਰੇ ਹਿਸਾਬ ਨਾਲ ਉਹਨਾਂ ਦੇ ਜਾਣਗੇ ਤੇ ਜੋ ਉਹਨਾਂ ਨੇ ਮੇਰੇ ਕੋਲ ਖਬਰ ਪਹੁੰਚੀ ਹੈਗੀ ਆ ਕਿ ਉਹਨਾਂ ਨੇ ਵੀ ਸਮਰਥਨ ਕੀਤਾ ਹੈਗਾ ਕਿਉਂਕਿ ਉਹ ਐਕਸਟਰਨਲ ਅਫੇਅਰ ਜਿਹੜਾ ਹੈਗਾ ਉਹਨਾਂ ਦੇ ਕੋਲ ਹੈਗਾ ਤੇ ਉਸ ਸੰਬੰਧ ਦੇ ਵਿੱਚ ਵੀ ਉਹਨਾਂ ਨਾਲ ਵੀ ਸ਼ਾਇਦ ਵਿਚਾਰ ਹੋ ਸਕਦੀਆਂ ਨੇ। ਸੋ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਨਿਊਜ਼ੀਲੈਂਡ ਦੇ ਸਾਰੇ ਹਾਲਾਤ ਜਿਹੜੇ ਨੇ ਇਹ ਸੰਗਤਾਂ ਨੂੰ ਇਹਨਾਂ ਤੋਂ ਜਾਣੂ ਕਰਵਾਇਆ ਸੀ। ਸਮੇਂ ਸਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਇਸੇ ਤਰ੍ਹਾਂ ਮਿਲਾਪ ਰੱਖਾਂਗੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਵੀਰ ਜਸਪ੍ਰੀਤ ਸਿੰਘ ਜੀ ਨਿਊਜ਼ੀਲੈਂਡ ਤੋਂ ਜਿਨ੍ਹਾਂ ਨੇ ਨਿਊਜ਼ੀਲੈਂਡ ਦੇ ਹਾਲਾਤ ਦੱਸੇ ਤੇ ਸਾਧ ਸੰਗਤ ਸਾਡੇ ਕੋਲ ਇਸ ਵੇਲੇ ਲਾਈਨ ਤੇ ਹਨ ਸਿੰਘ ਸਾਹਿਬ ਜੀ ਭਾਈ ਬਲਵੰਤ ਸਿੰਘ ਜੀ ਆਨੰਦਗੜ੍ਹ ਜਥੇਦਾਰ ਸ੍ਰੀ ਦਮਦਮਾ ਸਾਹਿਬ ਅਨੰਦਪੁਰ ਸਾਹਿਬ ਤੋਂ ਤਿੰਨਾਂ ਤਾਈਂ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਿੰਘ ਸਾਹਿਬ ਜੀ ਆਪ ਜੀ ਇਸ ਵੇਲੇ ਸਿੱਖ ਚੈਨਲ ਤੇ ਪੂਰੇ UK ਯੂਰਪ ਤੇ ਸੰਸਾਰ ਭਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ ਕਿ ਆਪ ਜੀ ਸੰਗਤਾਂ ਦੇ ਰੂਬਰੂ ਆਪਣੇ ਵਿਚਾਰ ਸਾਂਝੇ ਕਰਨ ਵਾਸਤੇ ਜੀ। ਤੇ ਆਪ ਜੀ ਵੀਰ ਜੀ ਦੱਸੋ ਸਿੰਘ ਸਾਹਿਬ ਜੀ ਕੱਲ ਜੋ ਬਾਬਾ ਜੀ ਜੋ ਆਪ ਜੀ ਇਸ ਵੇਲੇ ਲਾਈਨ ਤੇ ਆਪ ਜੀ ਵਿਚਾਰ ਦੱਸੋ ਕਿ ਕਿਸ ਤਰ੍ਹਾਂ ਕੱਲ ਦੇ ਜਿਹੜੇ ਫਾਂਸੀ ਦੀ ਸਜ਼ਾ ਜਿਹੜੀ ਰੋਕੀ ਗਈ ਹੈ ਇਹਦੇ ਵਿੱਚ ਕਿੰਨੀ ਖੁਸ਼ੀ ਪ੍ਰਗਟਾਈ ਜਾ ਰਹੀ ਹੈ ਤੇ ਅੱਗੋਂ ਆਉਣ ਵਾਲੇ ਕੀ ਹਾਲਾਤ ਨੇ ਪੰਜਾਬ ਦੇ ਆਪਾਂ ਨੂੰ ਕੀ ਕਰਨਾ ਚਾਹੀਦਾ? ਆਪਾਂ ਨੂੰ ਤਾਂ ਸਾਰੇ ਦੇਸ਼ਾਂ ਨੇ ਜੋ ਮਤਲਬ ਸਮਰਥਨ ਦਿੱਤਾ ਹੈਗਾ ਇਹਦੇ ਸੰਬੰਧ ਦੇ ਵਿੱਚ ਭਾਈ ਬਲਵੰਤ ਰਾਜੋਆਣਾ ਜਿਹਨੂੰ ਫਾਂਸੀ ਦਿੱਤੀ ਜਾ ਰਹੀ ਸੀ ਜੋ ਸਮਰਥਨ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਦਿੱਤਾ ਹੈ ਤੇ ਲੋਕਾਂ ਨੇ ਦਿੱਤਾ ਹੈ ਉਹਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਮਰਥਨ ਦਿੱਤਾ ਹੈ ਜੀ। ਤੇ ਜਿਸ ਦੇ ਸੰਬੰਧ ਦੇ ਵਿੱਚ ਅਕਾਲ ਤਖ਼ਤ ਸਾਹਿਬ ਨੂੰ ਹੁਕਮ ਕੀਤਾ ਗਿਆ ਸੀਗਾ, ਸਰਕਾਰ ਨੂੰ ਕੀਤਾ ਗਿਆ, ਮੁੱਖ ਮੰਤਰੀ ਨੂੰ ਕਿਹਾ ਗਿਆ ਸੀਗਾ, ਅਕਾਲੀ ਦਲ ਦੇ ਪ੍ਰਧਾਨ ਨੂੰ ਕਿਹਾ ਗਿਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਿਹਾ ਗਿਆ ਸੀਗਾ ਜਿਸ ਕਾਰਨ ਉਹਨਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਰਿਟ ਪਾਈ ਉੱਥੇ ਰਿਟ ਵੀ ਕੋਈ ਨਹੀਂ ਪਾਈ ਗਈ ਕਿ ਸਾਨੂੰ ਮਾਫੀ ਦਿੱਤੀ ਜਾਵੇ ਕਿਉਂਕਿ ਉਹਨਾਂ ਦੇ
ਜਿਹੜੇ ਸੀ ਭਾਈ ਬਲਵੰਤ ਰਾਜੋਆਣਾ ਦੇ ਵਿਚਾਰਾਂ ਦੇ ਸੰਬੰਧ ਦੇ ਵਿੱਚ ਹੀ ਇਹ ਪਤਾ ਸੀ ਸਾਨੂੰ ਕਿ ਰਿਟ ਜਿਹੜੀ ਹੈਗੀ ਉਹ ਬਲਵੰਤ ਸਿੰਘ ਕਹਿ ਰਹੇ ਨੇ ਕਿ ਮੇਰੀ ਖਾਤਰ ਕੋਈ ਭੀਖ ਨਾ ਮੰਗੇ ਤੂੰ ਮੇਰੀ ਜ਼ਿੰਦਗੀ ਦੀ ਜੀ ਰਿਟ ਵੀ ਇਸ ਤਰੀਕੇ ਨਾਲ ਪਾਈ ਗਈ ਸੀਗੀ। ਇਹਨਾਂ ਨੇ ਪਤਾ ਲੱਗਿਆ ਹੈ ਕਿ ਵੀ ਜੋ ਸੁਪਰੀਮ ਕੋਰਟ ਹੈ ਸੁਪਰੀਮ ਕੋਰਟ ਤੋਂ ਕੋਈ ਭੀਖ ਨਹੀਂ ਮੰਗੀ, ਸੁਪਰੀਮ ਕੋਰਟ ਤੋਂ ਸਿਰਫ ਉਹ ਡਾਇਰੈਕਸ਼ਨ ਲਈ ਹੈ ਵੀ ਜੋ ਸੁਪਰੀਮ ਕੋਰਟ ਦਾ ਪਹਿਲਾਂ ਜੋ ਦਿੱਤੀ ਗਈ ਆ ਕੋਰਟਾਂ ਨੂੰ ਡਾਇਰੈਕਸ਼ਨ ਕਿ ਜੋ ਕਿ ਜੇ ਕਿਸੇ ਦਾ ਕੋਈ ਕੇਸ ਚੱਲਦਾ ਪਹਿਲਾਂ ਨਾਲ ਕਿਸੇ ਦੇ 4 ਬੰਦੇ ਦੇ ਕੇਸ ਹੈ ਤੇ ਇੱਕ ਨੂੰ ਵੀ ਸਜ਼ਾ ਹੋਈ ਹੈ ਫਾਂਸੀ ਦੀ ਜਾਂ ਦੋਨੋਂ ਸਜ਼ਾ ਹੋਈ ਹੈ, ਇੱਕ ਨੇ ਉਹਦੀ ਰਿਟ ਪਾ ਦਿੱਤੀ ਹੈ ਤੇ ਸੁਪਰੀਮ ਕੋਰਟ ਤੋਂ ਇਹ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਉਹਨਾਂ ਚਿਰ ਕਿਸੇ ਬੰਦੇ ਨੂੰ ਫਾਂਸੀ ਨਾ ਦਿੱਤੀ ਜਾਵੇ ਜਿੰਨਾ ਚਿਰ ਕਿ ਉਹਦਾ ਸਾਰੇ ਦਾ ਫੈਸਲਾ ਲੈਂਦਾ ਸੁਪਰੀਮ ਕੋਰਟ ਦਾ। ਇਹਦੇ ਸੰਬੰਧ ਦੇ ਵਿੱਚ ਅਕਾਲ ਤਖ਼ਤ ਸਾਹਿਬ ਨੂੰ ਹੁਕਮ ਮੰਨ ਕੇ ਤੇ ਗਏ ਸਨ, ਪ੍ਰਧਾਨ ਸਾਹਿਬ ਵੀ ਗਏ ਸਨ ਜੀਪੀਸੀ ਦੇ, ਸੁਖਬੀਰ ਵੀ ਗਿਆ ਸੀ, ਪਾਲ ਸਾਹਿਬ ਵੀ ਗਿਆ ਸੀਗਾ। ਉਹਨਾਂ ਨੇ ਜਾ ਕੇ ਉਹ ਜਦੋਂ ਰਿਟ ਜਿਹੜੀ ਸੀ ਉਹਦੇ ਤੇ ਜਦੋਂ ਵਿਚਾਰ ਕੀਤਾ ਉਹਨਾਂ ਨੇ ਤੇ ਉਹਨਾਂ ਨੂੰ ਇਹ ਮਤਲਬ ਜਿਹੜੀ ਸੀ ਉਹ ਜਿਹੜੀ ਇਹਦੀ ਸੀਗੀ ਢਾਲ ਦਿੱਤੀ ਕਿ ਇਸ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਜਿੰਨਾ ਚਿਰ ਦੂਜੇ ਦੇ ਕੇਸ ਚੱਲਦੇ ਆ। ਹੁਣ ਜਿੰਨਾ ਚਿਰ ਕੇਸ ਚੱਲਦੇ ਆ ਉਹਨਾਂ ਚ ਲਖਵਿੰਦਰ ਸਿੰਘ ਨੂੰ ਕੇਸ ਚੱਲਦਾ ਹੈ ਉਹਨਾਂ ਚਿਰ ਫਾਂਸੀ ਟਲੀ ਹੋਈ ਹੈ। ਉਸ ਤੋਂ ਬਾਅਦ ਦੇ ਵਿੱਚ ਕੀ ਫੈਸਲਾ ਹੁੰਦਾ ਸੁਪਰੀਮ ਕੋਰਟ ਜੇ ਫੈਸਲਾ ਦਿੰਦੀ ਉਹਦੇ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਫੈਸਲਾ ਦਿੰਦੀ। ਜੇ ਤਾਂ ਉਹ ਲੋਕਾਂ ਦੀਆਂ ਭਾਵਨਾ ਮੁਤਾਬਕ ਸਾਰਿਆਂ ਨੂੰ ਇੱਕੋ ਜਿਹਾ ਸਮਝਦੇ ਹੈ ਤੇ ਉਹ ਹਿੰਦੂ ਲੋਕਾਂ ਨੇ ਜਿਨ੍ਹਾਂ ਨੇ ਕਿ ਪਹਿਲਾਂ ਜਿਹੜੇ ਕਿ ਜਿਨ੍ਹਾਂ ਨੇ ਮਤਲਬ ਵੀ ਉਹ ਗੁਨਾਹ ਕੀਤੇ ਹੋਏ ਜਿਵੇਂ 84 ਦੇ ਕਤਲੇਆਮ ਦੇ ਵਿੱਚ ਉਹਨਾਂ ਦੇ ਕੇਸ ਚੱਲਦੇ ਉਹਨਾਂ ਵਾਸਤੇ ਵੀ ਸਜ਼ਾ ਨਹੀਂ ਦਿੱਤੀ ਗਈ। ਜੇ ਤਾਂ ਇਸ ਸੰਦਰਭ ਦੇ ਵਿੱਚ ਉਹ ਸਾਰਿਆਂ ਨੂੰ ਇੱਕੋ ਜਿਹਾ ਸਮਝਦੇ ਆ ਤਾਂ ਉਹ ਜਿਹੜਾ ਹੈਗਾ ਸਿੱਖ ਪੰਥ ਦੇ ਮਨ ਦੇ ਵਿੱਚ ਚਲੀ ਜਾਊ ਗੱਲ ਕਿ ਸਾਰਿਆਂ ਵੱਲ ਇੱਕੋ ਜਿਹਾ ਵਰਤਾਵੇ। ਪਰ ਹੁਣ ਤਾਂ ਗੱਲ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਸਾਡੇ ਨਾਲ ਇਹ ਬਗਾਨਗੀ ਦਾ ਜਿਹੜਾ ਅਹਿਸਾਸ ਸਾਨੂੰ ਹੋਇਆ ਹੈ ਕਿ ਸਾਡੇ ਵਾਸਤੇ ਕਾਨੂੰਨ ਹੋਰ ਹੈ ਤੇ ਹਿੰਦੂਆਂ ਵਾਸਤੇ ਕਾਨੂੰਨ ਹੋਰ ਹੈ। ਇਹ ਅਹਿਸਾਸ ਲੋਕਾਂ ਦੇ ਵਿੱਚ ਬਣਿਆ ਹੋਇਆ ਹੈ। ਇਹ ਸੁਪਰੀਮ ਕੋਰਟ ਕਿਸ ਤਰ੍ਹਾਂ ਲੈਂਦੀ ਹੈ ਅਗਲੇ ਪਾਸੇ ਉਹ ਫਿਰ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਮਤਲਬ ਉਹਨਾਂ ਦੇ ਸਿੱਖਾਂ ਦੇ ਜ਼ਖਮਾਂ ਤੇ ਮੱਲਮ ਲਾਉਂਦੀ ਹੈ ਕਿ ਜਾਂ ਹੋਰ ਉਹਨਾਂ ਦੇ ਜ਼ਖਮਾਂ ਨੂੰ ਛੇੜਦੀ ਹੈ। ਉਹਦੇ ਮੁਤਾਬਿਕ ਅਗਲੇ ਪ੍ਰੋਗ ਜਿਹੜੇ ਹੈਗੇ ਫਿਰ ਉਹ ਸਿੱਖ ਸੰਤਾਂ ਦੇ ਵਿੱਚ ਨਾਲ ਵਿਚਾਰ ਕਰਕੇ ਦਿੱਤੇ ਜਾਣਗੇ ਜੋ ਕਿਸ ਤਰ੍ਹਾਂ ਵੀ ਕਿਵੇਂ ਅਗਲਾ ਜਿਹੜਾ ਹੈਗਾ ਕੀ ਵਿਚਾਰ ਦਿੰਦਾ। ਸੋ ਸਿੰਘ ਸਾਹਿਬ ਜੀ ਤੁਹਾਡਾ ਕਹਿਣ ਤੋਂ ਭਾਵ ਇਹ ਹੈ ਵੀ ਸਾਨੂੰ ਹਿੰਦੁਸਤਾਨ ਦੇ ਅੰਦਰ ਸਿੱਖਾਂ ਨੂੰ ਅਧਿਕਾਰ ਨਹੀਂ ਮਿਲ ਰਹੇ, ਸਾਨੂੰ ਹੱਕ ਨਹੀਂ ਮਿਲ ਰਿਹਾ, ਸਾਨੂੰ ਨਿਆਂ ਨਹੀਂ ਮਿਲ ਰਿਹਾ ਤੇ ਸਾਨੂੰ ਦੂਜੇ ਨੰਬਰ ਦੇ ਸ਼ਹਿਰੀ ਜਿਹੜਾ ਉਹ ਸਮਝਿਆ ਜਾ ਰਿਹਾ ਹੈ। ਹਾਂਜੀ ਬਿਲਕੁਲ ਜੀ ਮਤਲਬ ਮੈਂ ਤਾਂ ਇਹੀ ਕਹਿ ਰਿਹਾ ਵੀ ਸਾਡੇ ਬਗਾਨਗੀ ਦਾ ਸਾਥ ਸਾਡੇ ਮਨ ਦੇ ਵਿੱਚ ਤਾਂ ਅਸੀਂ ਤਾਂ ਜਿਵੇਂ ਕੁਰਬਾਨੀਆਂ ਕੀਤੀਆਂ ਅਸੀਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਤੇ ਸਾਨੂੰ ਤਾਂ ਮੁਲਕ ਹੀ ਮੁੜ ਗਿਆ, ਸਾਨੂੰ ਤਾਂ ਉਲਟਾ ਉਹਨਾਂ ਦੇ ਉਹਦੀ ਸਜ਼ਾ ਦਿੱਤੀ ਜਾ ਰਹੀ ਹੈ ਕਿ ਅਸੀਂ ਕੁਰਬਾਨੀਆਂ ਦਿੱਤੀਆਂ, ਸਿੱਖ ਕੌਮ ਨੇ ਕੁਰਬਾਨੀਆਂ ਦਿੱਤੀਆਂ ਦੇਸ਼ ਆਜ਼ਾਦ ਕਰਾਉਣ ਦੇ ਵਾਸਤੇ ਤੇ ਸਾਨੂੰ ਤਾਂ ਉਸ ਦਾ ਕੁਰਬਾਨੀਆਂ ਦਾ ਮੁੱਲ ਤਾਂ ਕੀ ਮੋੜਨਾ ਸੀ। ਸਾਡੇ ਤੋਂ ਉਲਟੇ ਦੋਸ਼ ਲਾਏ ਰਹੇ ਵੀ ਜਰਾਇਮ ਪੇਚਾਂ ਇਹ ਮਾੜੇ ਬੰਦੇ ਨੇ, ਸਾਨੂੰ ਤਾਂ ਬਦਨਾਮ ਕੀਤਾ ਜਾ ਰਿਹਾ ਇਸ ਕਰਕੇ ਬਗਾਨੀ ਦਾ ਸਾਲ ਸਾਡੀ ਮਨਾਂ ਦੇ ਵਿੱਚ ਹੋ ਰਿਹਾ ਜੀ। ਜਥੇਦਾਰ ਸਾਹਿਬ ਜੀ ਜਿਸ ਤਰ੍ਹਾਂ ਆਪਾਂ ਸੁਣਨ ਦੇ ਵਿੱਚ ਆਇਆ ਵਾ ਵੀ ਤਕਰੀਬਨ 93 ਮੁਲਕਾਂ ਦੇ ਵਿੱਚ ਫਾਂਸੀ ਨਾਂ ਦੀ ਜੋ ਸਜ਼ਾ ਇਸ ਨੂੰ ਮਾਫ ਕੀਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਆਪਣੀ ਪੰਜਾਬ ਦੇ ਵਿੱਚ ਵੀ ਸਰਕਾਰ ਹੈ ਸਾਰੀ ਜਗ੍ਹਾ ਤੇ ਉਹਨਾਂ ਦਾ ਬੋਲਬਾਲਾ ਹੈਗਾ, ਕੀ ਕੋਈ ਏਦਾਂ ਦਾ ਲਾਅ ਬਣ ਸਕਦਾ ਵੀ ਹਿੰਦੁਸਤਾਨ ਦੇ ਵਿੱਚ ਵੀ ਫਾਂਸੀ ਦਾ ਲਾਅ ਖਤਮ ਹੋਵੇ ਜਿਸ ਤਰ੍ਹਾਂ ਹੋਰ 93 ਕੰਟਰੀਆਂ ਦੇ ਵਿੱਚ ਇਹ ਖਤਮ ਹੋ ਚੁੱਕਿਆ ਹੈ? ਆਪ ਜੀ ਦੇ ਇਸ ਬਾਰੇ ਕੀ ਵਿਚਾਰ ਹਨ ਜੀ? ਹਾਂ ਵਿਚਾਰ ਤਾਂ ਠੀਕ ਹੈ ਵੀ ਜੇਕਰ ਵੀ ਇਹ ਕਿਸੇ ਨੂੰ ਮਨੁੱਖ ਨੂੰ ਕਿਸੇ ਦਾ ਅਧਿਕਾਰ ਨਹੀਂ ਹੈ ਕਿ ਉਹਨੂੰ ਵੀ ਉਹਦੀ ਜਿਹੜੀ ਜੀਵਨ ਲੀਲਾ ਖਤਮ ਕੀਤੀ ਜਾ ਸਕੇ। ਉਸ ਦੇ ਨਾਲ ਜਿਹੜਾ ਹੈਗਾ ਵੀ ਸਾਰੇ ਦੇਸ਼ਾਂ ਦੇ ਵਿੱਚ ਜਦੋਂ ਉਹਨਾਂ ਨੇ ਬੰਦ ਕਰ ਦਿੱਤੀ ਫਾਂਸੀ ਦੀ ਸਜ਼ਾ ਤੇ ਇਹਦੇ ਵਿੱਚ ਤਾਂ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਬੰਦੇ ਨੂੰ ਫਾਂਸੀ ਦੇਣ ਨਾਲ ਉਹਨੂੰ ਜੇਲ੍ਹ 'ਚ ਰੱਖਦੇ ਆ ਤਾਂ ਉਹਨੂੰ ਉਹ ਵੱਡਾ ਜਿਹੜਾ ਹੈਗਾ ਸੰਤਾਪ ਉਹਦੇ ਵਾਸਤੇ ਉਦੋਂ ਵੱਡੀ ਸਜ਼ਾ ਹੈ। ਇਸ ਕਰਕੇ ਦੂਜੇ ਦੇਸ਼ਾਂ ਨੇ ਬੰਦ ਕਰ ਦਿੱਤੀ ਹੈ ਫਾਂਸੀ ਦੀ ਸਜ਼ਾ ਤਾਂ ਇਹ ਹਿੰਦੁਸਤਾਨ ਦੇ ਵਿੱਚ ਵੀ ਨਹੀਂ ਹੋਣੀ ਚਾਹੀਦੀ ਫਾਂਸੀ ਦੀ ਸਜ਼ਾ। ਸੋ ਸਿੰਘ ਸਾਹਿਬ ਜੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਿਦੇਸ਼ ਦੀਆਂ ਖਾਸ ਕਰਕੇ ਸੰਗਤਾਂ ਕਿਉਂਕਿ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਹਾਂ ਇਹਨਾਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਵੀ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਿੱਖ ਹਾਂ ਪੰਜਾਬੀ ਹਾਂ ਉਹ ਕਿਵੇਂ ਅਸੀਂ ਹੋਰ ਉਪਰਾਲੇ ਕਰ ਸਕਦੇ ਹਾਂ ਵੀ ਇਹਨਾਂ ਦੀ ਰਿਹਾਈ ਹੋ ਸਕੇ? ਬਾਕੀ ਜਿਹੜੇ ਜਗਤਾਰ ਸਿੰਘ ਹਵਾਰਾ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਉਹਨਾਂ ਦੇ ਬਾਰੇ ਸੁਨੇਹਾ ਤਾਂ ਜੀ ਉਹੀ ਅਸੀਂ ਤਾਂ ਧੰਨਵਾਦੀ ਹਾਂ ਵੀ ਤੁਹਾਡੇ ਬਾਹਰਲੇ ਦੇਸ਼ਾਂ ਦੇ ਸਹਿਯੋਗ ਦੇ ਨਾਲ ਹੀ ਸਾਰੀ ਗੱਲ ਬਣੀ ਹੈ ਜੀ ਤੇ ਤੁਹਾਡੇ ਬਾਹਰਲੇ ਦੇਸ਼ਾਂ ਦੇ ਸਹਿਯੋਗ ਦੇ ਨਾਲ ਹੀ ਸਾਨੂੰ ਹੁਲਾਰਾ ਮਿਲਦਾ ਇਸ ਗੱਲ ਦਾ, ਸਾਨੂੰ ਤਾਕਤ ਮਿਲਦੀ ਹੈ ਕਿ ਅਸੀਂ ਇਸ ਜਿਹੜਾ ਹਿੰਦੂਵਾਦ ਹੈ ਜਿਹੜੇ ਸਾਡੇ ਖਿਲਾਫ ਜਿਹੜੇ ਮਤਲਬ ਵੀ ਇਹ ਸਾਨੂੰ ਦੇਖਣਾ ਨਹੀਂ ਚਾਹੁੰਦੇ ਵੀ ਜਿੱਥੋਂ ਤੱਕ ਮਤਲਬ ਵੀ ਸਾਨੂੰ ਇਹ
ਇਹ 2 ਨੰਬਰ ਦੀ ਸ਼ਹਿਰੀ ਕੀ ਮਤਲਬ ਇਹ ਉਹ ਤੋਂ ਬੁਰੀ ਨਜ਼ਰ ਨਾਲ ਦੇਖਦੇ ਆ। ਹੁਣ ਦੇਖੋ ਦੂਜੇ ਨੇ ਸਾਰੇ ਇਕੱਲੇ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਹੋ ਗਏ ਆ ਜੀ ਜੀ, ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ ਜੀ। ਜਦੋਂ ਕਾਂਗਰਸ ਨੇ ਭਾਵੇਂ ਉੱਥੋਂ ਮਨੋਂ ਕਹਿ ਦਿੱਤਾ, ਉਤਲੇ ਮਨੋਂ ਕਹਿ ਦਿੱਤਾ ਵੀ ਅਸੀਂ ਇਹ ਤਾਂ ਸਹਿਮਤ ਹੈ ਇਹਦੇ ਨਾਲ ਵੀ ਇਹਨੂੰ ਫਸ ਨਹੀਂ ਹੋਣੀ ਚਾਹੀਦੀ ਜੀ ਜੀ ਜੀ। ਇਸ ਕਰਕੇ ਇਹਦਾ ਹੈਗਾ ਵੀ ਇਹਦੇ ਨਾਲ ਤਾਂ ਸਾਨੂੰ ਤੁਹਾਡੇ ਨਾਲ ਬਾਹਰਲੇ ਦੇਸ਼ਾਂ ਨਾਲ ਹੁਲਾਰਾ ਮਿਲਦਾ ਤੇ ਤੁਸੀਂ ਜਿਹੜਾ ਹੈਗੇ ਤੁਹਾਡੀ ਆਵਾਜ਼ ਦੇ ਨਾਲ ਹੀ ਜਿਹੜੀ ਹੈਗੀ ਹੈ ਇੱਥੇ ਸਾਨੂੰ ਬਲ ਮਿਲਦਾ ਹੈ। ਸੋ ਸਿੰਘ ਸਾਹਿਬ ਜਿਹੜਾ ਮਤਲਬ ਵੀ ਹੁਣ ਲੋਕਾਂ ਨੇ ਸਹਿਯੋਗ ਦਿੱਤਾ ਇਹਦੇ ਵਿੱਚ ਸਾਨੂੰ ਬੜਾ ਬਲ ਮਿਲਿਆ ਇਸ ਦੇ ਨਾਲ ਕਿ ਇਹਦੇ ਨਾਲ ਜਿਹੜੇ ਤੁਸੀਂ ਜਿਹੜੇ ਮਤਲਬ ਵੀ ਹਿੰਦੁਸਤਾਨ ਦੀ ਜਿਹੜੀਆਂ ਸਰਕਾਰਾਂ ਜਿਹੜੀ ਜੋ ਤੁਸੀਂ ਬਾਹਰਲੇ ਦੇਸ਼ਾਂ 'ਚ ਜਦੋਂ ਰੌਲਾ ਪੈਂਦਾ ਉਹ ਬੜੇ ਸਮਝਦਾਰ ਸਿਆਣੇ ਲੋਕ ਨੇ, ਉਹਨਾਂ ਨੂੰ ਪਤਾ ਵੀ ਸਾਡੇ ਦੇਸ਼ 'ਚ ਕਿਉਂ ਰੌਲਾ ਪੈਂਦਾ। ਉਹ ਆਪ ਦਾ ਰੌਲਾ ਮਰਕਾਉਣ ਦੀ ਖਾਤਰ ਹਿੰਦੁਸਤਾਨ ਸਰਕਾਰ ਨੂੰ ਲਿਖ ਸਕਦੀਆਂ ਸਰਕਾਰਾਂ ਤੁਹਾਡੀਆਂ ਬਾਲੀਆਂ ਵੀ ਤੁਸੀਂ ਇੱਥੇ ਇਹ ਜ਼ੁਲਮ ਬੰਦ ਕਰੋ ਇਹ ਜੀ ਜੀ। ਇਸ ਕਰਕੇ ਜਿਹੜਾ ਹੈਗਾ ਤੁਹਾਡੇ ਨਾਲ ਸਾਨੂੰ ਬੜਾ ਹਲਾਰਾ ਮਿਲਦਾ ਹੈ ਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਸਾਰੀਆਂ ਗੱਲਾਂ ਜਿਹੜੀਆਂ ਬਣਦੀਆਂ ਸਾਡੇ ਵਾਸਤੇ ਜਿਹੜੀਆਂ ਬੜੇ ਮਤਲਬ ਇਹ ਹਲਾਰਾ ਮਿਲਦਾ ਹੈ, ਸਾਨੂੰ ਇਹਦਾ ਬਲ ਮਿਲਦਾ ਹੈ। ਹਾਂ ਸਿੰਘ ਸਾਹਿਬ ਜੀ, ਇਹ ਕੱਲ ਦੇ ਕਿਸ ਤਰ੍ਹਾਂ ਹਾਲਾਤ ਸਨ ਆਪ ਜੀ ਦੇ ਇੱਥੇ ਦਮਦਮਾ ਸਾਹਿਬ ਵਿਖੇ ਤੇ ਅਨੰਦਪੁਰ ਸਾਹਿਬ ਵਿਖੇ ਸਾਰੇ ਕਿਸ ਤਰ੍ਹਾਂ ਸੀ ਸਾਰੇ ਹਾਲਾਤ ਇਸ ਤਰ੍ਹਾਂ ਦੇ ਹੈ ਕਿ ਵਿੱਚ ਕੱਲ ਜਿਹੜਾ ਸੀਗਾ ਕੱਲ ਵਾਲਾ ਜਿਹੜਾ ਪ੍ਰੋਗਰਾਮ ਸੀ ਉਹ ਅਸੀਂ ਸਮਝਦੇ ਹਾਂ ਵੀ ਉਹ ਸਮੁੱਚਾ ਪੰਥਕ ਪ੍ਰੋਗਰਾਮ ਸੀਗਾ। ਵਿੱਚ ਸ਼ਰਾਰਤੀ ਲੋਕ ਸਨ ਜਿਹੜੇ ਉਹ ਵੀ ਚਾਹੁੰਦੇ ਸਨ, ਉਹ ਹਜੇ ਵੀ ਮਨਾਂ ਦੇ ਵਿੱਚ ਹੈ ਵੀ ਇੱਥੇ ਰੌਲਾ ਕਿਉਂ ਨਾ ਪਿਆ, ਇੱਥੇ ਇਹਨੂੰ ਫਾਂਸੀ ਕਿਉਂ ਨਾ ਦਿੱਤੀ ਗਈ, ਕਿਉਂ ਹਟਾ ਦਿੱਤੀ ਹੈ, ਕੁਰਬਾਨੀ ਦੇ ਦੇਣ ਦਿੰਦੇ। ਇਹੋ ਜਿਹੇ ਲੋਕ ਜਿਹੜੇ ਹੈਗੇ ਉਹਨਾਂ ਦਾ ਉਹ ਦੂਜੇ ਲੋਕਾਂ ਵਾਸਤੇ ਅਸੀਂ ਦੇਖੋ ਠੀਕ ਹੈ ਪ੍ਰੋਟੈਸਟ ਕਰਨਾ, ਅਸੀਂ ਲੋਕਾਂ ਨੂੰ ਬਚਾਉਣਾ ਹੈ, ਸੰਗਤ ਨੂੰ ਲੋਕਾਂ ਨੂੰ ਬਣਾਉਣਾ ਬਚਾਉਣਾ, ਸਿਖਾਉਣਾ ਕੇ ਮਰਵਾਉਣਾ ਹੈ। ਜਿਹੜੇ ਬਾਹਰਲੇ ਸਟੇਟਾਂ ਦੇ ਵਿੱਚ ਸਾਡੇ ਸਿੱਖ ਬੈਠੇ ਆ ਕਈ ਥਾਵੇਂ ਗੜਬੜ ਹੋਈ ਤੇ ਜੇਕਰ ਮਤਲਬ ਵੀ ਇਹ ਫਾਂਸੀ ਆ ਜਾਂਦੀ ਤਾਂ ਬਾਹਰਲੇ ਸਟੇਟਾਂ ਦੇ ਲੋਕਾਂ ਦਾ ਕੀ ਬਣਦਾ ਇੱਥੇ ਗੜਬੜ ਹੋ ਜਾਂਦੀ ਤਾਂ। ਪਰ ਕਈ ਲੋਕ ਤੁਲੇ ਹੋਏ ਨੇ ਇਸ ਗੱਲ ਤੇ ਵੀ ਗੜਬੜ ਕਰਾਉਣੀ ਹੈ, ਬੇਸ਼ੱਕ ਉਹਨਾਂ ਨੂੰ ਕੋਈ ਨਾ ਤਾਂ ਬਲਵੰਤ ਸਿੰਘ ਰਾਜੋਆਣਾ ਨਾਲ ਉਹਦੀ ਫਾਂਸੀ ਨਾਲ ਉਹਦਾ ਮਤਲਬ ਹੈ ਨਾ ਸਿੱਖ ਪੰਥ ਦਾ ਮਤਲਬ ਹੈ। ਉਹ ਪੰਥ ਦੇ ਵਿੱਚ ਹੀ ਮਤਲਬ ਵੀ ਉਹ ਲੁਕੇ ਹੋਏ ਲੋਕ ਜਿਹੜੇ ਇਹ ਸ਼ਰਾਰਤੀ ਲੋਕ ਜਿਹੜੇ ਉਹ ਰੌਲਾ ਪਵਾਉਣਾ ਚਾਹੁੰਦੇ ਵੀ ਰੌਲਾ ਪਾਇਆ ਜਾਵੇ ਇਸ ਕਰਕੇ ਉਹਨਾਂ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਅੱਜ ਨਾਲ ਦੀ ਨਾਲ ਹੀ ਤਾਂ ਇਸ ਤਰ੍ਹਾਂ ਗੱਲ ਲੋਕਾਂ ਦੇ ਜਿਹੜੇ ਮਨਾਂ ਦੇ ਵਿੱਚ ਹੋ ਗਈ। ਪਹਿਲਾਂ ਜਿਹੜੇ ਅਨਪੜ੍ਹ ਲੋਕ ਸੀ ਜਿਹਨੂੰ ਨਹੀਂ ਪਤਾ ਸੀ ਉਹ ਵੀ ਮਤਲਬ ਵੀ ਉਹ ਲੋਕ ਜਿਹੜੇ ਸੀ ਸੜਕਾਂ ਤੇ ਆ ਗਏ ਸਨ ਠੀਕ ਹੈ। ਜਦੋਂ ਰਾਤ ਪਤਾ ਲੱਗੇ ਸਟੇ ਮਿਲ ਗਿਆ ਤੇ ਨਾਲ ਦੀ ਨਾਲ ਜਿਵੇਂ ਆਪਾਂ ਉਬਾਲਾ ਇਸ ਤਰ੍ਹਾਂ ਆਇਆ ਸੀ ਜਿਵੇਂ ਕਿਤੇ ਦੁੱਧ ਨੂੰ ਉਬਾਲਾ ਆਇਆ ਹੁੰਦਾ ਨਾ ਉਹ ਕਿਨਾਰਿਆਂ ਤੇ ਪਹੁੰਚਿਆ ਹੁੰਦਾ ਦੁੱਧ ਇਸ ਤਰ੍ਹਾਂ ਹੋਇਆ ਸੀ। ਇੰਨਾ ਉਬਾਲਾ ਲੋਕਾਂ ਨੂੰ ਆਇਆ ਹੋਇਆ ਸੀ ਜ਼ੁਲਮ ਦੇ ਖਿਲਾਫ, ਇਹ ਜ਼ੁਲਮ ਕਰ ਰਿਹਾ ਜਿਹੜਾ ਇਹ ਸੈਂਟਰ ਕਰ ਰਿਹਾ ਚਲੇ ਰਾਜੋਵਾਲ ਨੂੰ ਫਾਂਸੀ ਦੇ ਰਿਹਾ ਤੇ ਦੂਜਿਆਂ ਨੂੰ ਇਹ ਰਹਿਤਾਂ ਦੇ ਰਿਹਾ ਹੈ। ਤੇ ਅੱਜ ਉਹ ਜੋ ਸਟੇਜ ਮਿਲਦੇ ਨਾਲ ਇਸ ਤਰ੍ਹਾਂ ਵੀ ਜਿਵੇਂ ਆਪਾਂ ਠੰਡਾ ਪਾਣੀ ਪਾ ਦਿੰਦੇ ਦੁੱਧ ਵਿੱਚ ਇੱਕਦਮ ਥੱਲੇ ਬਹਿ ਜਾਂਦਾ ਸਿੰਘ ਸਾਹਿਬ। ਇਸ ਤਰ੍ਹਾਂ ਲੋਕਾਂ ਨੂੰ ਜਿਹੜਾ ਸੀ ਉਹ ਪਤਾ ਲੱਗ ਗਿਆ ਵੀ ਇਹ ਸਟੇ ਜਿਹੜੀ ਹੈਗੀ ਸਟੇ ਹੋ ਗਈ ਹੈ, ਹੁਣ ਫਾਂਸੀ ਨਹੀਂ ਆਉਂਦੀ, ਲੋਕਾਂ ਇਹ ਨਾਲ ਸ਼ਾਂਤ ਹੋ ਗਏ ਲੋਕ। ਸਿੰਘ ਸਾਹਿਬ ਅੱਗੋਂ ਤੁਸੀਂ ਸਮੁੱਚੇ ਸਿੱਖ ਪੰਥ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਇਹ ਅਜੇ ਤੱਕ ਫਾਂਸੀ ਤੇ ਕੇਵਲ ਰੋਕ ਲੱਗੀ ਹੈ, ਅੱਗੋਂ ਸਮੁੱਚੇ ਸਿੱਖ ਪੰਥ ਨੂੰ ਕੀ ਕਰਨਾ ਚਾਹੀਦਾ ਹੈ ਵੀ ਸਮੁੱਚਾ ਸਿੱਖ ਪੰਥ ਜਿਹੜਾ ਇਹ ਕਿਤੇ ਢਿੱਲਾ ਨਾ ਪੈ ਜਾਵੇ, ਕਿਤੇ ਇੱਥੇ ਹੀ ਆਪਣੀ ਜਿੱਤ ਸਮਝ ਕੇ ਤੇ ਅਵੇਸਲਾ ਨਾ ਹੋ ਜਾਵੇ, ਇਹਦੇ ਬਾਰੇ ਤੁਹਾਡੇ ਕੀ ਖਿਆਲ ਨੇ? ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜਾ ਹੁਣ ਮਤਲਬ ਵੀ ਅੱਜ ਸਟੇ ਹੋਇਆ ਹੈ ਉਹ ਸਿੱਖਾਂ ਨੂੰ ਤਾਂ ਉਹਦੇ ਚ ਹੈਗੇ ਬਹੁਤ ਜ਼ਿਆਦਾ ਮਤਲਬ ਵੀ ਮਾਣ ਵਾਲੀ ਗੱਲ ਹੈ ਪਰ ਮੈਂ ਕਹਿੰਦਾ ਵੀ ਜਿਹੜੇ ਸਮੁੱਚਾ ਜਿਹੜੇ ਲੋਕ ਨੇ ਭਾਵੇਂ ਉਹ ਹਿੰਦੂ ਹੈ ਭਾਵੇਂ ਮੁਸਲਮਾਨ ਹੈ ਸਾਈ ਧਰਮ ਮੰਨਣ ਵਾਲੇ ਨੇ ਪਰ ਇਹ ਇਨਸਾਫ ਪਸੰਦ ਜਿਹੜੇ ਲੋਕ ਹੈ ਇਨਸਾਫ ਪਸੰਦ ਲੋਕ ਹੈ ਜਿਹੜੇ ਉਹਨਾਂ ਨੂੰ ਇਹ ਰਾਹਤ ਮਿਲੀ ਹੈ, ਉਹਨਾਂ ਨੂੰ ਇਹ ਸੰਤੁਸ਼ਟੀ ਹੋਈ ਹੈ ਕਿ ਵੀ ਇਹ ਵੀ ਜਿਹੜਾ ਠੀਕ ਹੋਇਆ ਗੱਲ। ਤੇ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਜੇਕਰ ਸਾਡੇ ਨਾਲ ਵਿਤਕਰਾ ਹੁੰਦਾ ਹੈ ਜਾਣਬੁੱਝ ਕੇ ਵਿਤਕਰਾ ਕੀਤਾ ਜਾਂਦਾ ਤੇ ਫਿਰ ਸਾਨੂੰ ਇੱਕ ਅਕਾਲ ਤਖਤ ਦੇ ਰਹਿਨੁਮਾਈ ਹੇਠ ਅਕਾਲ ਤਖਤ ਦੇ ਝੰਡੇ ਦੇ ਹੇਠਾਂ ਸਾਨੂੰ ਇਕੱਠੇ ਹੋ ਕੇ ਇਹਦਾ ਸੰਘਰਸ਼ ਕਰਨਾ ਚਾਹੀਦਾ ਜੀ ਸਾਡੇ ਨਾਲ ਵਿਤਕਰਾ ਹੋਵੇ ਤਾਂ ਸੋ ਇਹ ਕਹਿਣਾ ਚਾਹਾਂਗਾ ਵੀ ਜੇ ਸਾਡੇ ਨਾਲ ਵਿਤਕਰਾ ਹੁੰਦਾ ਹੈ ਤਾਂ ਫਿਰ ਸਾਨੂੰ ਸਾਰਿਆਂ ਨੂੰ ਅਕਾਲ ਤਖਤ ਦੇ ਰਹਿਨੁਮਾਈ ਹੇਠਾਂ ਉਹਦੇ ਝੰਡੇ ਹੇਠਾਂ ਇਕੱਠੇ ਹੋਣਾ ਚਾਹੀਦਾ ਸਭ ਨੂੰ। ਸੋ ਸਿੰਘ ਸਾਹਿਬ ਜੀ ਜ਼ਬਰਦਸਤ ਉਹਦਾ ਨਾਲ ਟੱਕਰ ਕੀਤਾ ਜਾ ਸਕੇ। ਸੋ ਸਿੰਘ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਅਸੀਂ ਆਪਣੇ ਆਪ ਨੂੰ ਬੜੇ ਵੱਡਿਆਂ ਭਾਗਾਂ ਵਾਲੇ ਸਮਝਦੇ ਹਾਂ ਕਿ ਤੁਹਾਡੇ ਵਰਗੇ ਜਿਹੜੇ ਹੀਰੇ ਨੇ ਸਿੰਘ ਸਾਹਿਬ ਨੇ ਉਹ ਸਾਨੂੰ ਸਿੱਖ ਕੌਮ ਨੂੰ ਮਿਲੇ ਨੇ ਤੇ ਤੁਹਾਡੇ ਵਾਸਤੇ ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਤੁਹਾਨੂੰ ਹੋਰ ਸਮਰੱਥਾ ਬਖਸ਼ਣ ਤੇ ਤੁਸੀਂ ਸਿੱਖ ਪੰਥ ਨੂੰ ਸਿੱਖ ਪੰਥ ਦੀ ਇਸੇ ਤਰ੍ਹਾਂ ਹੋਰ ਚੜ੍ਹਦੀ ਕਲਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸੇਵਾ ਕਰਦੇ ਰਹੋ। ਸੋ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਸਿੰਘ ਸਾਹਿਬ ਜੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਦੇਖੋ ਸਿੱਖੀ ਦੇ ਅੰਦਰ ਸਿੱਖ ਪੰਥ ਦੇ ਅੰਦਰ ਕੈਸੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਜਿੱਥੇ ਜਿੱਥੇ ਵੀ ਸਿੱਖ ਬੈਠੇ ਨੇ ਕਿਵੇਂ ਉਹਨਾਂ ਦੇ ਅੰਦਰ ਪਿਆਰ ਹੈ, ਸਿੱਖੀ ਦੇ ਵਾਸਤੇ ਦਰਦ ਹੈ। ਤੇ ਆਪ ਜੀ ਨੇ ਦੇਖਿਆ ਹੈ ਕਿ ਅੱਜ ਸਿੱਖ ਚੈਨਲ ਦੇ ਰਾਹੀਂ ਸਿੰਘ ਸਾਹਿਬਾਨਾਂ ਨੇ ਆ ਕੇ ਵੀ ਆਪਣੇ ਵਿਚਾਰ ਜਿਹੜੇ ਨੇ ਉਹ ਸੰਗਤਾਂ ਦੇ ਤਾਈਂ ਸਾਂਝੇ ਕੀਤੇ ਹਨ।
ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਵੀ ਸਾਰਿਆਂ ਨੇ ਇੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਆਉਣਾ ਹੈ ਤੇ ਜੋ ਵੀ ਸਿੱਖ ਕੌਮ ਦੇ ਵਾਸਤੇ ਆਪਾਂ ਕਰ ਸਕਦੇ ਹਾਂ ਸਾਰਿਆਂ ਨੇ ਮਿਲ ਕੇ ਕਰਨਾ। ਮੈਂ ਵੀਰ ਅਮਰੀਕ ਸਿੰਘ ਜੀ ਕੁੰਨਰ ਹੋਰਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕੋਈ ਹੋਰ ਵਿਚਾਰ ਦੇਣੇ ਚਾਹੁੰਦੇ ਹੋ ਸੰਗਤਾਂ ਨੂੰ? ਇਹ ਕਹਿ ਸਕਦੇ ਕਿ ਪਿਛਲੇ 20-25 ਸਾਲ ਤੋਂ ਜਿੰਨੀਆਂ ਵੀ ਜਥੇਬੰਦੀਆਂ ਆ, ਇਹਨਾਂ ਨੇ ਨਾਅਰੇ ਵੀ ਬਹੁਤ ਲਾਏ, ਲੜੇ ਭਿੜੇ ਵੀ ਬਹੁਤ ਇੱਕ ਦੂਜੇ ਦੇ ਨਾਲ, ਰੌਲਾ ਵੀ ਬਥੇਰਾ ਪਾਇਆ। ਹਾਂਜੀ, ਕਿਸੇ ਪਾਸੇ ਕੋਈ ਗੱਲ ਨਹੀਂ ਲੱਗੀ ਇਹਨਾਂ ਦੀ ਜੀ। ਵਨ ਪਰਸਨ ਵੀਰ ਜੀ ਕਾਲ ਲੈ ਲਈਏ, ਕਾਲਰ ਸਾਡੇ ਲਾਈਨ ਤੇ ਨੇ ਜੀ। ਹਾਂਜੀ, ਇਹ ਨੈਕਸਟ ਕਾਲਰ ਸਾਡੇ ਲਾਈਨ ਤੇ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਤੁਹਾਡਾ ਸਵਾਗਤ ਹੈ। ਆਪ ਜੀ ਕੌਣ ਤੇ ਕਿੱਥੋਂ ਬੋਲ ਰਹੇ ਹੋ? मैं लंदन विच बोल रहा हूँ। हाँ जी, हाँ जी। मेरा नाम कमल है जी। आई एम ए हिंदू कॉलिंग। ओके, ਤੁਹਾਡਾ ਧੰਨਵਾਦ, ਸਵਾਗਤ ਹੈ ਤੁਹਾਡਾ ਜੀ ਸਿੱਖ ਚੈਨਲ ਤੇ जी। हाँ जी, तो ये जो बात चल रही है लास्ट 3-4 दिन से कि आई मीन हिंदू ऐसा कर रहा है जी, तो आप लोग इसको पंजाबी हिंदूज करके मेंशन करें तो बेहतर रहेगी, क्योंकि वी सपोर्ट सिक्स, वी नो व्हाट हैज हैपेंड टू देम, वी आर बंगाली, हम लोग हिंदू हैं, लेकिन हम लोग के साथ नॉर्थ, वी आर कम्प्लीटली एंटी नॉर्थ इंडियन जी। हमारे वहाँ पे आपको मालूम नहीं है, वी हेट टू स्पीक हिंदी जी, ठीक है। हमारे साथ उत्तर भारतीयों का एकदम जनता नहीं है। इवन हमारे, आप लोग जैसा खुलेआम बोल रहे हो वैसे हमारे वहाँ पे अंडर करंट चल रहा है जी फॉर गोइंग आउट ऑफ इंडिया जी, ठीक है। हम अपने साथ, हम बांग्लादेशी को ज्यादा हम लोग अपने करीब मानते हैं क्योंकि वो हमारा भाषा होता है जी। वी फील दैट हिंदी इज डोमिनेटिंग आवर कल्चर, दे आर फिनिशिंग आवर कल्चर जी। आपको शायद मालूम नहीं है, महाराष्ट्र में राज ठाकरे ने बिहारी, यूपी और पंजाबियों को मारना चालू किया था वो लोग जी। तो ये हम लोग सभी हिंदू हैं, ठीक है, लेकिन हम लोग, आप लोगों का जो पंजाबी हिंदू है उनके साथ हमारा कोई रिश्ता नहीं है। तो आप लोग जब हिंदू बोल रहे हो ना, ये पंजाबी हिंदू करके बोलिए, उनके साथ हमारा कोई रिश्ता नहीं है। ये जो आप लोगों के जो खत्री हैं, अरोराज है, उनके साथ हम लोग एकदम सहमत नहीं होते हैं जी। 1984 में भी कलकत्ता में जब रायट हुआ था तो हम लोग ने सिखों को बचाया था, क्योंकि हम लोगों को मालूम था कि ये जो हुआ है इसका हिस्ट्री देखो क्यों हुआ है जी। हम लोग उनको बोले थे तुम लोग ब्रेक के बाद की स्टोरी क्यों बता रहे हो, ब्रेक पहले की स्टोरी बताओ जी कि क्या हुआ था उनके साथ जी जी जी। और हमारे साथ आप लोगों से कम अन्याय नहीं हुआ है। 60 इयर्स में आप बोलो, हमारे बंगाली में एक प्रेसिडेंट या इंडिया में प्राइम मिनिस्टर मिला है क्या? आप लोगों को एक प्रेसिडेंट मिला है, एक प्राइम मिनिस्टर मिला है, और हम लोगों को क्या मिला है? कुछ नहीं मिला। वीर जी, हम आपके विचारों की कदर करते हैं, और सिख चैनल एक ऐसा चैनल है जो सभी का सत्कार करता है। एक पिता एक के हम बारक, तू मेरा गुरहाई, अवल अल्लाह नूर पाया। भारत में रह के हम लोगों को क्या मिला है पापा जी, आप बताओ, भारत में रह के हम लोगों को क्या मिला है? आज कोई भी इंडिया के शहर में जाओगे, प्रोस्टिट्यूट सबसे ज्यादा आपको बंगाली लड़की मिलेगी, क्योंकि आजादी के बाद और 1971 के बाद जब हमारे रेफ्यूजीज आ गए थे उस पार से, गवर्नमेंट ने हम लोगों को कुछ नहीं दिया जी। आप एक चीज बताओ, दिल्ली में कैपिटल क्यों होगा जी? दिल्ली, किसने बोला है दिल्ली को कैपिटल बनाने? किसने बोला है हिंदी हमारी राष्ट्रभाषा है? किसने सीखा हिंदी को राष्ट्रभाषा? Why will we speak हिंदी? ठीक है जी, तुसी भी इस मूवमेंट से साडे नाल जुड़ो, साडी हेल्प करो, असि भी वही गल कर रहे हैं। हमारी बात आप लोग इसमें उठाइए कि हिंदी राष्ट्रभाषा किसने बोला है जी। आज मैं हिंदी आपसे बात कर रहा हूँ क्योंकि जबरदस्ती बात करना पड़ रहा है। वाई विल वी स्पीक हिंदी? आपको शायद मालूम नहीं है, हिंदी राष्ट्रभाषा नहीं है, हिंदी राजभाषा है जी, और भारत में 15 राजभाषा है जी जी जी। ठीक है, ये तो पहली बात हो गई। दूसरी बात ये है, दिल्ली सब कुछ की राजधानी क्यों होगा जी? 1911 तक कलकत्ता राजधानी था जी। ये नॉर्थ इंडियन लोग ने कॉन्स्पिरेसी करके दिल्ली को राजधानी बनाया ब्रिटिशों के साथ। ठीक है जी। आज पंजाब में प्रॉब्लम किस लिए मालूम है? आप लोगों के वहाँ एक भी IIT नहीं है, एक भी IIM नहीं है, बड़े बड़े कॉलेजेस, मतलब ऑल इंडिया लेवल का कोई कॉलेज नहीं है, कोई यूनिवर्सिटीज नहीं है। हाँ, तो यही
आज आप बताइए, पंजाब का एक लड़के को IIT पढ़ने के लिए दिल्ली में आना पड़ता है उसको। जी जी जी। और दिल्ली IIT होके पंजाबियों का क्या फायदा हुआ है जी? का क्या फायदा हुआ है? सो ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਕੋਲ ਸਮਾਂ ਬਹੁਤ ਸੀਮਿਤ ਹੈ ਤੇ ਅਸੀਂ ਅੱਗੋਂ ਆਸ ਕਰਦੇ ਹਾਂ ਕਿ ਆਪ ਜੀ ਇਸ ਤਰ੍ਹਾਂ ਸਿੱਖ ਚੈਨਲ ਦੇ ਨਾਲ ਜੁੜੇ ਰਹੋਗੇ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ ਆਪਾਂ ਇੱਕ ਗੱਲ ਕਹਿਣੀ ਚਾਹੁੰਦੇ ਆ ਕਿ ਜਿਹੜੇ ਵੀਰ ਜੀ ਆਏ ਸਨ, ਜਿਹੜੇ ਇਹਨਾਂ ਨੇ ਵਿਚਾਰ ਦਿੱਤੇ ਨੇ, ਇਹਨਾਂ ਦੇ ਪਰਸਨਲ ਵਿਚਾਰ ਨੇ। ਇਹ ਜ਼ਰੂਰੀ ਨਹੀਂ ਕਿ ਸਿੱਖ ਚੈਨਲ ਇਹਨਾਂ ਦੇ ਵਿਚਾਰਾਂ ਦੇ ਨਾਲ ਸਹਿਮਤ ਹੈ, ਕਿਉਂਕਿ ਜਦੋਂ ਵੀ ਸਾਡੇ ਕੋਈ ਬੁਲਾਰਾ ਆਉਂਦਾ ਹੈ ਸੋ ਉਸਦੇ ਆਪਣੇ ਵਿਚਾਰ ਹੁੰਦੇ ਨੇ ਤੇ ਇਸ ਕਰਕੇ ਅਸੀਂ ਇਹ ਦੁਬਾਰਾ ਫਿਰ ਕਹਿ ਦਿੰਦੇ ਆ ਕਿ ਜਿਹੜੇ ਵੀਰ ਜੀ ਆਏ ਸਨ ਇਹਨਾਂ ਦੇ ਪਰਸਨਲ ਇਹ ਵਿਚਾਰ ਹਨ। ਸੋ ਤੁਸੀਂ ਵੀਰ ਜੀ ਅਖੀਰ ਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦਾ ਆ ਜੀ, ਇਹਨਾਂ ਦੇ ਵਿਚਾਰਾਂ ਤੋਂ ਪਤਾ ਲੱਗਦਾ ਹੈ ਕਿ ਕੱਲਾ ਸਿੱਖਾਂ ਨਾਲ ਹੀ ਨਹੀਂ, ਸਿੱਖਾਂ ਨਾਲ ਹੀ ਨਹੀਂ ਬੇਇਨਸਾਫੀ ਹੋ ਰਹੀ ਜੀ। ਹੋਰ ਧਰਮ ਵੀ ਹੈਗੇ ਆ ਜਾਂ ਹੋਰ ਕੌਮਾਂ ਹੈਗੀਆਂ ਇੰਡੀਆ ਦੇ ਵਿੱਚ ਜਿਨ੍ਹਾਂ ਨਾਲ ਬੇਇਨਸਾਫੀ ਹੋ ਰਹੀ ਹੈ। ਤਾਂ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹਿੰਦੂ, ਉਹ ਕਹਿ ਰਹੇ ਸਾਰੇ ਹਿੰਦੂ ਵੀ ਜਿਹੜੇ ਆ ਉਹ ਸੰਘਰਸ਼ ਇਹ ਵਿੱਚ ਸ਼ਾਮਲ ਹੋਣੇ ਚਾਹੁੰਦੇ ਆ। ਤੁਹਾਡੇ ਨਾਲ ਜੋ ਹੋ ਰਿਹਾ ਉਹ ਗਲਤ ਹੋ ਰਿਹਾ ਆ। ਤਾਂ ਇਸ ਕਰਕੇ ਅਸੀਂ ਇਹਨਾਂ ਹਿੰਦੂਆਂ ਨੂੰ ਵੀ, ਕ੍ਰਿਸਚੀਅਨਸ ਨੂੰ ਵੀ, ਸਾਰੇ ਮੁਸਲਮਾਨਾਂ ਨੂੰ ਵੀ ਨਾਲ ਲਈਏ ਤਾਂ ਇਸ ਨੂੰ ਸੰਘਰਸ਼ ਨੂੰ ਅੱਗੇ ਲਿਜਾਈਏ। ਸੋ ਵੀਰ ਅਮਰੀਕ ਸਿੰਘ ਜੀ, ਤੁਸੀਂ ਅਖੀਰ ਤੇ ਕੋਈ ਸੰਗਤਾਂ ਨੂੰ ਇਹ ਹੈ ਕਿ I was in the middle of saying one person sitting in prison is brought this revolution into the community. That's right. The whole world is erupted because of this one person. One person for 17 years sat in prison for 17 hours. All he's done is prayed. What do you think is happened inside him in 17 years? 17 ਘੰਟੇ 17 ਸਾਲ ਉਹਨੇ ਪ੍ਰੇ ਕੀਤਾ ਅੰਦਰ। ਠੀਕ ਹੈ। ਜੋ ਉਹਦੀਆਂ ਪਰਮਾਤਮਾ ਨੇ ਜੋ ਉਹਦੇ ਅੰਦਰ ਪਾਇਆ ਹੈ ਨਾ, ਉਹ ਸਾਰਿਆਂ ਦੇ ਅੰਦਰ ਵਸ ਗਿਆ। ਇਸੇ ਕਰਕੇ ਦਾ ਹੋਲ ਵਰਲਡ ਇਜ਼ erupted because of him। ਦੇਖੋ ਜੀ, ਉਹਨੇ ਇੱਕ ਵਾਰੀ ਸਾਰੀ ਸਿੱਖ ਕੌਮ ਨੂੰ ਜਾਗਰਤ ਕਰ ਦਿੱਤਾ। ਜਿਵੇਂ ਆਪਾਂ ਦੇਖਿਆ ਪਏ ਸਾਰਾ ਪੰਜਾਬ ਦੇ ਵਿੱਚ ਵੀ ਇਕੱਠ ਹੋਇਆ, ਵਿਦੇਸ਼ਾਂ ਦੇ ਵਿੱਚ ਵੀ ਹੋਇਆ ਤੇ ਸਾਰੇ ਪਾਸੇ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਨੇ ਤੇ ਕੇਸਰੀ ਦਸਤਾਰਾਂ ਨੇ ਇਹ ਸਾਰੀਆਂ ਝੂਲ ਉੱਠੀਆਂ। ਉਹਨਾਂ ਨੇ ਇੱਕ ਵਾਰੀ ਜਿਹੜਾ ਸਿੱਖ ਕੌਮ ਦਾ ਏਮ ਹੈ, ਜਿਹੜਾ ਨਾਰਾ, ਉਸ ਨੂੰ ਜਾਗਰਤ ਕੀਤਾ ਹੈ। ਤੇ ਇਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦਾ ਕਿਵੇਂ ਨਿਤਨੇਮ, ਗੁਰਬਾਣੀ ਦੇ ਨਾਲ ਪਿਆਰ, ਗੁਰੂ ਘਰ ਦੇ ਵਾਸਤੇ ਉਹਨਾਂ ਦੀ ਸ਼ਰਧਾ, ਇਹ ਤੇ ਉਹਨਾਂ ਦੇ ਜਿਹੜੇ ਪੱਤਰ ਆਏ ਨੇ ਉਹਨਾਂ ਤੋਂ ਵੀ ਪਤਾ ਲੱਗਦਾ। ਤੇ ਜੋ ਉਹਨਾਂ ਨੇ ਆਪਣਾ ਸਰੀਰ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਕਰ ਦਿੱਤਾ ਹੈ, ਇਹ ਉਹਨਾਂ ਦੀਆਂ ਭਾਵਨਾ ਹਨ। ਵੀਰ ਗੁਰਪ੍ਰੀਤ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਹਾਂਜੀ, ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਜੀ, ਭਾਈ ਅਮਰੀਕ ਸਿੰਘ ਹੋਣਾ ਨੇ ਵੀ ਉਹਨਾਂ ਦਾ ਜੋ ਪ੍ਰਭਾਵ ਪਿਆ ਉਹ ਬਹੁਤ ਜ਼ਿਆਦਾ ਪਿਆ। ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਦੀ ਜੋ ਸ਼ਖਸੀਅਤ ਆ, ਜਿਸ ਤਰ੍ਹਾਂ ਕਿਸੇ ਦਾ ਆਪਦਾ ਜੀਵਨ ਹੁੰਦਾ ਆਟੋਮੈਟਿਕ ਉਸ ਦਾ ਪ੍ਰਭਾਵ ਪੈਂਦਾ ਜੀ। ਉਹਨਾਂ ਤੋਂ ਪ੍ਰਭਾਵਿਤ ਹੋ ਕੇ ਪਟਿਆਲਾ ਪ੍ਰਿਜ਼ਨ ਦੇ ਵਿੱਚ ਬਹੁਤ ਸਾਰੇ ਐਸੇ ਕੈਦੀ ਸਨ ਜਿਨ੍ਹਾਂ ਨੇ ਅੰਮ੍ਰਿਤਪਾਨ ਕੀਤਾ, ਸਿੱਖੀ ਦੀ ਰਹਿਤ ਮਰਿਆਦਾ ਨੂੰ ਧਾਰਨ ਕੀਤਾ। ਤੇ ਸਭ ਤੋਂ ਵੱਡੀ ਗੱਲ ਇਹ ਹੋਈ ਆ ਕਿ ਉਹਨਾਂ ਦੀ ਐਡੀ ਵੱਡੀ ਕੁਰਬਾਨੀ ਨੂੰ ਦੇਖਦਿਆਂ ਹੋਇਆਂ ਪੂਰੇ ਵਰਲਡ ਦੇ ਸਿੱਖਾਂ ਦੇ ਵਿੱਚ ਵੀ ਇਹ ਹੌਸਲਾ ਆ ਗਿਆ ਵੀ ਕੁਰਬਾਨੀ ਦੇਣ ਵਾਸਤੇ, ਜਾਂ ਅੰਦਰ ਉਤਸ਼ਾਹ ਪੈਦਾ ਹੋ ਗਿਆ ਵੀ ਸਿੱਖਾਂ ਦੇ ਅੰਦਰ ਇਹੋ ਜਿਹੀ ਭਾਵਨਾ ਪੈਦਾ ਹੋਣੀ ਚਾਹੀਦੀ ਹੈ ਜੀ। ਤੇ ਦੂਸਰੀ ਗੱਲ ਇਹ ਆ ਜੀ, ਜੋ ਇਸ ਟਾਈਮ ਸਿੱਖਾਂ ਦੇ ਅੰਦਰ ਇਹ ਅਵੇਅਰਨੈਸ ਆਈ ਆ, ਇਹ ਅਵੇਅਰਨੈਸ ਇਸੇ ਤਰ੍ਹਾਂ ਹੀ ਰਹੇ, ਇਕੱਠ ਰਹੇ, ਏਕਤਾ ਰਹੇ, ਤਾਂ ਜੋ ਅਸੀਂ ਇਹਨਾਂ ਦੇ ਮਸਲਿਆਂ ਨੂੰ, ਜੋ ਸਾਡੇ ਲਈ ਕੁਝ ਸਮੇਂ ਲਈ ਸਾਨੂੰ ਰੋਕ ਮਿਲੀ ਹੈ, ਇਹਨਾਂ ਨੂੰ ਅਸੀਂ ਢੰਗ ਨਾਲ ਹੱਲ ਕਰ ਸਕੀਏ ਜੀ। ਜਥੇਦਾਰਾਂ ਨੂੰ ਵੀ ਚਾਹੀਦਾ ਹੈ, ਭਾਈ ਸਾਹਿਬ ਉਹਨਾਂ ਨੂੰ ਵੀ ਚਾਹੀਦਾ, ਬਲਵੰਤ ਸਿੰਘ ਜੀ ਬੋਲ ਕੇ ਗਏ ਨੇ ਕਿ ਆਪਸ ਦੇ ਵਿੱਚ ਵਿਚਾਰ ਕਰਕੇ ਭਾਈ ਬਲਵੰਤ ਸਿੰਘ ਜੀ ਜਾਂ ਹੋਰ ਸਾਡੇ ਸਿੰਘ ਜਿਸ ਤਰ੍ਹਾਂ ਲਿਸਟ ਦੇ ਵਿੱਚ ਆਪ ਜੀ ਨੇ ਨਾਮ ਲਿਖੇ ਨੇ, ਇਹਨਾਂ ਬਾਰੇ ਸਾਨੂੰ ਇਹ ਮਸਲੇ ਨੂੰ ਹੱਲ ਕਰਨ ਵਾਸਤੇ ਠੰਡੇ ਨਹੀਂ ਪੈਣਾ ਚਾਹੀਦਾ। ਇਸੇ ਤਰ੍ਹਾਂ ਹੀ ਇਸ ਜੋ ਸਾਡੀ ਜੰਗ ਚੱਲੀ ਹੈ, ਸਾਰਿਆਂ ਨੂੰ ਨਾਲ ਲੈ ਕੇ, ਸਾਰੇ ਧਰਮ ਦੇ ਬੰਦਿਆਂ ਨੂੰ ਨਾਲ ਲੈ ਕੇ, ਕਿਉਂ ਜੋ ਫਾਂਸੀ ਹੈ ਅਸੀਂ ਸੋਚਦੇ ਹਾਂ ਵੀ ਇਕੱਲੇ ਸਿੱਖਾਂ ਲਈ ਨਹੀਂ, ਹਿੰਦੂ ਮੁਸਲਮ ਕਿਸੇ ਲਈ ਵੀ ਨਹੀਂ ਹੋਣੀ ਚਾਹੀਦੀ। ਜਿਸ ਤਰ੍ਹਾਂ ਸੋ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਸਾਧ ਸੰਗਤ ਜੀ, ਜੋ ਸਮੁੱਚੇ ਸਿੱਖ ਪੰਥ ਨੇ, ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਸਾਨੂੰ ਆਦੇਸ਼ ਮਿਲਿਆ ਸੀ, ਜਗ੍ਹਾ ਜਗ੍ਹਾ ਤੇ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ, ਚੌਪਈ ਸਾਹਿਬ ਜੀ ਦੇ ਪਾਠ ਕੀਤੇ ਗਏ, ਸਾਰੀਆਂ ਸਿੱਖ ਸੰਗਤਾਂ ਨੇ ਜਿਹੜੀਆਂ ਅਰਦਾਸਾਂ ਕੀਤੀਆਂ, ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਨ ਆਈ, ਪ੍ਰਗਟ ਪਈ ਸਗਲੇ ਜੁਗੰਤਰ, ਗੁਰੂ ਨਾਨਕ ਕੀ ਵਡਿਆਈ, ਗੁਰਪੂਰਾ ਮੇਰੀ ਰਾਖ ਲਈ। ਗੁਰੂ ਸਾਹਿਬ ਜੀ ਨੇ ਸਾਡੀ ਬਹੁਤ ਨੇੜੇ ਹੋ ਕੇ ਸਮੁੱਚੇ ਸਿੱਖ ਪੰਥ ਦੀ ਅਰਦਾਸ ਸੁਣੀ ਹੈ। ਜਿੱਥੇ ਗੁਰੂ ਸਾਹਿਬ ਜੀ ਨੇ ਇਹ ਅਰਦਾਸ ਸੁਣੀ ਹੈ ਕਿ 31 ਮਾਰਚ ਨੂੰ ਜਿਹੜੀ ਫਾਂਸੀ ਦਿੱਤੀ ਜਾਣੀ ਸੀ ਉਸ ਤੇ ਰੋਕ ਲੱਗੀ ਹੈ, ਉੱਥੇ ਹੁਣ ਸਮੁੱਚੇ ਸਿੱਖ ਪੰਥ ਨੇ ਮਿਲ ਕੇ ਜਿੱਥੇ ਪਾਠ ਕਰਨੇ ਨੇ ਉੱਥੇ ਨਾਲ ਅਰਦਾਸ ਕਰਨੀ ਹੈ ਵੀ ਸਤਿਗੁਰੂ ਆ ਜਿਹੜੇ ਸਾਡੇ ਨੌਜਵਾਨ
ਸੂਰਬੀਰ ਹਨ, ਯੋਧੇ ਹਨ, ਬਹਾਦਰ ਹਨ। ਸਤਿਗੁਰੂ ਜੀ ਇਹਨਾਂ ਦੀ ਰਿਹਾਈ ਵੀ ਬਖਸ਼ਿਸ਼ ਕਰਨ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਤੇ ਇਹਨਾਂ ਦੀ ਰਿਹਾਈ ਵਾਸਤੇ ਵੀ ਅਰਦਾਸ ਕਰਦੇ ਹਾਂ। ਬੇਅੰਤ ਭੁੱਲਾਂ ਹੋ ਜਾਂਦੀਆਂ ਹਨ, ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ, ਬਖਸ਼ ਦੇਣੀਆਂ। ਆਓ ਸਾਰੇ ਫਤਿਹ ਦੀ ਕਰੀਏ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।